ਬਿਲਕੁਲ ਬਿਲਕੁਲ नो डाउट ये थोरैटिकल स्टडी नहीं हैगी जब तक तुसी प्रैक्टिकली कैमरे दे अगे आके वर्क नहीं करते ਤੁਹਾਨੂੰ एक्सपीरियंस नहीं मिल सकता बट अपार्ट फ्रॉम दैट कुछ थ्योरैटिकल चीज़ां ने टैक्नीक्स ने वो ਤੁਹਾਨੂੰ थिएटर ਦੇ ਵਿੱਚੋਂ ਹੀ ਪਤਾ ਚੱਲਦੀਆਂ। ਮੇਰੇ ਬੈਸਟ ਡਾਇਰੈਕਟਰ ਜਿਨ੍ਹਾਂ ਨਾਲ ਮੈਂ ਤਾਂ ਕੰਮ ਕੀਤਾ ਬਲਜੀਤ ਸਿੰਘ ਦਿਓਲ ਭਾਜੀ, ਉਹ ਸਭ ਤੋਂ ਬੈਸਟ ਨੇ। ਬਿਲਕੁਲ, ਤੇ ਉਹਨਾਂ ਕੋਲ ਮੇਰੀ ਫੋਟੋ ਪਤਾ ਨਹੀਂ ਕਿੱਥੋਂ ਪਹੁੰਚੀ, ਮੈਨੂੰ ਗਿੱਪੀ ਗਰੇਵਾਲ ਭਾਜੀ ਤੇ ਜਿਨ੍ਹਾਂ ਨੇ ਮੈਨੂੰ ਪਹਿਲਾ ਮੌਕਾ ਦਿੱਤਾ ਆਪਣੇ ਨਾਲ ਕੰਮ ਕਰਨ ਦਾ, ਆਪਣੇ ਉਹਨਾਂ ਦੇ ਗਾਣੇ ਦੇ ਵਿੱਚ ਮੈਂ ਤਾਂ ਨੈਗੇਟਿਵ ਲੀਡ ਦੇ ਵਿੱਚ ਹੈ ਨਾ ਵਿਲਨ ਦੇ ਤੌਰ ਤੇ ਮੈਂ ਲਾਂਚ ਹੋਇਆ। ਸੋ ਸਟਰਗਲ ਇਹ ਨਹੀਂ ਹੁੰਦੀ ਹਰ ਚੀਜ਼, ਉਹ ਚਲੋ ਆਪਣੀ ਵੀ ਡੈਸਟੀਨੀ ਹੈ। ਕਿਸੇ ਨੂੰ ਘਰੇ ਬੈਠੇ ਚਾਂਸ ਮਿਲ ਜਾਂਦਾ, ਕਿਸੇ ਨੂੰ ਅੱਜ ਦੀ ਡੇਟ 'ਚ ਵੀ ਕਈ ਮੇਰੇ ਤੋਂ ਬਹੁਤ ਵੱਡੇ ਵੱਡੇ ਆਰਟਿਸਟ ਹੋਣਗੇ ਜਿਨ੍ਹਾਂ ਨੂੰ ਇੰਨਾ ਕੰਮ ਨਹੀਂ ਮਿਲਿਆ ਹੁਣ, ਉਹ ਕੁਝ ਸਟਾਰਸ ਹੁੰਦੇ ਨੇ ਇਲਾਕੇ ਦੇ ਵਿੱਚ। ਬਟ ਕੰਮ ਛੋਟਾ ਹੋਵੇ ਵੱਡਾ ਹੋਵੇ ਫੁੱਲੀ ਡੈਡੀਕੇਟਿਡ ਨਾਲ ਕਰੋ। ਬੀਇੰਗ ਆਰਟਿਸਟ ਮੈਂ ਤਾਂ ਕਹਿੰਦਾ ਕਿ ਮੈਨੂੰ ਚਲੋ ਨੋ ਡਾਊਟ ਮੈਨੂੰ 70% ਰੋਲ ਮੈਂ ਤਾਂ ਨੈਗੇਟਿਵ ਕੀਤੇ ਨੇ, ਲੀਡ ਦੇ ਵਿੱਚ ਕੀਤੇ ਨੇ। ਬਟ ਜੇ ਅੱਜ ਦੀ ਡੇਟ ਦੇ ਵਿੱਚ ਮੈਨੂੰ ਕੋਈ ਕਵੇ ਭਿਖਾਰੀ ਦਾ ਰੋਲ ਕਰਨਾ ਮੈਂ ਉਹ ਵੀ ਕਰੂੰਗਾ, ਮੈਨੂੰ ਕੋਈ ਡਾਕਟਰ ਦਾ ਕਰੇ ਮੈਂ ਉਹ ਵੀ ਕਹੂੰਗਾ, ਪੁਲਿਸ ਵਾਲੇ ਦਾ ਕਰੇ ਮੈਂ ਉਹ ਵੀ ਕਰੂੰਗਾ, ਮੈਨੂੰ ਕੋਈ ਕਵੇ ਕੋਈ ਪਾਗਲ ਬੰਦੇ ਦਾ ਰੋਲ ਕਰਨਾ ਮੈਂ ਉਹ ਵੀ ਕਰੂੰਗਾ। ਆਰਟਿਸਟ ਹੋਣ ਦੇ ਨਾਤੇ ਮੈਂ ਹਰ ਰੋਲ ਨੂੰ ਐਕਸੈਪਟ ਕਰੂੰਗਾ। ਸੋ ਮੇਰਾ ਮੋਟਿਵ ਇਹ ਸੀਗਾ ਕਿ ਮੈਂ ਉਦੋਂ ਲੋਕਾਂ ਨੂੰ ਸਮਝਾਉਣ ਲੱਗਿਆ ਸੀ ਬੋਲ ਕੇ ਤੁਸੀਂ ਅੱਛੀ ਡਾਈਟ ਫੋਲੋ ਕਰੋ, ਸਿਸਟਮ ਅੱਛਾ ਰੱਖੋ। ਕਰਦੇ ਕਰਾਂਦੇ ਫਿਰ ਮੈਂ ਚੂਜ਼ ਕੀਤਾ ਕਿ ਮੈਂ ਆਨਲਾਈਨ ਕੋਰਸ ਸਟਾਰਟ ਕਰਾਂ। ਉਹਦੇ ਵਰਗਾ ਬੇਵਕੂਫ ਬੰਦਾ ਨਹੀਂ ਹੋਊਗਾ ਜਿਹੜਾ ਆਪਣੀ ਦਿਨ ਦੇ ਵਿੱਚੋਂ 1 ਘੰਟਾ ਆਪਣੀ ਬੋਡੀ ਦੇ ਲਈ ਨਾ ਕੱਢੇ। ਜਿੰਨੇ ਮਰਜ਼ੀ ਕੰਮ ਨੇ, ਜਿੰਨੀਆਂ ਮਰਜ਼ੀਆਂ ਚੀਜ਼ਾਂ ਨੇ, ਜਿੰਨੇ ਮਰਜ਼ੀ ਤੁਹਾਡੀ ਸਟ੍ਰੈਸਫੁਲ ਲਾਈਫ ਆ, ਆਪਣੀ ਹੈਲਥ ਲਈ 1 ਘੰਟਾ ਕੱਢਣਾ ਜ਼ਰੂਰੀ ਹੈ। ਜਦੋਂ ਤੁਹਾਡੇ ਦਿਮਾਗ 'ਤੇ ਸਟ੍ਰੈਸ ਆ, ਜਦੋਂ ਤੁਸੀਂ ਕਿਸੇ ਡਿਪਰੈਸ ਸਟੇਜ ਦੇ ਵਿੱਚ ਹੋ, ਤੁਸੀਂ ਜਿੰਨੀ ਮਰਜ਼ੀ ਵਰਕਆਊਟ ਕਰ ਲਓ, ਜਿੰਨੀ ਮਰਜ਼ੀ ਹੈਲਦੀ ਡਾਈਟ ਲੈ ਲਓ, ਦੁਨੀਆ ਦੇ ਮਸ਼ਹੂਰ ਤੋਂ ਮਸ਼ਹੂਰ ਡਾਈਟੀਸ਼ੀਅਨ ਕੋਲ ਤੁਹਾਡੀ ਬੋਡੀ ਉੱਪਰ ਵਰਕ ਨਹੀਂ ਕਰਨੀ। ਅੱਛਾ, ਕਿਉਂਕਿ ਜਿਹੜੇ ਆਪਣੇ ਹਾਰਮੋਨਸ ਨੇ ਨਾ ਇਹ ਆਪਣੇ ਦਿਮਾਗ ਦੇ ਥਰੂ ਚੱਲਦੇ ਨੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਯੂਰ ਬ੍ਰੇਨ ਇਜ਼ ਅ ਬਿਗੇਸਟ ਮਸਲ ਇਨ ਯੂਰ ਬੋਡੀ। ਤੁਸੀਂ ਆਪਣੇ ਦਿਮਾਗ ਨੂੰ ਜਦ ਤੱਕ ਮੈਂਟਲੀ ਸਟੇਬਿਲਿਟੀ ਨਹੀਂ ਦਿੰਦੇ ਹੈਗੇ ਉਦੋਂ ਤੱਕ ਤੁਹਾਡੀ ਬੋਡੀ ਨੇ ਕੁਝ ਨਹੀਂ ਕਰਨਾ ਹੈਗਾ, ਚਾਹੇ ਉਹ ਜਿਹੜੀ ਮਰਜ਼ੀ ਫੀਲਡ ਹੋਵੇ। ਕੌਣ ਚਲਾਉਂਦਾ ਇਹ ਹਵਾਵਾਂ ਨੂੰ, ਇਹਨਾਂ ਪਾਣੀ ਦੀਆਂ ਦਰਿਆਵਾਂ ਨੂੰ, ਕਿੰਜ ਅਸਮਾਨ 'ਚੋਂ ਬਦਲੀ ਮੀਂਹ ਦੀ ਇੱਥੇ ਵਰ ਜਾਂਦੀ, ਇੱਕ ਸੁੱਕੀ ਟਾਹਣੀ ਨਾਲ ਫੁੱਲਾਂ ਦੇ ਭਰ ਜਾਂਦੀ। ਕਿੰਜ ਚੜ੍ਹ ਕੇ ਸੂਰਜ ਚੰਨ ਚੜ੍ਹ ਆਉਂਦਾ ਰਾਤਾਂ ਨੂੰ, ਕੁਦਰਤ ਹੀ ਜਾਣੇ ਆਪਣੀਆਂ ਇਹ ਕਰਾਮਾਤਾਂ ਨੂੰ, ਕੁਦਰਤ ਹੀ ਜਾਣੇ ਆਪਣੀਆਂ ਇਹ ਕਰਾਮਾਤਾਂ ਨੂੰ। ਕਹਿੰਦਾ ਕਿੰਜ ਵੱਖ-ਵੱਖ ਦੇ ਆਕਾਰ ਦਿਖਣੇ ਪੱਤਿਆਂ 'ਚੋਂ, ਕਿੰਜ ਸ਼ਹਿਦ ਦੇ ਮਿੱਠਾ ਨਿਕਲੇ ਮੱਖੀ ਦੀਆਂ ਛੱਤਿਆਂ 'ਚੋਂ, ਕਿੰਜ ਪੱਥਰਾਂ ਨੂੰ ਖੜਕਾ ਕੇ ਅੱਗ ਹੈ ਬਲ ਜਾਂਦੀ, ਇੱਥੇ ਲੱਖ ਸੁਨਹਿਰੀ ਸ਼ਕਲ ਵੀ ਇੱਕ ਦਿਨ ਢਲ ਜਾਂਦੀ। ਵਿਗਿਆਨੀ ਵੀ ਨਾ ਸਮਝ ਪਾਏ ਇਹਨਾਂ ਬਾਤਾਂ ਨੂੰ, ਕੁਦਰਤ ਹੀ ਜਾਣੇ ਆਪਣੀਆਂ ਇਹ ਕਰਾਮਾਤਾਂ ਨੂੰ, ਕੁਦਰਤ ਹੀ ਜਾਣੇ ਆਪਣੀਆਂ ਇਹ ਕਰਾਮਾਤਾਂ ਨੂੰ। ਹਾਈ ਗੌਰਵ, ਹਾਊ ਆਰ ਯੂ? ਸਤਿ ਸ਼੍ਰੀ ਅਕਾਲ ਜੀ, ਮੈਂ ਵਧੀਆ, ਤੁਸੀਂ ਸੁਣਾਓ? ਮੈਂ ਵੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਤੁਹਾਡਾ, ਔਰ ਬਹੁਤ ਥੈਂਕ ਯੂ ਤੁਹਾਡਾ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਨਾਲ ਅੱਜ ਇੰਟਰਵਿਊ ਕਰਨ ਆਏ। ਨਹੀਂ ਥੈਂਕ ਯੂ ਸੋ ਮਚ ਬੱਲੀ ਬੋਲੀ ਮੈਗਜ਼ੀਨ ਦਾ ਤੇ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਇੰਟਰਵਿਊ ਕਰਨ ਦੇ ਲਈ। ਨਹੀਂ ਭਾਜੀ, ਤੁਸੀਂ ਉਸ ਲਾਇਕ ਹੈਗੇ ਹੋ। ਮੈਨੂੰ ਬਲਕਿ ਥੋੜੀ ਜਿਹੀ ਸ਼ਰਮ ਆ ਰਹੀ ਹੈ ਅੱਜ ਤੁਹਾਡੇ ਸਾਹਮਣੇ ਬੈਠ ਕੇ, ਕਿਉਂਕਿ ਇੱਕ ਜ਼ਿੰਦਗੀ 'ਚ ਜੋ ਤੁਸੀਂ ਗੱਲ ਕਹੀ ਸੀ ਉਹਨੇ ਥੋੜੀ ਦੇਰ ਪਹਿਲਾਂ ਹੀ ਇੰਟਰਵਿਊ ਤੋਂ ਪਹਿਲਾਂ ਹੀ ਕਿ ਬੰਦੇ ਨੂੰ ਇੱਕ ਸਰੀਰ ਦਿੱਤਾ ਰੱਬ ਨੇ, ਹਨਾ, ਉਹਨੂੰ ਫਿਟ ਰੱਖਣਾ ਬਹੁਤ ਜ਼ਰੂਰੀ ਹੈ, ਹਨਾ, ਔਰ ਮੈਂ ਥੋੜਾ ਜਿਹਾ ਅਨਫਿਟ ਹਾਂ, ਹਨਾ। ਕੋਈ ਚੱਕਰ ਨਹੀਂ, ਤੁਹਾਨੂੰ ਹੁਣ ਨੈਕਸਟ ਕਲਾਇੰਟ ਮੇਰਾ ਤੁਸੀਂ ਹੋ, ਤੁਹਾਨੂੰ ਮੈਂ ਫਿਟ ਕਰਕੇ ਰੱਖੂੰਗਾ। ਹੁਣ ਨਹੀਂ, ਆਪਾਂ ਹੋਣਾ, ਮੇਰਾ ਇੱਕ ਹੋਰ ਦੋਸਤ ਵੀ ਹੈ, ਠੀਕ ਹੈ, ਤੇ ਆਪਾਂ ਦੋਨੋਂ ਨਾ 6 ਮਹੀਨੇ ਤੋਂ ਜਿਮ ਜਾ ਰਹੇ ਹਾਂ, ਜਿਮ ਦੇ ਦਰਵਾਜ਼ੇ ਤੱਕ ਜਾਂਦੇ ਹਾਂ ਤੇ ਵਾਪਸ ਆ ਜਾਂਦੇ ਹਾਂ। ਲੇਕਿਨ ਹੁਣ ਸ਼ਾਇਦ ਤੁਸੀਂ ਸਾਨੂੰ ਥੋੜਾ ਜਿਹਾ ਰਾਹ ਪਾਵੋ। ਕੋਈ ਸ਼ੋਰ ਠੀਕ ਹੈ ਨਾ, ਤੁਹਾਨੂੰ ਪੱਕਾ ਮੋਟੀਵੇਟ ਕਰਕੇ ਜਾਵਾਂਗੇ ਤੇ ਤੁਸੀਂ ਜਿਮ ਵੀ ਜਾਓਗੇ, ਡਾਈਟ ਵੀ ਕਰੋਗੇ ਤੇ ਆਪਣੇ ਨੂੰ ਫਿਟ ਵੀ ਕਰੋਗੇ। ਨਹੀਂ, ਮੈਂ ਤੁਹਾਡੀ ਫੋਟੋ ਦੇਖ ਕੇ ਮੋਟੀਵੇਟ ਹੁੰਦਾ, ਆਪਾਂ ਕੋਸ਼ਿਸ਼ ਕਰਦੇ ਕਿ ਜਾਵਾਂਗੇ, ਲੇਕਿਨ ਉਹ ਪਤਾ ਨਹੀਂ ਫਿਰ ਆਲਸੀ ਬੰਦਾ। ਚਲੋ ਬਾਕੀ ਟਾਈਮ ਇਜ਼ ਦਾ ਮੇਨ ਕੀ, ਟਾਈਮ ਦੇ ਹਿਸਾਬ ਨਾਲ ਕਦੇ ਕਿਸੇ ਤੋਂ ਮੋਟੀਵੇਸ਼ਨ ਜਦੋਂ ਮਿਲਣੀ ਆ ਉਦੋਂ ਹੀ ਸਟਾਰਟ ਕਰ ਸਕਦੇ। ਬਿਲਕੁਲ। ਅੱਛਾ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਭਾਜੀ ਬਹੁਤ ਮੁਬਾਰਕਾਂ ਕਿ ਤੁਹਾਨੂੰ ਸੰਜੀਵ ਕਪੂਰ ਜੀ ਨੇ ਅਵਾਰਡ ਦਿੱਤਾ ਸੀ ਕਿ ਬੈਸਟ ਐਡਮਾਇਰਡ ਨਿਊਟ੍ਰੀਸ਼ਨਿਸਟ ਆਫ ਦਾ ਸਟੇਟ। ਥੈਂਕ ਯੂ ਸੋ ਮਚ ਜੀ, ਇਟਸ ਮਾਈ ਪਲੇਜ਼ਰ ਕਿ ਮੈਨੂੰ ਇੰਨੇ ਬੜੇ ਇੰਟਰਨੈਸ਼ਨਲ ਸ਼ੈਫ ਤੋਂ ਤੇ ਇੱਕ ਮੋਸਟ ਐਡਮਾਇਰਡ ਨਿਊਟ੍ਰੀਸ਼ਨਿਸਟ ਆਫ ਦੀ ਸਟੇਟ ਦਾ ਅਵਾਰਡ ਮਿਲਿਆ। ਤੇ ਬਿਗ ਥੈਂਕਸ ਟੂ SRS ਫਾਊਂਡੇਸ਼ਨ ਤੇ ਜਿਨ੍ਹਾਂ ਨੇ ਇਨੀਸ਼ੀਏਟ ਲਿੱਤਾ ਸੀ, ਉਹਨਾਂ ਦੇ ਥਰੂ ਮੈਨੂੰ ਅਵਾਰਡ ਮਿਲਿਆ। ਬਿਲਕੁਲ। ਤੇ ਥੋੜਾ ਜਿਹਾ ਆਪਾਂ ਪਿੱਛੇ ਚੱਲਦੇ ਹਾਂ ਭਾਜੀ, ਤੁਹਾਡੇ ਸਕੂਲ ਡੇਜ਼ ਵੱਲ ਚੱਲਦੇ ਹਾਂ ਆਪਾਂ। ਤੇ ਸਕੂਲਿੰਗ ਕਿੱਥੋਂ ਤੁਹਾਡੀ? ਸਕੂਲਿੰਗ ਬ੍ਰਦਰ ਮੇਰੀ ਰਹੀ ਹੈ ਸੇਕਰੇਡ ਹਾਰਟ ਤੋਂ, ਮੰਡੀ ਗੋਬਿੰਦਗੜ੍ਹ ਤੋਂ, ਤੇ ਜਿੱਥੇ ਮੈਂ ਅਪ ਟੂ 10th ਤੱਕ ਉੱਥੇ ਸਟੱਡੀ ਕੀਤੀ ਹੈ। ਤੇ ਜਿਹੜੀ ਮੇਰੀ +1 +2 ਸੀਗੀ ਉਹ ਮੇਰੀ ਹੋਈ ਆ GPS ਗੋਬਿੰਦਗੜ੍ਹ ਪਬਲਿਕ ਸਕੂਲ ਤੋਂ ਹੀ। ਓਕੇ, ਉਹ ਮੇਰੇ ਹੋਮ। ਤੇ ਸ਼ੁਰੂ ਤੋਂ ਹੀ ਕੀ ਤੁਹਾਡਾ ਫਿਟਨੈਸ ਵੱਲ ਸੀਗਾ ਜਾਂ ਇਹ ਬਾਅਦ 'ਚ ਹੋਇਆ? ਨਹੀਂ ਬ੍ਰਦਰ, ਸ਼ੁਰੂ ਤੋਂ ਇੱਦਾਂ ਸੀਗਾ ਕਿ ਲਾਈਕ ਆਈ ਵਾਜ਼ ਲਾਈਕ ਮੋਸਟ ਬੀਇੰਗ ਇਨਟੂ ਕੋ-ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਮੈਂ ਜ਼ਿਆਦਾਤਰ ਰਹਿੰਦਾ ਸੀਗਾ, ਲਾਈਕ ਜਿਵੇਂ ਮਿਊਜ਼ਿਕ ਦੇ ਵਿੱਚ ਵੀ ਹੋ ਗਿਆ, ਸਪੋਰਟਸ ਦੇ ਵਿੱਚ ਵੀ ਮੈਂ ਅੱਗੇ ਹੁੰਦਾ ਸੀਗਾ,
ਕੋਈ ਸਕੂਲ ਦੇ ਵਿੱਚ ਇੰਟਰ ਸਕੂਲ ਕੰਪੀਟੀਸ਼ਨ ਹੋਵੇ, ਠੀਕ ਹੈ, ਇੰਟਰ ਜ਼ੋਨਲ ਕੰਪੀਟੀਸ਼ਨ ਹੋਵੇ, ਚਾਹੇ ਸਿੰਗਿੰਗ ਦਾ ਹੋਵੇ, ਚਾਹੇ ਸਪੋਰਟਸ ਦਾ ਹੋਵੇ, ਚਾਹੇ ਡਾਂਸਿੰਗ ਦਾ ਹੋਵੇ, ਚਾਹੇ ਭੰਗੜੇ ਦਾ ਹੋਵੇ। ਸੋ ਈਚ ਐਂਡ ਐਵਰੀਥਿੰਗ 'ਚ ਆਈ ਵਾਜ਼ ਲਾਈਕ ਕਿ ਸਭ ਤੋਂ ਅੱਗੇ ਹੁੰਦਾ ਸੀਗਾ ਸਕੂਲਿੰਗ ਟਾਈਮ ਤੋਂ ਹੀ ਲੈ ਕੇ। ਬਟ ਇਹ ਗੱਲ ਹੈ ਕਿ ਜੇ ਟਾਈਮ ਦੇ ਹਿਸਾਬ ਨਾਲ ਇੱਕ ਜਿਹੜਾ ਰਾਹ ਬਣਨਾ ਸੀਗਾ ਉਹ ਮੇਰਾ ਬਣਿਆ ਕਾਲਜ ਦੇ ਵਿੱਚ ਆ ਕੇ। ਸੋ ਸਕੂਲਿੰਗ ਲੈਵਲ ਤੋਂ ਹੀ ਮਤਲਬ ਮੈਨੂੰ ਮੇਰੇ ਘਰਦਿਆਂ ਨੇ ਕਦੇ ਫੋਰਸ ਨਹੀਂ ਕੀਤਾ ਵੀ ਸਾਨੂੰ 90% ਨੰਬਰ ਹੀ ਚਾਹੀਦੇ ਨੇ। ਸੋ ਮੇਰੇ ਘਰ ਦੇ ਕਹਿੰਦੇ ਸੀ ਵੀ ਤੁਸੀਂ 33 ਤੋਂ 40% ਵੀ ਲਿਓ, ਸਾਨੂੰ ਓਕੇ ਆ। ਸਾਡੇ 'ਤੇ ਸਟੱਡੀ ਦਾ ਪ੍ਰੈਸ਼ਰ ਨਹੀਂ ਸੀ, ਬਟ ਉਸ ਤੋਂ ਇਲਾਵਾ ਵੀ ਉਸ ਤੋਂ ਬਾਅਦ ਪ੍ਰੈਸ਼ਰ ਨਾ ਹੁੰਦੇ ਹੋਏ ਵੀ ਜਿਹੜੇ ਮੇਰੇ ਮਾਰਕਸ ਆਉਂਦੇ ਸੀਗੇ 70-80% ਵਾਲਾ ਬੰਦਾ ਸੀਗਾ ਮੈਂ, ਅਤੇ ਉਹਦੇ ਨਾਲ ਨਾਲ ਮੈਂ ਕੋ ਕਰਿਕੂਲਰ ਐਕਟੀਵਿਟੀਜ਼ 'ਚ ਵੀ ਅੱਗੇ ਹੁੰਦਾ ਸੀਗਾ, ਪੜ੍ਹਾਈ 'ਚ ਵੀ ਠੀਕ ਠਾਕ ਹੁੰਦਾ ਸੀਗਾ, ਅਤੇ ਇੱਦਾਂ ਦੀ ਮੇਰੀ ਸਕੂਲਿੰਗ ਲਾਈਫ ਨਿਕਲੀ। ਸ਼ਰਾਰਤੀ ਸੀਗੇ ਮਤਲਬ ਕਿ? ਸ਼ਰਾਰਤੀ ਨਹੀਂ ਸੀਗਾ ਇੰਨਾ ਕਿ ਟੀਚਰ ਦਾ ਫੇਵਰੇਟ ਕਹਿ ਸਕਦੇ ਹੋ ਤੁਸੀਂ, ਸ਼ਰਾਰਤੀ ਨਹੀਂ ਸੀਗਾ ਮੈਂ ਇੰਨਾ। ਮਤਲਬ ਕਿ ਬਚਪਨ ਤੋਂ ਹੀ ਲੇਡੀ ਲੱਕ ਨਾਲ ਰਿਹਾ ਹੈ। ਹੁਣ ਕਹਿ ਸਕਦੇ ਹੋ ਬਚਪਨ ਤੋਂ ਹੀ ਮੈਂ ਟੀਚਰ ਦਾ ਫੇਵਰੇਟ ਰਿਹਾ। ਉਹਨਾਂ ਨੇ ਕਹਿਣਾ ਸਟਾਫ ਰੂਮ 'ਚ ਆਪਣੀਆਂ ਕਾਪੀ ਰੱਖਿਆ ਹੋ, ਤੁਸੀਂ ਬੁੱਕਸ ਰੱਖਿਆ ਹੋ, ਸੋ ਉਹਨਾਂ ਦੇ ਕੰਮ ਕਰਦਾ ਰਿਹਾ। ਸੋ ਉਹਨਾਂ ਦਾ ਫੇਵਰੇਟ ਸਟੂਡੈਂਟ ਹੁੰਦਾ ਸੀਗਾ। ਹੁਣ ਵੀ ਕਈ ਮਾਡਲਸ ਆ ਨਾ ਗੌਰਵ ਦੇ ਨਾਲ ਫੋਟੋਆਂ ਪਾਉਂਦੀਆਂ ਨਹੀਂ ਉਹ ਤਾਂ ਚਲੋ ਕੋ ਆਰਟਿਸਟ ਕਾਫੀ ਅੱਛੇ ਕਰੈਕਟਰਸ ਦੇ ਨਾਲ। ਨਹੀਂ ਦੇਖੋ ਫੋਟੋਆਂ ਪਾਣੀ ਔਰ ਫਿਟ ਬੰਦਾ ਤਾਂ ਵੈਸੇ ਹੀ ਸਭ ਨੂੰ ਚੰਗਾ ਲੱਗਦਾ। ਦੈਟਸ ਮਾਈ ਪਲੇਅਰ ਕਿ ਜੇ ਕੋਈ ਹੁਣ ਕੋਈ ਟੀਚਰ ਆਈ ਤੁਹਾਡੀ ਪੁਰਾਣੀ, ਕੋਈ ਕਿਸੇ ਨੇ ਬੋਲਿਆ ਹੋਵੇ ਕਿ ਗੌਰਵ ਯਾਰ ਮੈਨੂੰ ਥੋੜਾ ਜਿਹਾ? ਮੇਰੇ ਲਈ ਸਭ ਤੋਂ ਬੜੀ ਗੱਲ ਇਹ ਹੈ ਕਿ ਜਿਹੜੇ ਸਕੂਲ ਦੇ ਵਿੱਚ ਮੈਂ ਪੜ੍ਹ ਕੇ ਨਿਕਲਿਆ ਉਹ ਸਕੂਲ ਦੇ ਵਿੱਚ ਮੈਨੂੰ ਐਜ਼ ਆ ਹੁਣ ਗੈਸਟ ਬੁਲਾਉਂਦੇ ਨੇ, ਚੀਫ ਗੈਸਟ ਦੇ ਤੌਰ 'ਤੇ ਐਜ਼ ਆ ਜੱਜਮੈਂਟ ਕਰਨ ਦੇ ਲਈ ਬੁਲਾਉਂਦੇ ਨੇ। ਸੋ ਇਟਸ ਅ ਗ੍ਰੇਟ ਪਲੇਜ਼ਰ ਫॉर ਮੀ ਕਿ ਜਿੱਥੋਂ ਮੈਂ ਪੜ੍ਹ ਕੇ ਨਿਕਲਿਆ, ਜਿਹੜੀ ਸਟੇਜ ਤੋਂ ਉੱਠਿਆ ਮੈਂ, ਉਹ ਸਟੇਜ 'ਤੇ ਅੱਜ ਜਦੋਂ ਕੋਈ ਕੰਪੀਟੀਸ਼ਨ ਹੁੰਦਾ ਉਹ ਮੈਨੂੰ ਉੱਥੇ ਜੱਜਮੈਂਟ ਦੇ ਲਈ ਬੁਲਾਉਂਦੇ। ਸੋ ਇਸ ਤੋਂ ਵੱਡੀ ਅਚੀਵਮੈਂਟ ਹੋਈ ਨਹੀਂ ਸਕਦੀ ਮੇਰੇ ਲਈ। ਸਹੀ ਗੱਲ ਹੈ। DAV ਵਿੱਚੋਂ ਮੈਂ ਗ੍ਰੈਜੂਏਟ ਹਾਂ, ਤੇ ਚੰਡੀਗੜ੍ਹ ਦੇ ਵਿੱਚ ਗ੍ਰੈਜੂਏਸ਼ਨ ਤੇ ਮੇਰੀ ਪੋਸਟ ਗ੍ਰੈਜੂਏਸ਼ਨ DAV ਦੇ ਵਿੱਚੋਂ ਹੋਈ। ਅੱਛਾ। ਉੱਥੇ ਵੀ ਸਪਾਰਕਲਸ ਕੰਪੀਟੀਸ਼ਨ। ਇਹ ਕਿਹੜੇ ਸਾਲ ਦੀ ਗੱਲ ਹੈ? ਇਹ ਹੈਗੀ ਆਈ ਐਮ 2014 ਦੇ ਵਿੱਚ ਮੈਂ ਪਾਸ ਆਊਟ ਆ DAV ਦੇ ਵਿੱਚੋਂ। DAV ਦੇ ਵਿੱਚੋਂ। ਤੇ ਫਿਰ ਗੇੜੀ ਵੀ ਮਾਰੀ ਹੋਣੀ? ਗੇੜੀ ਬਹੁਤ ਮਾਰੀ ਹੈ ਚੰਡੀਗੜ੍ਹ, ਬਟ ਗੇੜੀ ਮਾਰੀ ਹੈ ਕਿ ਲਾਈਕ ਅਸੀਂ ਗੱਡੀਆਂ 'ਚ ਨਹੀਂ ਮਾਰੀ ਸੀ, ਪੈਦਲ ਗੇੜੀ ਮਾਰੀ, ਕਿਉਂਕਿ ਸ਼ੁਰੂ ਤੋਂ ਹੀ ਕੀੜਾ ਸੀਗਾ ਵੀ ਫਿੱਟ ਰਹਿਣਾ। ਸੋ ਪੜ੍ਹਦੇ ਸੀਗੇ, ਆਪਣਾ ਖਾਂਦੇ ਪੀਂਦੇ ਸੀ, ਇੰਜੋਏ ਕਰਦੇ ਸੀ, ਗੇੜੀ ਅਸੀਂ ਪੈਦਲ ਲਾਉਂਦੇ ਸੀ DAV ਦੀ ਬੈਕ ਸਾਈਡ ਵਾਲੀ ਰੋਡ ਉੱਪਰ। ਜਿੱਥੇ ਸੋ ਉਹ ਚੀਜ਼ ਸੀਗਾ ਕੰਸੈਪਟ ਉੱਥੇ ਦਾ। ਇਹ ਨਹੀਂ ਕਦੇ ਰਿਹਾ ਵੀ ਫਾਲਤੂ ਗੇੜੀ ਰੂਟ ਤੇ। ਉਸ ਟਾਈਮ ਨੂੰ ਬੜਾ ਕਨਵੀਨਸ ਵੀ ਸੀਗੇ, ਬਾਈਕ ਵੀ ਸੀਗਾ, ਕਾਰ ਵੀ ਸੀਗੀ, ਘਰਦਿਆਂ ਨੇ ਸ਼ੌਂਕ ਪੂਰੇ ਕੀਤੇ ਸੀਗੇ, ਬਟ ਉਹਨੂੰ ਕਦੇ ਮਿਸਯੂਜ਼ ਨਹੀਂ ਕੀਤਾ ਕਿ ਕਦੇ ਕੋਈ ਫਾਲਤੂ ਜੇ ਘਰ ਦੇ ਖਰਚਾ ਦਿੰਦੇ ਸੀ ਉਦੋਂ ਇਹ ਨਹੀਂ ਸੀ ਵੀ ਉਹਨਾਂ ਦੇ ਖਰਚੇ ਨੂੰ ਆਪਾਂ ਕਿਤੇ ਮਿਸਯੂਜ਼ ਕਰਕੇ ਹੈ ਨਾ ਬੇਫਾਲਤੂ 'ਚ ਪੈਟਰੋਲ ਗੇੜੀਆਂ ਮਾਰ ਕੇ ਉਡਾਈਏ। ਸੋ ਖਾਣ ਪੀਣ ਦਾ ਸ਼ੌਂਕ ਸੀਗਾ, ਘੁੰਮਣ ਫਿਰਨ ਦਾ ਸ਼ੌਂਕ ਸੀ, ਟਰੈਵਲਿੰਗ ਦਾ ਤੇ ਐਕਸਪਲੋਰਿੰਗ ਦਾ। ਅਪਾਰਟ ਫਰੋਮ ਦੈਟ ਫਿਟਨੈਸ ਦਾ ਸੀਗਾ ਵੀ ਸ਼ਾਮੀ ਸੈਰ ਸੁਰ ਕਰਨ ਲੱਗੇ ਗੇੜੀਆਂ ਜ਼ਰੂਰ ਮਾਰਦੇ। ਤੇ ਕਦੀ ਮੁਸ਼ਕਿਲ ਆਈ ਕਿਉਂਕਿ ਗੋਬਿੰਦਗੜ੍ਹ ਤੋਂ ਜਾਂ ਆਪਣੇ ਉੱਥੋਂ ਜਾਂ ਮੰਦੀਗੋੜ ਰੋਡ ਤੋਂ? ਹਾਂਜੀ ਖੰਨੇ, ਰਾਈਟ ਨਾਓ ਸਾਡਾ ਹੋਮ ਟਾਊਨ ਖੰਨਾ। ਤੇ ਖੰਨੇ ਤੋਂ ਜਦ ਤੁਸੀਂ ਚੰਡੀਗੜ੍ਹ ਸ਼ਿਫਟ ਹੋਏ DAV 'ਚ, ਤੇ ਕੋਈ ਪ੍ਰੋਬਲਮ ਆਈ ਸੀ ਉਸ ਵੇਲੇ? ਪ੍ਰੋਬਲਮ ਇੱਦਾਂ ਕਿ ਸੈਟਲ ਹੋਣ 'ਚ ਇੱਦਾਂ ਕਿ ਪਹਿਲਾਂ ਤਾਂ ਚੰਡੀਗੜ੍ਹ ਦੇ ਵਿੱਚ ਥੋੜੀ ਜਿਹੀ ਉੱਧਰਲੀ ਏਰੀਆ ਦੀ ਨਾ ਉਹ ਰੈਪੂਟੇਸ਼ਨ ਬੜੀ ਹੋਈ ਹੈ, ਮੁੰਡਿਆਂ ਨੂੰ ਕਮਰਾ ਨਹੀਂ ਦਿੰਦੇ। ਅੱਛਾ। ਸੌਖਾ ਜਿਹਾ ਰੂਮ ਨਹੀਂ ਮਿਲਦਾ, ਤੇ ਹੋਸਟਲ ਦੇ ਵਿੱਚ ਜਗ੍ਹਾ ਨਹੀਂ ਸੀਗੀ। ਤੇ ਉਹ ਤੋਂ ਬਾਅਦ ਫਿਰ ਜਦੋਂ ਸਾਨੂੰ ਇੱਕ ਬੜੇ ਅੱਛੇ NRI ਫੈਮਿਲੀ ਸੀਗੀ ਕੋਈ, ਉਹਨਾਂ ਨੇ ਇੱਕ ਤਰ੍ਹਾਂ ਸਾਨੂੰ ਆਪਣਾ ਇੰਡੀਪੈਂਡੈਂਟ ਰੂਮ ਸੰਭਾਲਿਆ ਕਿ ਤੁਸੀਂ ਸਾਡੇ ਕੋਠੀ ਦਾ ਐਜ਼ ਅ ਕੇਅਰ ਟੇਕਰ ਵੀ ਕੰਮ ਕਰ ਰੱਖ ਲਓ, ਵੀ ਅਸੀਂ ਐਡੀ ਕੋਠੀ ਤੁਹਾਡੇ ਸਹਾਰੇ ਛੱਡ ਕੇ ਚੱਲੇ ਹਾਂ। ਤੇ ਉਹ ਫੈਮਿਲੀ ਅੱਛੀ ਮਿਲ ਗਈ, ਤੇ ਪਲੱਸ ਅਪਾਰਟ ਫਰੋਮ ਦੈਟ ਅਸੀਂ ਆਪਣੀ ਫੈਮਿਲੀ ਨੂੰ ਲੈ ਕੇ ਗਏ ਸੀ ਉਹਨਾਂ ਕੋਲ ਅਪਰੋਚ ਕਰਨ ਕਿ ਸਾਨੂੰ ਕਮਰਾ ਚਾਹੀਦਾ ਸੀ। 2 ਜਣੇ ਸੀਗੇ, ਮੈਂ ਤੇ ਮੇਰਾ ਫਰੈਂਡ ਨਕੁਲ, ਅਸੀਂ 5-7 ਸਾਲ ਇਕੱਠੇ ਹੀ ਰਹੇ ਹਾਂ। ਤੇ ਉਹ ਫੈਮਿਲੀ ਬੜੀ ਪ੍ਰਭਾਵਿਤ ਹੋਈ ਮੇਰੀ ਫੈਮਿਲੀ ਨੂੰ ਮਿਲ ਕੇ, ਤੇ ਸਾਨੂੰ ਉਹਨਾਂ ਨੂੰ ਲੱਗਿਆ ਵੀ ਮੁੰਡੇ ਵਧੀਆ ਨੇ ਵੀ ਇਹਨਾਂ ਨੂੰ ਦੇ ਦਿੰਦੇ ਆ। ਤੇ ਪਹਿਲੇ 2-3 ਮਹੀਨੇ ਜ਼ਰੂਰ ਔਖਾ ਰਿਹਾ ਕਮਰਾ ਲੱਭਣ ਦੇ ਵਿੱਚ, ਸਸਟੇਨ ਕਰਨ ਦੇ ਵਿੱਚ, ਬਟ ਉਸ ਤੋਂ ਬਾਅਦ ਉਹ ਫੈਮਿਲੀ ਦਾ ਜਿੱਥੇ ਅਸੀਂ ਰਹੇ 7 ਸਾਲ ਇੱਕੋ ਰੂਮ 'ਚ ਰਿਹਾ ਮੈਂ 10 ਸੈਕਟਰ ਦੇ ਵਿੱਚ, ਤੇ ਬੜਾ ਫੈਮਿਲੀ ਮਾਹੌਲ ਸੀਗਾ ਉੱਥੇ, ਪਰਿਵਾਰਕ ਮਾਹੌਲ ਸੀਗਾ, ਕਦੇ ਔਖਾ ਨਹੀਂ ਲੱਗਿਆ ਕਿਸੇ ਚੀਜ਼ ਨੂੰ ਵੀ ਲੈ ਕੇ। ਤੇ ਹੋਰ ਕੋਈ ਯਾਦ ਹੈਗੀ ਉਸ ਵੇਲੇ ਦੀ DAV ਦੀ? ਬਹੁਤ ਯਾਦਾਂ ਨੇ ਬ੍ਰਦਰ, ਇੱਕ ਯਾਦ ਨਹੀਂ, ਬਹੁਤ ਯਾਦਾਂ ਨੇ DAV ਦੇ ਵਿੱਚ। ਲਾਈਕ ਮੈਂ ਤੁਹਾਨੂੰ ਦੱਸਦਾ, ਜਦੋਂ ਘਰੋਂ ਸੋਚ ਕੇ ਤੁਰੇ ਸੀ, ਅਸੀਂ ਸੋਚ ਕੇ ਤੁਰੇ ਸੀਗੇ ਵੀ 3 ਸਾਲ BA ਕਰਨੀ, ਉਸ ਤੋਂ ਬਾਅਦ ਫਾਦਰ ਸਾਹਿਬ ਦੇ ਨਾਲ ਜਾਂ ਜੋ ਵੀ ਫੈਮਿਲੀ ਬਿਜ਼ਨਸ ਉਹਦੇ ਵਿੱਚ ਆਪਾਂ ਬੈਠ ਜਾਵਾਂਗੇ। ਤੇ 3 ਸਾਲ ਅਸੀਂ ਕਾਲਜ ਦੇ ਵਿੱਚ ਜਦੋਂ ਆਏ, 3 ਸਾਲ ਮੈਂ ਹਾਸੇ ਖੇਡਦੇ ਜੇ ਸਾਡੀ BA ਕੰਪਲੀਟ ਹੋ ਗਈ। ਮੈਂ ਘਰੇ ਕਿਹਾ, ਮੈਂ ਕਿਹਾ ਮੰਮੀ ਹੁਣ ਤਾਂ ਵੀ ਕੱਪੜੇ ਪਾਉਣ ਦਾ ਚੱਜ ਆਇਆ, ਹੁਣ ਤਾਂ ਸਰਕਲ ਖੁੱਲਿਆ, ਹੁਣ ਤਾਂ ਪਤਾ ਚੱਲਿਆ ਵੀ ਕਾਲਜ 'ਚ ਸਰਕਲ ਕਿਵੇਂ ਹੁੰਦਾ। ਮੈਂ ਕਿਹਾ ਹੁਣ ਸਾਡੀ ਖਤਮ ਹੋ ਗਈ। ਫਿਰ ਮੇਰੇ ਦੋਸਤ ਉਹ ਕਹਿੰਦੇ ਚੱਲ ਯਾਰ ਵੀ ਆਪਾਂ 2 ਸਾਲ ਦੀ ਮਾਸਟਰਸ ਕਰ ਲੈਂਦੇ ਹਾਂ। ਫਿਰ ਮੈਂ ਪਬਲਿਕ ਐਡਮਿਨਿਸਟ੍ਰੇਸ਼ਨ ਅਸੀਂ ਮਾਸਟਰ ਸ਼ੁਰੂ ਕਰ ਲਈ। ਚਲੋ ਸਾਡਾ ਸਰਕਲ ਬਣਿਆ, ਸਿਸਟਮ ਡੇ ਬਾਏ ਡੇ ਵਧੀਆ। 2 ਸਾਲ ਉਹ ਕਦੋਂ ਖਤਮ ਹੋਏ ਉਹ ਵੀ ਨਹੀਂ ਪਤਾ ਚੱਲਿਆ। ਹੁਣ ਘਰ ਦੇ ਕਹਿੰਦੇ ਚਲੋ ਜੀ ਹੁਣ ਆ ਜਾਓ ਘਰੇ। ਸਹੀ ਗੱਲ ਹੈ। ਮੈਂ ਕਿਹਾ 2 ਸਾਲ ਨਾਲ ਮੇਰਾ ਇੰਟਰਸਟ ਨਾ ਥੀਏਟਰ ਦੇ ਵਿੱਚ। ਕਿਆ ਹੁਣ ਤਾਂ ਗਰਲਫ੍ਰੈਂਡ ਬਣੀ? ਫਿਰ ਮੈਂ ਕਿਹਾ ਨਹੀਂ, ਗਰਲਫ੍ਰੈਂਡ ਨਾਲ ਜਦੋਂ ਅਲੱਗ ਪਾਟਾ, ਮੈਂ ਕਿਹਾ ਹੁਣ ਵੀ ਥੀਏਟਰ ਦੇ ਵਿੱਚ ਕੰਮ ਕਰਨਾ। ਵੀ ਹੁਣ ਅਸੀਂ ਸਟੱਡੀ ਕਰ ਲਈ, ਗ੍ਰੈਜੂਏਸ਼ਨ ਹੋ ਗਈ, ਪੋਸਟ ਗ੍ਰੈਜੂਏਸ਼ਨ ਹੋ ਗਈ, ਵੀ ਹੁਣ ਨਾ ਇੱਕ ਸ਼ੁਰੂ ਤੋਂ ਕੀੜਾ ਸੀਗਾ ਦਿਮਾਗ ਦੇ ਵਿੱਚ ਵੀ ਐਕਟਿੰਗ ਕਰਨੀ ਆ। ਅੱਛਾ, ਉਸ ਵੇਲੇ ਫਿਰ ਥੀਏਟਰ 'ਚ ਜੁਆਇਨ ਕਰ ਲਿਆ? ਹਾਂ। ਤੇ ਉਦੋਂ ਫਿਰ ਮੈਂ ਕੀ ਕੀਤਾ, ਮੈਂ 3 ਸਾਲ ਜਸਵੀਰ ਸਿੰਘ ਗਿੱਲ ਨੇ, ਆਪਣੇ ਕਾਫੀ ਅੱਛੇ ਆਰਟਿਸਟ ਨੇ, ਤੇ ਰਾਮ ਕਲਾ ਮੰਚ ਜੀ, ਉਹਨਾਂ ਨਾਲ ਮੈਂ 3 ਸਾਲ 2 ਤੋਂ 3 ਸਾਲ ਅਸੀਂ ਵਰਕਸ਼ਾਪਸ ਕੀਤੀਆਂ, ਥੀਏਟਰ ਕੀਤਾ।
ਤੇ ਕਾਫੀ ਕੁਛ ਹੁੰਦਾ, ਕਿਉਂਕਿ ਜਦੋਂ ਤੁਸੀਂ ਐਕਟਿੰਗ ਲਾਈਨ ਦੇ ਵਿੱਚ ਆ ਕੇ ਵੀ ਤੁਹਾਨੂੰ ਬੇਸਿਕ ਟੈਕਨੀਕਸ ਜਿਹੜੀਆਂ ਨੇ ਥੀਏਟਰ ਤੋਂ ਹੀ ਪਤਾ ਚੱਲਦੀਆਂ ਨੇ। ਬਿਲਕੁਲ ਨੋ ਡਾਊਟ ਇਹ ਥਿਓਰੈਟੀਕਲ ਸਟੱਡੀ ਨਹੀਂ ਹੈਗੀ, ਜਦ ਤੱਕ ਤੁਸੀਂ ਪ੍ਰੈਕਟੀਕਲੀ ਕੈਮਰੇ ਦੇ ਅੱਗੇ ਆ ਕੇ ਵਰਕ ਨਹੀਂ ਕਰਦੇ ਤੁਹਾਨੂੰ ਐਕਸਪੀਰੀਅੰਸ ਨਹੀਂ ਮਿਲ ਸਕਦਾ। ਬਟ ਅਪਾਰਟ ਫਰੋਮ ਦੈਟ ਕੁਝ ਥਿਓਰੈਟੀਕਲ ਚੀਜ਼ਾਂ ਨੇ, ਟੈਕਨੀਕਸ ਨੇ, ਉਹ ਤੁਹਾਨੂੰ ਥੀਏਟਰ ਦੇ ਵਿੱਚੋਂ ਹੀ ਪਤਾ ਚੱਲਦੀਆਂ। ਰਾਈਟ। ਸੋ ਉਹ 2-3 ਸਾਲ ਥੀਏਟਰ ਦੇ ਵਿੱਚ ਲਏ ਤੇ ਉਹਦਾ ਨਤੀਜਾ ਅੱਜ ਹੈ ਕਿ ਇੰਡਸਟਰੀ ਦੇ ਵਿੱਚ ਵੀ ਵਧੀਆ ਕੰਮ ਕੀਤਾ। ਨਹੀਂ, ਤੁਸੀਂ ਮੈਨੂੰ ਲੱਗਦਾ ਕਿ ਬਹੁਤ ਕੰਮ ਕੀਤਾ, ਔਰ ਮੈਂ ਉਹੀ ਪਹਿਲੇ ਥੀਏਟਰ ਤੇ ਹੀ ਚੱਲਦੇ ਹਾਂ ਆਪਾਂ। ਤੇ ਇਹ ਪਤਾ ਕਿੱਥੋਂ ਲੱਗਾ ਕਿ ਹੁਣ ਮੈਂ ਯਾਰ ਥੀਏਟਰ ਕਰਨਾ ਹੈ? ਇਹ ਬ੍ਰਦਰ ਇੱਦਾਂ ਹੈ ਕਿ ਕੁਛ ਨਹੀਂ ਸੀਗਾ, ਗ੍ਰੈਜੂਏਸ਼ਨ ਕੰਪਲੀਟ ਹੋਣ ਤੋਂ ਬਾਅਦ, ਪੋਸਟ ਗ੍ਰੈਜੂਏਟ ਹੋਣ ਤੋਂ ਬਾਅਦ ਅਸੀਂ ਵੈਸੇ ਜਿਵੇਂ ਮੁੰਡਿਆਂ ਨੂੰ ਸ਼ੌਂਕ ਹੁੰਦਾ ਨੈੱਟ ਤੇ ਫੋਟੋਆਂ ਖਿੱਚ ਕੇ ਪਾਉਣ ਦਾ, ਸ਼ੁਰੂ ਤੋਂ ਹੀ ਸ਼ੌਂਕ ਸੀਗਾ ਫੋਟੋ ਸ਼ੂਟ ਕਰਾ ਕੇ ਨੈੱਟ ਤੇ ਪਾਉਣੇ। ਤੇ ਬਾਈ ਲੱਕ ਕਹਿ ਲਓ, ਬਾਈ ਗੋਡਸ ਗ੍ਰੇਸ ਕਹਿ ਲਓ ਕਿ ਮੈਨੂੰ ਅਸੀਂ ਨੈੱਟ ਤੇ ਮੈਂ ਵੈਸੇ ਹੀ ਫੋਟੋ ਪਾਈ ਸੀ ਕਿਸੇ ਦਿਨ ਆਪਣੀ ਦਾੜੀ, ਮੇਰੀ ਬੀਅਰਡ ਗਰੋਥ ਬਹੁਤ ਲੰਬੀ ਸੀਗੀ। ਕਿਹੜਾ ਪਲੇਟਫਾਰਮ ਯੂਜ਼ ਕਰਦੇ ਸੀ ਉਸ ਵੇਲੇ? ਹਾਂ, ਉਸ ਫੇਸਬੁੱਕ ਤੇ। ਅੱਛਾ। ਤੇ ਫੇਸਬੁੱਕ ਤੇ ਮੈਂ ਫੋਟੋ ਪਾਈ ਤੇ ਮੈਨੂੰ ਨਹੀਂ ਪਤਾ ਕਿੱਥੋਂ ਉਹ ਫੋਟੋ ਪਹੁੰਚੀ ਆਪਣੇ ਪੰਜਾਬ ਦੇ, ਕਿ ਇੰਟਰਨੈਸ਼ਨਲੀ ਵਨ ਆਫ ਦੀ ਮੇਰੇ ਬੈਸਟ ਡਾਇਰੈਕਟਰ ਜਿਹਨਾਂ ਨਾਲ ਮੈਂ ਤਾਂ ਕੰਮ ਕੀਤਾ ਬਲਜੀਤ ਸਿੰਘ ਦਿਓਲ ਭਾਜੀ, ਉਹ ਸਭ ਤੋਂ ਬੈਸਟ ਨੇ। ਬਿਲਕੁਲ। ਤੇ ਉਹਨਾਂ ਕੋਲ ਮੇਰੀ ਫੋਟੋ ਪਤਾ ਨਹੀਂ ਕਿੱਥੋਂ ਪਹੁੰਚੀ, ਮੈਨੂੰ ਗਿੱਪੀ ਗਰੇਵਾਲ ਭਾਜੀ ਤੇ ਜਿਨ੍ਹਾਂ ਨੇ ਮੈਨੂੰ ਪਹਿਲਾ ਮੌਕਾ ਦਿੱਤਾ ਆਪਣੇ ਨਾਲ ਕੰਮ ਕਰਨ ਦਾ, ਆਪਣੇ ਉਹਨਾਂ ਦੇ ਗਾਣੇ ਦੇ ਵਿੱਚ ਮੈਂ ਤਾਂ ਨੈਗੇਟਿਵ ਲੀਡ ਦੇ ਵਿੱਚ ਹੈ ਨਾ, ਵਿਲਨ ਦੇ ਤੌਰ ਤੇ ਮੈਂ ਲਾਂਚ ਹੋਇਆ। ਤੇ ਮੈਨੂੰ ਇੱਕ ਰਾਤ ਪਹਿਲਾਂ ਫੋਨ ਆਇਆ ਕਿ ਉਸ ਵੇਲੇ ਸ਼ਾਇਦ ਤੁਸੀਂ ਦਾੜੀ ਰੱਖੀ ਹੋਈ ਸੀ। ਦਾੜੀ ਮੇਰੀ ਗਰੋਥ ਬਹੁਤ ਲੰਬੀ ਸੀ ਉਸ ਦਾੜੀ ਦੀ। ਤੇ ਉਹ ਕਿਹਦਾ ਕਨਸੈਪਟ ਸੀਗਾ ਕਿ ਦਾੜੀ ਇਦਾਂ ਰੱਖਦੇ? ਉਹ ਕਨਸੈਪਟ ਇਦਾਂ ਸੀਗਾ, ਆਪਣੇ ਪੰਜਾਬ ਦੇ ਵਿੱਚ ਉਦੋਂ ਦਾੜੀ ਦਾ ਫੈਸ਼ਨ ਸੀ। ਮੈਂ ਬਾਹਰਲੇ ਮਾਡਲਸ ਨੂੰ ਬਹੁਤ ਫੋਲੋ ਕਰਦਾ ਸੀ, ਉਹਨਾਂ ਤੋਂ ਹੁੰਦਾ ਸੀ ਕਿ ਬੀਅਰਡ ਦਾ ਟ੍ਰੈਂਡ, ਕਿ ਉਹ ਬਹੁਤ ਬੜੀ ਬੀਅਰਡ ਰੱਖਦੇ ਸੀਗੇ। ਇਹ ਕਿਹੜੇ ਸਾਲ ਦੀ ਗੱਲ ਹੈ? ਇਹ ਹੈਗੀ ਹੈ 2010-11 ਦੀ ਗੱਲ ਹੈ, 12-13 ਦੀ, ਅੱਜ ਤੋਂ 10 ਸਾਲ ਪਹਿਲਾਂ। ਉਸ ਵੇਲੇ ਤਾਂ ਇਹ ਕੋਈ ਰਿਵਾਜ ਵੀ ਨਹੀਂ ਸੀ। ਰਿਵਾਜ ਵੀ ਨਹੀਂ ਸੀ ਦਾੜੀ ਵਾਲਾ ਤਾਂ ਇਸ ਤਰ੍ਹਾਂ ਦਾ ਉਸ ਵੇਲੇ ਰਿਵਾਜ ਨਹੀਂ ਸੀਗਾ। ਤੇ ਮੈਂ ਰੱਖਣੀ ਸ਼ੁਰੂ ਕਰਤੀ ਤੇ ਕਰਦੇ ਮੇਰੇ ਘਰਦਿਆਂ ਨੂੰ ਕਹਿਣਾ, ਯਾਰ ਤੂੰ ਕੀ ਬਾਬਾ ਬਣਿਆ ਵੀ ਤੂੰ ਕਟਾ। ਮੇਰੇ ਡੈਡ ਮੈਨੂੰ ਬਹੁਤ ਗੁੱਸੇ ਹੁੰਦੇ ਸੀ। ਮੈਂ ਕਿਹਾ ਨਹੀਂ ਪਾਪਾ ਕੋਈ ਚੱਕਰ ਨਹੀਂ, ਫੈਸ਼ਨ ਆ ਦੀ ਰੇੜੀ। ਤੇ ਉਹ ਲੁੱਕ ਦੇ ਵਿੱਚ ਮੈਂ ਫੋਟੋਜ਼ ਪਾਈਆਂ। ਤੇ ਇੱਕ ਰਾਤ ਪਹਿਲਾਂ ਮੈਨੂੰ ਫੋਨ ਆਇਆ ਗਿੱਪੀ ਭਾਈ ਦੇ ਮੈਨੇਜਰ ਦਾ ਵੀ, ਐਵੇਂ ਗੌਰਵ ਤੇਰੀ ਫੋਟੋ ਸਿਲੈਕਟ ਹੋਈ ਹੈ, ਐਵੇਂ ਕਰਕੇ ਤੇਰਾ ਕੱਲ੍ਹ ਸ਼ੂਟ ਆ। ਪੂਰੀ ਰਾਤ ਮੈਂ ਤਾਂ ਸੁੱਤਾ ਹੀ ਨਹੀਂ ਭਾਜੀ। ਤੇ ਤੁਹਾਨੂੰ ਯਕੀਨ ਹੋ ਗਿਆ ਸੀ ਕਿ ਨਹੀਂ ਮੈਨੂੰ ਯਕੀਨ ਨਹੀਂ ਹੋਇਆ ਪਹਿਲਾਂ। ਮੈਂ ਸਿੱਧਾ ਆਪਣੇ ਘਰ, ਮੈਂ ਮੰਮੀ ਇੱਦਾਂ ਮੈਨੂੰ ਫੋਨ ਆਇਆ ਵੀ ਬਲਜੀਤ ਸਿੰਘ ਦੇ ਉਹ ਡਾਇਰੈਕਟਰ ਨੇ ਤੇ ਗਿੱਪੀ ਗਰੇਵਾਲ ਜੀ ਦਾ ਗਾਣਾ ਹੈ ਐਜ਼ ਅ ਨੈਗੇਟਿਵ ਲੀਡ ਦੇ ਵਿੱਚ ਤੁਹਾਨੂੰ ਲੈ ਰਹੇ ਨੇ, ਹਿੱਕ ਵਿੱਚ ਜਾਣ ਗਾਣਾ। ਤੇ ਮੈਂ ਕਿਹਾ ਵੀ ਮੈਨੂੰ ਤਾਂ ਵਿਸ਼ਵਾਸ ਨਹੀਂ ਹੋਇਆ ਇੱਕ ਵਾਰੀ। ਫਿਰ ਕਰਦੇ ਕਰਾਂਦੇ ਮੈਨੂੰ ਵਿਸ਼ਵਾਸ ਉਦੋਂ ਤੱਕ ਨਹੀਂ ਹੋਇਆ ਜਦ ਤੱਕ ਮੈਂ ਸੈੱਟ ਤੇ ਨਹੀਂ ਪਹੁੰਚਿਆ। ਤੁਹਾਨੂੰ ਇਹ ਲੱਗਿਆ ਕਿ ਕੋਈ ਪ੍ਰੈਂਕ ਤਾਂ ਨਹੀਂ ਕਰ ਰਿਹਾ ਮੇਰੇ ਨਾਲ? ਓਬਵੀਅਸਲੀ ਲੱਗਿਆ ਭਾਜੀ, ਜਿਹਦਾ ਕੋਈ ਅੱਧੀ ਡੇਟ ਤੱਕ ਮੈਂ ਕੋਈ ਗਾਣਾ ਨਾ ਕੀਤਾ ਹੋਵੇ, ਜਿਹਨੂੰ ਪਹਿਲੇ ਹੀ ਇਹ ਪਲੇਟਫਾਰਮ ਐਡਾ ਵੱਡਾ ਮਿਲ ਜਾਵੇ ਪੰਜਾਬ ਦੇ ਸੁਪਰਸਟਾਰ ਦੇ ਨਾਲ ਤੇ ਵਨ ਆਫ ਦੀ ਬੈਸਟ ਡਾਇਰੈਕਟਰ ਦੇ ਨਾਲ ਕੰਮ ਕਰਨ ਦਾ। ਬਿਲਕੁਲ। ਇੱਕ ਵਾਰ ਬੰਦਾ ਤਾਂ ਸੋਚਦਾ। ਤੇ ਫਿਰ ਚਲੋ ਸੈੱਟ ਤੇ ਗਏ। ਉਹਨਾਂ ਨੇ ਬਲਜੀਤ ਭਾਜੀ ਦੀ ਇੱਕ ਕੁਆਲਿਟੀ ਹੈ, ਉਹਨਾਂ ਨੇ ਬੜਾ ਕੰਫਰਟ ਜ਼ੋਨ ਦੇ ਵਿੱਚ ਮੈਨੂੰ ਕੰਮ ਕਰਾਇਆ, ਬੜਾ ਕੰਫਰਟੇਬਲ ਫੀਲ ਕੀਤਾ। ਉਵੇਂ ਸੇਮ ਐਜ਼ ਗਿੱਪੀ ਗਰੇਵਾਲ ਭਾਜੀ ਨਾਲ ਕੰਮ ਕਰਕੇ ਇੰਨਾ ਵਧੀਆ ਲੱਗਿਆ ਤੇ ਇੰਨਾ ਈਜ਼ੀ ਸੀਗਾ ਕੰਮ ਕਰਨਾ ਉਹਨਾਂ ਨਾਲ। ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਮਝਾ ਕੇ ਕੰਮ ਕਰਾਇਆ। ਤੇ ਦੈਟ ਵਾਸ ਮਾਈ ਫਸਟ ਬ੍ਰੇਕ, ਜਿੱਥੇ ਮੈਨੂੰ ਇੰਡਸਟਰੀ ਦੇ ਵਿੱਚ ਬਲਜੀਤ ਭਾਜੀ ਨੇ ਗਿੱਪੀ ਗਰੇਵਾਲ ਦੇ ਗਾਣੇ ਦੇ ਵਿੱਚ ਐਜ਼ ਅ ਨੈਗੇਟਿਵ ਦੇ ਵਿੱਚ ਲਾਂਚ ਕੀਤਾ। ਤੇ ਉਸ ਤੋਂ ਬਾਅਦ ਡੇ ਬਾਈ ਡੇ ਹੌਲੀ ਫਿਰ ਉਸ ਵੇਲੇ ਮੁਸ਼ਕਿਲ ਹੋਈ ਸੀ ਕੁਝ? ਮੁਸ਼ਕਿਲ ਡਰ ਜ਼ਰੂਰ ਸੀਗਾ ਮਨ ਦੇ ਵਿੱਚ, ਕਿਉਂਕਿ ਜਦੋਂ ਤੁਹਾਡੇ ਸਾਹਮਣੇ ਤੁਹਾਡਾ ਉਹ ਸਟਾਰ ਖੜਾ ਹੋਵੇ ਜਿਹਦੇ ਤੁਸੀਂ ਆਲਰੇਡੀ ਫੈਨ ਹੋਵੋ, ਡਾਇਰੈਕਸ਼ਨ ਦੇ ਵੀ ਤੇ ਗਿੱਪੀ ਗਰੇਵਾਲ ਭਾਈ ਦੇ ਸੌਂਗਸ ਦੇ ਵੀ ਫੈਨ ਹੋਊਗਾ। ਉਹ ਸੌਂਗ ਦੇ ਵਿੱਚ ਬਾਦਸ਼ਾਹ ਜੀ ਵੀ ਪਾਰਟ ਸੀਗੇ, ਹੈਪੀ ਰਾਏ ਖੁੱਟੀ ਬਹੁਤ ਪੰਜਾਬ ਦੇ। ਤੇ ਉਹ ਇੱਕ ਡਰ ਸੀਗਾ ਮਾਈਂਡ ਦੇ ਵਿੱਚ। ਬਟ ਉਹ ਟੀਮ ਇੰਨੀ ਕੁ ਫਰੈਂਡਲੀ ਸੀਗੀ, ਕੀਰਤੀ ਮੈਮ ਸੀ, ਕੀਰਤੀ ਕੋਲਰ ਫਰੋਮ ਮੁੰਬਈ, ਤੇ ਉਹ ਟੀਮ ਇੰਨੀ ਵਧੀਆ ਸੀਗੀ ਤੇ ਉਹਨਾਂ ਨੇ ਬਿਲਕੁਲ ਵੀ ਉਹ ਫੀਲ ਨਹੀਂ ਹੋਣ ਦਿੱਤਾ ਕਿ ਮੈਂ ਇੱਕ ਫਰੈਸ਼ ਆਰਟਿਸਟ ਹਾਂ। ਉਹਨਾਂ ਨੇ ਮੇਰਾ ਤੁਸੀਂ ਕਹਿ ਲਓ ਵੀ ਆਪਣਾ ਛੋਟੇ ਭਰਾ ਸਮਝ ਕੇ ਮੈਨੂੰ ਕੰਮ ਕਰਾਇਆ ਤੇ ਬਾਈ ਗੋਡਸ ਗ੍ਰੇਸ ਤੇ ਮੈਂ ਵੀ ਉਹਦੇ ਵਿੱਚ ਅੱਛੇ ਸਕਿੱਲਸ ਇੰਪੈਕਟਫੁਲ ਰੋਲ ਕੀਤਾ। ਤੇ ਉਹ ਗਾਣਾ ਮੇਰਾ ਅੱਜ ਵੀ ਅੱਜ ਤੱਕ ਦਾ ਸਭ ਤੋਂ ਬੈਸਟ ਗਾਣਾ। ਨਹੀਂ, ਉਹ ਜਦ ਤੁਸੀਂ ਮੈਨੂੰ ਦਿਖਾਇਆ ਹੈ ਨਾ, ਹੁਣੇ ਥੋੜ੍ਹੀ ਦੇਰ ਆਪਾਂ ਪਹਿਲੇ ਦੇਖ ਰਹੇ ਸੀਗੇ ਤੇ ਹੁਣ ਮੈਂ ਰੀਕਾਲ ਕਰ ਰਿਹਾ ਕਿ ਹਾਂ ਯਾਰ ਕਿ ਉਹ ਕਿੰਨਾ ਇੰਪੈਕਟਫੁਲ ਸੀਨ ਸੀਗਾ ਉਹਦੇ ਵਿੱਚ ਨਾ, ਕਿ ਹੁਣ ਥੋੜ੍ਹੀ ਜਿਹੀ ਤੁਹਾਡੀ ਸ਼ਾਇਦ ਲੁੱਕ ਵੀ ਚੇਂਜ ਹੋਈ ਹੈ ਉਸ ਤੋਂ ਨਾਲ। ਇਨਸਾਨ ਨੂੰ ਨਾ ਆਪਣੇ ਰੂਟਸ ਨਹੀਂ ਭੁੱਲਣੇ ਚਾਹੀਦੇ, ਬਟ ਟਾਈਮ ਦੇ ਹਿਸਾਬ ਦੇ ਨਾਲ ਆਪਾਂ ਲੁੱਕਸ ਚੇਂਜ ਕਰਦੇ ਰਹਿਣਾ ਚਾਹੀਦਾ ਹੈ। ਹੁਣ ਜਿਵੇਂ ਸੁਸਾਇਟੀ ਦੇ ਵਿੱਚ ਆਪਾਂ ਰਹਿੰਦੇ ਹਾਂ, ਆਪਾਂ ਮਤਲਬ ਜਿੰਨਾ ਮਰਜ਼ੀ ਕਹਿ ਲਈਏ ਕਿ ਆਪਾਂ ਸੁਸਾਇਟੀ ਦੀ ਪਰਵਾਹ ਨਹੀਂ ਕਰਦੇ ਆਪਣਾ ਜੀ, ਬਟ ਐਟ ਸਮ ਪੁਆਇੰਟ ਸਮਵੇਅਰ ਵੀ ਹੈਵ ਟੂ ਡੀਲ ਵਿਦ ਦੀ ਸੁਸਾਇਟੀ। ਆਪਾਂ ਨੂੰ ਉਸ ਹਿਸਾਬ ਨਾਲ ਚੱਲਣਾ ਪੈਂਦਾ ਹੈ ਨਾ। ਆਪਾਂ ਇਹ ਨਹੀਂ ਕਹਿ ਸਕਦੇ ਆਪਾਂ ਸੁਸਾਇਟੀ ਜਮਾ ਪਰਵਾਹ ਨਾ ਕਰੋ। ਹੁਣ ਜੇ ਕੋਈ ਬੰਦਾ ਆਪਾਂ ਨੂੰ ਇਸ ਲੁੱਕ ਦੇ ਵਿੱਚ ਪਿਆਰ ਕਰ ਰਿਹਾ ਤਾਂ ਆਪਣਾ ਫਰਜ਼ ਬਣਦਾ ਐਜ਼ ਅ ਆਰਟਿਸਟ ਬੀਇੰਗ ਅ ਪਬਲਿਕ ਫਿਗਰ ਕਿ ਤੁਸੀਂ ਇਸ ਲੁੱਕ ਨੂੰ ਅੱਗੇ ਕੰਟੀਨਿਊ ਕਰੋ। ਐਂਡ ਜਦੋਂ ਕੋਈ ਪਰਸਨ ਤੁਹਾਨੂੰ ਕੋਰੇ ਵੀ 2 ਸਾਲ ਹੋ ਗਿਆ ਲੁੱਕ ਨੂੰ ਤੁਸੀਂ ਚੇਂਜ ਕਰ ਦੋ, ਚੇਂਜ ਕਰ ਸਕਦੇ ਆਪਾਂ। ਸੋ ਇਹ ਲੁੱਕਸ ਨਾਲ ਤੁਸੀਂ ਐਕਸਪੈਰੀਮੈਂਟ, ਇੱਕ ਆਰਟਿਸਟ ਹਮੇਸ਼ਾ ਉਹੀ ਅੱਛਾ ਹੋਊਗਾ ਜਿਹੜਾ ਵੀ ਲੁੱਕਸ ਨਾਲ ਐਕਸਪੈਰੀਮੈਂਟ ਕਰੂ। ਬਿਲਕੁਲ। ਔਰ ਉਹਨੂੰ ਕੈਰੀ ਵੀ ਚੰਗੀ ਤਰ੍ਹਾਂ ਕਰੇ, ਐਕਸਪੈਰੀਮੈਂਟ ਵੀ ਕਰੇ ਔਰ ਉਹਨੂੰ ਕੈਰੀ ਵੀ ਚੰਗੀ ਤਰ੍ਹਾਂ ਕਰੇ ਉਸ ਕਰੈਕਟਰ ਨੂੰ। ਤੇ ਫਿਰ ਉਸ ਤੋਂ ਬਾਅਦ ਗਾਣੇ ਦੇ ਬਾਅਦ ਕੀ ਸਟਰਗਲ ਸੀ? ਉਸ ਤੋਂ ਬਾਅਦ ਬਸ ਇਹ ਸਟਰਗਲ ਕੁਝ ਖਾਸ ਨਹੀਂ ਰਹੀ। ਸਟਰਗਲ ਇੱਦਾਂ ਰਹੀ ਕਿ ਹੁਣ ਜੇ
ਇੱਕ ਪਾਸੇ ਤਾਂ ਤੁਹਾਨੂੰ ਕੋਈ ਲਿੰਕ ਮਿਲ ਕਿਉਂਕਿ ਸਟਰਗਲ ਮੈਂ ਇਸ ਕਰਕੇ ਕਿਉਂਕਿ ਦੇਖੋ ਪਹਿਲਾ ਗਾਣਾ ਤਾਂ ਕਿਸਮਤ ਨਾਲ ਮਿਲ ਗਿਆ ਹਨਾ। ਮੈਂ ਇਥੇ ਗੱਲ ਤੇ ਆਉਣ ਲੱਗਾ ਸੀਗਾ ਕਿਉਂਕਿ ਹੁਣ ਸਟਰਗਲ ਨਾਲ ਜਸਟ ਕੋਈ ਨਾ ਕੋਈ ਕਿਸ ਦਾ ਲਿੰਕ ਬਣਦਾ ਹੁੰਦਾ ਜਿਸ ਥਰੂ ਬੰਦਾ ਇੱਕ ਸ਼ੋਕੇਸ ਹੁੰਦਾ ਕਿਸ ਦੇ ਅੱਗੇ ਫਰੇਮ ਦੇ ਵਿੱਚ ਆਉਂਦਾ। ਹੁਣ ਉਹ ਤੋਂ ਬਾਅਦ ਤਾਂ ਤੁਹਾਡੀ ਮਿਹਨਤ ਤੇ ਤੁਹਾਡੀ ਡੈਡੀਕੇਟਡ ਦੇ ਉੱਪਰ ਕੰਮ ਹੈ ਨਾ। ਜਸਟ ਫੋਰ ਐਗਜ਼ਾਮਪਲ ਮੈਂ ਤੁਹਾਨੂੰ 2 ਗਾਣੇ ਕਰਾਤੇ ਆਪਣੇ ਨਾਲ, ਤੁਸੀਂ ਮੇਰੇ ਯਾਰ ਦੋਸਤੋ ਮੈਂ ਕਰਾਤੇ। ਹੁਣ ਜੇ 2 ਗਾਣੇ ਦੇ ਵਿੱਚ ਤੁਹਾਡੀ ਪਰਫਾਰਮੈਂਸ ਹੀ ਨਹੀਂ ਹੈਗੀ, ਤੁਹਾਡੇ ਉਹਦੇ ਵਿੱਚ ਐਕਟਿੰਗ ਸਕਿੱਲਸ ਹੀ ਨਹੀਂ ਹੈਗੇ, ਤੁਹਾਨੂੰ ਅਗਲੇ ਗਾਣੇ ਨਹੀਂ ਮਿਲਣਗੇ। ਬਿਲਕੁਲ ਫਿਰ ਤੁਸੀਂ ਰਹਿ ਜਾਓਗੇ, ਫਿਰ ਲਿੰਕ ਬੇਸਡ ਹੀ ਰਹਿ ਜਾਓਗੇ ਵੀ ਭਾਈ ਇੱਕ ਗਾਣਾ ਮਿਲ ਜੋ ਤੁਹਾਨੂੰ 2 ਕਰੋ, ਬਾਅਦ ਵਿੱਚ ਤੁਸੀਂ 5-10 ਕਰ ਲਓਗੇ। ਬਿਲਕੁਲ ਜੇ ਤੁਸੀਂ ਲੌਂਗ ਟਰਮ ਦੇ ਵਿੱਚ ਕੰਮ ਕਰਨਾ ਤਾਂ ਤੁਹਾਨੂੰ ਉਹਦੇ ਵਿੱਚ ਫੀਲਡ ਦੇ ਵਿੱਚ ਪ੍ਰੋਪਰ ਡੈਡੀਕੇਟਡ ਹੋਣਾ ਪੈਣਾ, ਉਹਦੇ ਵਿੱਚ ਤੁਹਾਨੂੰ ਸਟੱਡੀ ਵੀ ਕਰਨੀ ਪੈਣੀ ਹੈ ਤੇ ਉਹਦੇ ਨਾਲ ਤੁਹਾਨੂੰ ਜੁੜ ਕੇ ਰਹਿਣਾ ਪੈਣਾ। ਬਿਲਕੁਲ। ਸੋ ਸਟਰਗਲ ਇਹ ਨਹੀਂ ਹੁੰਦੀ ਹਰ ਚੀਜ਼ ਉਹ ਚਲੋ ਆਪਣੀ ਆਪਣੀ ਡੈਸਟੀਨੀ ਹੈ। ਕਿਸੇ ਨੂੰ ਘਰੇ ਬੈਠੇ ਚਾਂਸ ਮਿਲ ਜਾਂਦਾ, ਕਿਸੇ ਨੂੰ ਅੱਜ ਦੀ ਡੇਟ 'ਚ ਵੀ ਕਈ ਮੇਰੇ ਤੋਂ ਬਹੁਤ ਵੱਡੇ ਆਰਟਿਸਟ ਹੋਣਗੇ ਜਿਨ੍ਹਾਂ ਨੂੰ ਇੰਨਾ ਕੰਮ ਨਹੀਂ ਮਿਲਿਆ, ਹੁਣ ਉਹ ਕੁਝ ਸਟਾਰਸ ਹੁੰਦੇ ਨੇ ਲੱਕ ਦੇ ਵਿੱਚ। ਬਟ ਕੰਮ ਛੋਟਾ ਹੋਵੇ ਵੱਡਾ ਹੋਵੇ ਫੁੱਲੀ ਡੈਡੀਕੇਟਡ ਨਾਲ ਕਰੋ। ਬੀਇੰਗ ਆਰਟਿਸਟ ਮੈਂ ਤਾਂ ਕਹਿੰਦਾ ਕਿ ਮੈਨੂੰ ਚਲੋ ਨੋ ਡਾਊਟ ਮੈਨੂੰ 70% ਰੋਲ ਮੈਂ ਐਜ਼ ਅ ਨੈਗੇਟਿਵ ਕੀਤੇ ਨੇ, ਲੀਡ ਦੇ ਵਿੱਚ ਕੀਤੇ ਨੇ। ਬਟ ਜੇ ਅੱਜ ਦੀ ਡੇਟ ਦੇ ਵਿੱਚ ਮੈਨੂੰ ਕੋਈ ਕਵੇ ਭਿਖਾਰੀ ਦਾ ਰੋਲ ਕਰਨਾ ਹੈ ਮੈਂ ਉਹ ਵੀ ਕਰੂੰਗਾ, ਮੈਨੂੰ ਕੋਈ ਡਾਕਟਰ ਦਾ ਕਰੇ ਮੈਂ ਉਹ ਵੀ ਕਹੂੰਗਾ, ਪੁਲਿਸ ਵਾਲੇ ਦਾ ਕਰੇ ਮੈਂ ਉਹ ਵੀ ਕਰੂੰਗਾ, ਮੈਨੂੰ ਕੋਈ ਕਵੇ ਕੋਈ ਪਾਗਲ ਬੰਦੇ ਦਾ ਰੋਲ ਕਰਨਾ ਮੈਂ ਉਹ ਵੀ ਕਰੂੰਗਾ। ਆਰਟਿਸਟ ਹੋਣ ਦੇ ਨਾਤੇ ਮੈਂ ਹਰ ਰੋਲ ਨੂੰ ਐਕਸੈਪਟ ਕਰੂੰਗਾ। ਤੇ ਫਿਰ ਕਿੱਦਾਂ ਗਾਣੇ ਮਿਲੇ, ਹੋਰ ਕਿਹੜੇ ਸਟਾਰਸ ਨਾਲ ਕੰਮ ਕੀਤਾ? ਮੈਂ ਰਣਜੀਤ ਬਾਵਾ ਜੀ ਨਾਲ ਕੰਮ ਕੀਤਾ, ਮੈਂ ਦਿਲਪ੍ਰੀਤ ਢਿੱਲੋਂ ਵੀਰੇ ਨਾਲ ਕੰਮ ਕੀਤਾ। ਦਿਲਪ੍ਰੀਤ ਢਿੱਲੋਂ ਨਾਲ ਕਿਹੜਾ ਗਾਣਾ? ਗੁੰਡੇ ਇੱਕ ਵਾਰ ਫਿਰ, ਜਿਸ ਦੇ ਵਿੱਚ ਸ਼ਹਿਨਾਜ਼ ਗਿੱਲ, ਬਾਣੀ ਸੰਧੂ ਸੀਗੇ, ਅਸੀਂ ਇਕੱਠੇ ਗਾਣਾ ਕੀਤਾ। ਰਣਜੀਤ ਬਾਵਾ ਜੀ ਨਾਲ ਬੈਡ ਕੰਪਨੀ ਮੇਰਾ ਪ੍ਰੋਜੈਕਟ ਬਹੁਤ ਵਧੀਆ ਸੀਗਾ। ਅਪਾਰਟ ਫਰੋਮ ਦੈਟ ਕਮਲ ਖਹਿਰਾ, ਇੰਦਰਜੀਤ ਨਿੱਕੂ ਤੇ ਹੋਰ ਵੀ ਇੰਡਸਟਰੀ ਦੇ ਕਾਫੀ ਜਿੰਨੇ ਮਤਲਬ ਕੋਈ ਸਟਾਰ ਛੱਡਿਆ ਨਹੀਂ ਹੈ ਤੁਸੀਂ? ਅੰਮ੍ਰਿਤ ਮਾਨ ਦੇ ਨਾਲ ਵੀ, ਅੰਮ੍ਰਿਤ ਮਾਨ ਭਾਈ ਦੇ ਨਾਲ ਮੇਰਾ ਗਾਣਾ ਉਹ ਬੜਾ ਕਲਿੱਕ ਹੋਇਆ ਸੀ। ਉਹਦੇ ਵਿੱਚ ਸ਼ਾਰਟ ਰੋਲ ਸੀ ਮੇਰਾ, ਇੱਕ ਕੈਮੀਓ ਸੀਗਾ ਪੈਗ ਦੀ ਬਾਸ਼ਨਾ, ਤੇ ਉਹਦੇ ਵਿੱਚ ਉਹ ਗਾਣਾ ਮੇਰਾ ਬੜਾ ਕਲਿੱਕ ਹੋਇਆ। ਕੁਝ ਚੀਜ਼ ਹੁੰਦੇ ਨੇ ਪ੍ਰੋਜੈਕਟ ਬਹੁਤ ਸਾਰੇ ਕਲਿੱਕ ਤੁਹਾਡਾ ਕੁਝ ਹੁੰਦਾ। ਸੋ ਗਿੱਪੀ ਭਾਜੀ ਵਾਲਾ ਗਾਣਾ, ਦਿਲਪ੍ਰੀਤ ਵੀਰੇ ਵਾਲਾ ਗਾਣਾ, ਅੰਮ੍ਰਿਤ ਮਾਨ ਵੀਰੇ ਦਾ ਗਾਣਾ ਜਿਹੜਾ ਸੀ ਕੀਤਾ ਸੀ ਉਹ ਲੋਕਾਂ ਨੇ ਬਹੁਤ ਕਲਿੱਕ ਕੀਤਾ। ਅੱਛਾ, ਫਿਰ ਇਹ ਤਾਂ ਚੱਲ ਰਹੀ ਸੀ ਐਕਟਿੰਗ, ਹਾਂਜੀ ਹਨਾ, ਇਹ ਆਪਣਾ ਐਂਟਰਟੇਨਮੈਂਟ ਇੰਡਸਟਰੀ ਚੱਲ ਰਹੀ ਸੀ। ਹਾਂਜੀ ਹਾਂਜੀ। ਫਿਰ ਇਹ ਕਦ ਸੋਚਿਆ ਕਿ ਯਾਰ ਮੈਂ ਹੁਣ ਨਿਊਟ੍ਰੀਸ਼ਨ ਵੱਲ ਔਰ ਇਹ ਆਪਣਾ ਬੋਡੀ ਬਿਲਡਿੰਗ ਵੱਲ ਮੈਂ ਚੱਲਣਾ? ਇਹ ਬ੍ਰਦਰ ਜਦੋਂ ਕੋਵਿਡ ਆਇਆ ਨਾ, ਕੋਵਿਡ ਇੱਕ ਇਹੋ ਜਿਹੀ ਸਟ੍ਰਾਈਕ ਸੀਗੀ ਕਿ ਕਈ, ਮੇਰਾ ਨਹੀਂ ਇਕੱਲੇ ਦਾ, ਕਈ ਜਾਣਿਆਂ ਦੀਆਂ ਫੀਲਡਸ ਉਹਨਾਂ ਨੇ ਚੇਂਜ ਕਰਤੀਆਂ। ਬਿਲਕੁਲ। ਹੁਣ ਕੋਵਿਡ ਆਇਆ, 3 ਮਹੀਨੇ ਦਾ ਲੋਕਡਾਊਨ ਲੱਗਿਆ, ਘਰੇ ਬਹਿ ਗਏ ਸਾਰੇ ਬੰਦ ਹੋ ਕੇ। ਹੁਣ ਸ਼ੂਟਸ ਨਹੀਂ ਹੋ ਰਹੇ, ਤੁਹਾਡੇ ਕੋਈ ਇਵੈਂਟ ਨਹੀਂ ਹੋ ਰਹੇ, ਤੁਹਾਡਾ ਕੋਈ ਪ੍ਰੋਗਰਾਮ ਨਹੀਂ ਹੋ ਰਿਹਾ ਜਿੱਥੇ ਤੁਸੀਂ ਜਾ ਰਹੇ ਹੋ। ਸੋ ਟੋਟਲੀ ਕੱਟ ਆਫ ਹੋ ਗਿਆ। 5 ਜਣੇ ਤੋਂ ਬਾਅਦ ਇਕੱਠੇ ਹੋ ਨਹੀਂ ਸੀ ਸਕਦੇ ਕਿਤੇ। ਸੋ ਪਹਿਲਾਂ ਤਾਂ ਹਫਤਾ 10 ਦਿਨ ਜਦੋਂ ਲੋਕਡਾਊਨ ਸੀ, ਅਸੀਂ ਟਿਕਟੌਕ 'ਚ ਸੀਗਾ, ਉਦੋਂ ਬੜਾ ਲੋਕਾਂ ਨੇ ਹੈ ਨਾ ਟਾਈਮ ਟਿਕਟੌਕ ਨੇ ਪਾਸ ਕਰਾਇਆ ਸੀ, ਉਹਦੇ ਟਿਕਟੌਕਸ ਬਣਾਈ ਜਾਣੀਆਂ, ਰੀਲਸ ਬਣਾਈ ਜਾਣੀਆਂ। ਬਿਲਕੁਲ। ਤੇ ਉਸ ਤੋਂ ਬਾਅਦ ਫਿਰ ਮੇਰੀ, ਕਿਉਂਕਿ ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੁੰਦਾ, ਸਟਾਈਲ ਹੁੰਦਾ, ਮੇਰਾ ਸੀਗਾ ਵੀ ਮੈਂ 3 ਮਹੀਨੇ ਘਰੇ ਬਹਿ ਕੇ ਬਰਬਾਦ ਨਹੀਂ ਕਰਨੇ। ਜਿੱਧਰ ਨੂੰ ਮੇਰਾ ਇੰਟਰਸਟ ਹੈ ਮੈਂ ਉੱਧਰ ਚੀਜ਼ ਨੂੰ ਸਟੱਡੀ ਕਰੂੰਗਾ। ਸੋ ਮੈਂ ਲੋਕਡਾਊਨ ਦੇ ਵਿੱਚ ਸੋਚਿਆ ਕਿ ਜੇ ਘਰੇ, ਕਿਉਂਕਿ ਮੈਂ ਸਨੈਪਚੈਟ ਸਿੱਖਿਆ, ਕੋਈ ਪਨੀਰ ਦੇ ਪਕੌੜੇ ਬਣਾ ਰਿਹਾ, ਕੋਈ ਮੈਗੀਆਂ ਬਣਾ ਰਿਹਾ, ਇੰਨੀਆਂ ਜੰਕ ਫੂਡ ਦੀਆਂ ਰੈਸਪੀਜ਼ ਲੋਕਾਂ ਨੇ ਟਰਾਈ ਕੀਤੀਆਂ। ਬਟ ਮੈਂ ਖਾ ਕੇ ਅੰਦਰੋਂ ਅੰਦਰ ਮੈਨੂੰ ਲੱਗਦਾ ਸੀ ਵੀ ਯਾਰ ਇੱਕ ਤਾਂ ਕੋਵਿਡ ਆਇਆ ਹੋਇਆ, ਠੀਕ ਹੈ, ਇਹ ਕੋਵਿਡ ਕਿਉਂ ਆਇਆ? ਆਪਣੀ ਇਮਿਊਨਿਟੀ ਵੀਕ ਕਰਕੇ ਵੀ ਆਪਾਂ ਨੂੰ ਵਾਇਰਸ ਹੈ ਇੱਕ। ਹੁਣ ਇਹਦੇ ਵਿੱਚ ਜੇ ਆਪਾਂ ਆਪਣੀ ਇਮਿਊਨਿਟੀ ਹੋਰ ਵੀਕ ਕਰ ਲਾਂਗੇ ਤਾਂ ਆਪਾਂ ਸਕਸੈਸ ਕਿੱਥੋਂ ਹੋਵਾਂਗੇ? ਸੋ ਮੇਰਾ ਮੋਟਿਵ ਇਹ ਸੀਗਾ ਕਿ ਮੈਂ ਉਦੋਂ ਲੋਕਾਂ ਨੂੰ ਸਮਝਾਉਣ ਲੱਗਿਆ ਸੀ ਬੋਲ ਕੇ ਤੁਸੀਂ ਅੱਛੀ ਡਾਈਟ ਫੋਲੋ ਕਰੋ, ਸਿਸਟਮ ਅੱਛਾ ਰੱਖੋ। ਕਰਦੇ ਕਰਾਂਦੇ ਫਿਰ ਮੈਂ ਚੂਜ਼ ਕੀਤਾ ਕਿ ਮੈਂ ਆਨਲਾਈਨ ਕੋਰਸ ਸਟਾਰਟ ਕਰੂੰਗਾ। ਉਸ ਤੋਂ ਪਹਿਲਾਂ ਤੁਸੀਂ ਕਰ ਰਹੇ ਸੀਗੇ? ਉਸ ਤੋਂ ਪਹਿਲਾਂ ਲਾਈਕ ਮੇਰਾ ਇੰਟਰਸਟ ਲਾਈਕ ਇਦਾਂ ਪ੍ਰੋਫੈਸ਼ਨਲੀ ਨਹੀਂ ਸੀਗਾ ਇਹ ਕੋਰਸ ਦੇ ਵਿੱਚ, ਮੈਂ ਇਹਦਾ ਕਰਦਾ ਰਹਿੰਦਾ ਸੀ। ਇੰਡੀਵਿਜੂਅਲ ਤੁਸੀਂ ਕਰ ਰਹੇ ਸੀ? ਇੰਡੀਵਿਜੂਅਲ ਕਰਦਾ ਰਹਿੰਦਾ ਸੀਗਾ। ਫਿਰ ਕਰਦੇ ਫਿਰ ਮੈਂ ਇੱਕ ਕੋਰਸ ਤੋਂ ਸ਼ੁਰੂ ਕੀਤਾ, ਫਿਰ ਕੋਰਸ ਤੋਂ ਕਦੇ ਇੱਕ ਕਨਸੈਪਟ ਡਿਗਰੀ ਤੱਕ ਪਹੁੰਚਿਆ। ਤੇ ਅੱਛਾ, ਪਹਿਲੇ ਸਟੱਡੀ ਕੀਤੀ? ਹਾਂਜੀ ਸਟੱਡੀ ਕੀਤੀ। ਅੱਛਾ, ਕੋਵਿਡ ਤੋਂ ਮੇਰੀ ਸਟੱਡੀ ਸਟਾਰਟ ਹੋ ਗਈ ਸੀ ਤੇ ਅੱਜ ਤੱਕ ਕੰਟੀਨਿਊ ਚੱਲ ਰਹੀ ਆ। ਅੱਛਾ, ਮਤਲਬ ਕਿ ਉਹੀ ਤੁੱਕੇ ਨਹੀਂ ਕਰ ਰਹੇ ਆਪਾਂ ਪੂਰਾ। ਐਂਡ ਫਿਟਨੈਸ ਵੀਰੇ ਲਾਈਨ ਹੀ ਹੈ ਜੀ ਇਸ ਦੇ ਵਿੱਚ, ਜੇ ਤੁਸੀਂ ਸਟੱਡੀ ਕੀਤੇ ਤੋਂ ਬਿਨਾਂ ਆਓਗੇ ਤੁਸੀਂ ਕਿਸੇ ਦੀ ਹੈਲਥ ਨਾਲ ਕਿਵੇਂ ਖਿਲਵਾੜ ਕਰ ਸਕਦੇ ਹੋ? ਬਿਲਕੁਲ ਇਹ ਚੀਜ਼ ਆ। ਤੇ ਕਿੰਨਾ ਔਖਾ ਹੈ ਸਿੱਖਣਾ ਇਸ ਚੀਜ਼? ਔਖਾ ਬ੍ਰਦਰ ਇਹ ਹੈ ਕਿ ਫਿਟਨੈਸ ਲਾਈਨ ਦੇ ਵਿੱਚ ਨਾ ਫਸਟ ਆਫ ਆਲ ਕਿ ਸਟੱਡੀ ਫਿਕਸਡ ਨਹੀਂ ਹੈਗੀ। ਹਰ ਇੱਕ 2 ਸਾਲ ਬਾਅਦ ਨਵੀਆਂ ਬਿਮਾਰੀਆਂ ਆਉਂਦੀਆਂ, ਨਵੇਂ ਉਹਦੇ ਪ੍ਰੀਵੈਂਟਿਵ ਮੈਸ਼ਰਸ ਆਉਂਦੇ ਨੇ। ਸੋ ਇਸ ਦੇ ਵਿੱਚ ਤਾਂ ਸਟੱਡੀ ਹਮੇਸ਼ਾ ਹੀ ਕੰਟੀਨਿਊ ਰਹਿੰਦੀ ਹੈ। ਕਦੇ ਵੀ ਇਹਦੇ ਵਿੱਚ ਬੰਦਾ ਇਹ ਨਹੀਂ ਕਰ ਸਕਦਾ ਕਿ ਮੈਂ ਨਿਊਟ੍ਰੀਸ਼ਨ ਦੀ ਡਿਗਰੀ ਲੈ ਲਈ, ਹੁਣ ਮੈਂ ਸਾਰੇ ਲੋਕਾਂ ਨੂੰ ਠੀਕ ਕਰ ਦੂੰਗਾ। ਜਦੋਂ ਮੈਂ ਨਿਊਟ੍ਰੀਸ਼ਨ ਪੜ੍ਹਿਆ ਸੀ ਉਦੋਂ ਤਾਂ ਆਹ ਬਿਮਾਰੀ ਦਾ ਕਨਸੈਪਟ ਹੀ ਨਹੀਂ ਜਿਹੜੀ ਅੱਗੇ ਆਉਣ ਵਾਲੀ ਹੈ। ਬਿਲਕੁਲ ਅਪ ਟੂ ਡੇਟ ਰਹਿਣਾ ਪੈਂਦਾ ਇਸ ਦੇ ਵਿੱਚ। ਤੇ ਭਾਜੀ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਬਿਲਕੁਲ ਸਟੱਡੀ ਕੀਤੀ ਹੈ ਨਾ ਆਪਣਾ ਵੇਟ ਮੈਨੇਜਮੈਂਟ ਦੇ ਉੱਪਰ। ਅੱਜ ਵੀ ਚੱਲ ਰਹੀ ਹੈ। ਹਾਂ, ਉਹ ਤਾਂ ਤੁਸੀਂ ਜਦੋਂ ਦੱਸਿਆ ਕਿ ਨਵੀਂ ਬਿਮਾਰੀ ਆਉਂਦੀ ਤੇ ਉਹਦੇ ਬਾਰੇ ਪੜ੍ਹਨਾ ਪੈਂਦਾ ਤੇ ਉਹਦੇ ਬਾਰੇ। ਤੇ ਕਿੰਨਾ ਕੁ ਔਖਾ ਹੈ ਲੋਕਾਂ ਨੂੰ ਇਹ ਸਮਝਾਉਣਾ ਕਿ ਯਾਰ ਜੋ ਮੈਂ ਕਹਿ ਰਿਹਾ ਉਹਨੂੰ ਟਰਾਈ ਕਰੋ ਇੱਕ ਵਾਰ, ਕਿਉਂਕਿ ਲੋਕੀ ਮੈਨੂੰ ਲੱਗਦਾ ਕਿ ਮੰਨਦੇ ਨਹੀਂ ਆਪਣੇ ਪੰਜਾਬੀ ਨਾ। ਦੇਖੋ ਬੜਾ ਇਹ ਇੰਪੋਰਟੈਂਟ ਕੁਐਸਚਨ ਆ ਅੱਜ ਦੇ ਟਾਈਮ ਦੇ ਵਿੱਚ ਜੋ ਅੱਜ ਦਾ ਹਾਲਾਤ ਚੱਲ ਰਿਹਾ। ਦੇਖੋ ਸਭ ਤੋਂ ਪਹਿਲੀ ਤਾਂ ਚੀਜ਼ ਇਹ ਹੈ ਕਿ ਰੱਬ ਨੇ ਤੁਹਾਡੇ ਹੱਥ 'ਚ ਸਿਰਫ ਇੱਕ ਚੀਜ਼ ਦਿੱਤੀ ਆ। ਬਿਲਕੁਲ। one and only thing that's in your hand which is your body। yes।
ਤੁਹਾਡੇ ਸਰੀਰ ਤੋਂ ਇਲਾਵਾ ਤੁਹਾਡੇ ਹੱਥ 'ਚ ਕੁਝ ਨਹੀਂ ਹੈ। ਤੁਹਾਡੇ ਨਾਲ ਕੱਲ੍ਹ ਕੀ ਹੋਣਾ ਤੁਹਾਨੂੰ ਨਹੀਂ ਪਤਾ। ਤੁਹਾਡੇ ਤੁਸੀਂ ਅੱਜ ਬੈਠੇ ਹੋ ਤਾਂ ਕੱਲ੍ਹ ਤੁਹਾਡੇ ਇਨਵੈਸਟਮੈਂਟ ਜਿੱਥੇ ਤੁਸੀਂ ਕੀਤੀ ਤੁਹਾਡੇ ਬਿਜ਼ਨਸ ਦਾ ਕੀ ਹੋਣਾ ਤੁਹਾਨੂੰ ਨਹੀਂ ਪਤਾ ਹੈ ਨਾ। ਮਾਰਕੀਟ ਦੇ ਅਪ ਡਾਊਨ ਕੀ ਨੇ ਤੁਹਾਨੂੰ ਨਹੀਂ ਪਤਾ। ਜਿਹੜੀ ਚੀਜ਼ ਤੁਹਾਨੂੰ ਪਤਾ ਹੈ ਉਹ ਤੁਹਾਨੂੰ ਪਤਾ ਕਿ ਮੇਰੀ ਬੋਡੀ ਹੈ। ਸੋ ਅੱਜ ਦੀ ਡੇਟ ਦੇ ਵਿੱਚ ਹੁਣ ਜਦੋਂ ਕਈ ਵਾਰ ਲੋਕਾਂ ਨੂੰ ਨਾ ਬਹੁਤ ਆਪਾਂ ਕਹਾਵਤ ਕਹਿੰਦੇ ਸੁਣਿਆ ਹੋਊਗਾ ਕਿ ਲੈ ਅਸੀਂ ਤਾਂ ਖਾਂਦੇ ਪੀਂਦੇ ਮਰ ਜਾਵਾਂਗੇ, ਕੋਈ ਚੱਕਰ ਨਹੀਂ, ਖਾਂਦੇ ਪੀਂਦੇ ਰੱਬ ਚੱਕ ਲਵੇ, ਚੱਕਰ ਨਹੀਂ, ਇਹ ਗਲਤ ਸੋਚ ਆ। ਕਿਉਂਕਿ ਆਪਣੀ ਬੋਡੀ ਦੇ ਜਿਹੜੇ ਵਾਈਟਲ ਆਰਗਨਸ ਨੇ, ਆਪਣਾ ਹਾਰਟ ਹੋ ਗਿਆ, ਆਪਣੇ ਲਿਵਰ ਹੋ ਗਿਆ, ਆਪਣੇ ਕਿਡਨੀ ਹੋ ਗਏ, ਲੋਕੀ ਇਹਦੇ ਵੱਲ ਧਿਆਨ ਦਿੰਦੇ ਹੀ ਨਹੀਂ। ਰੱਬ ਨੇ ਤੁਹਾਨੂੰ ਇੱਕ ਪੁਰਜਾ ਬਣਾ ਕੇ ਭੇਜਿਆ, ਇਹਦੇ ਅੰਦਰ ਬਹੁਤ ਮਕੈਨਿਜ਼ਮ ਹੈ। ਜਦੋਂ ਲੋਕ ਕਿਸੇ ਨੂੰ ਬੰਦਾ ਸਾਹਮਣੇ ਡਾਕਟਰ ਬਹਿ ਕੇ ਕਹਿ ਦਿੰਦਾ ਵੀ ਤੇਰੀ ਬਈ ਰਿਪੋਰਟਸ ਦੇ ਵਿੱਚ ਆਹ ਚੀਜ਼ ਤੇਰੇ ਟ੍ਰਾਈਗਲਿਸਰਾਈਡਸ ਅਪ ਹੋ ਗਏ, 200+ ਹੋ ਗਏ, ਤੈਨੂੰ ਹੁਣ ਆਇਲ ਫਰੀ ਖਾਣਾ ਪੈਣਾ, ਤੈਨੂੰ ਫਰਾਈਡ ਫੂਡ ਛੱਡ, ਫਿਰ ਬੰਦਾ ਨੈਚੁਰਲੀ ਛੱਡਦਾ। ਕੋਈ ਵੀ ਬੰਦਾ ਇਹੋ ਜਿਹਾ ਹੈਗਾ ਜਿਹਨੂੰ ਜਿਹੜਾ ਮਰਨ ਤੋਂ ਕਹਿੰਦਾ ਹੋਵੇ ਵੀ ਕੋਈ ਚੱਕਰ ਨਹੀਂ, ਮੌਤ ਆ ਜਾਵੇ, ਹਰ ਬੰਦਾ ਡਰਦਾ। ਬਿਲਕੁਲ ਹਰ ਬੰਦਾ ਜੀਣਾ ਚਾਹੁੰਦਾ। ਹਰ ਬੰਦੇ ਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਹੈ, ਕਿਉਂਕਿ ਬਹੁਤ ਪ੍ਰੀਸ਼ੀਅਸ ਚੀਜ਼ ਹੈ, ਇੱਕ ਵਾਰ ਤੁਹਾਨੂੰ ਲਾਈਫ 'ਚ ਮਿਲੀ ਆ। ਜੇ ਤੁਸੀਂ ਕਹੋਗੇ ਕੋਈ ਚੱਕਰ ਨਹੀਂ, ਤਾਂ ਖਾਣਾ ਪੀਣਾ ਤੁਹਾਨੂੰ ਕੱਲ੍ਹ ਚੱਕਦਾ, ਅੱਜ ਚੱਕ ਲਵੇ, ਫਿਰ ਉਹਦੇ ਵਰਗਾ ਬੰਦਾ ਹੀ ਨਹੀਂ ਹੈਗਾ ਕੋਈ। ਮੈਂ ਤਾਂ ਕਹਿਣਾ ਵੀ ਉਹਦੇ ਵਰਗਾ ਬੇਵਕੂਫ ਬੰਦਾ ਨਹੀਂ ਹੋਊਗਾ ਜਿਹੜਾ ਆਪਣੀ ਦਿਨ ਦੇ ਵਿੱਚੋਂ 1 ਘੰਟਾ ਆਪਣੀ ਬੋਡੀ ਦੇ ਲਈ ਨਾ ਕੱਢੇ। ਜਿੰਨੇ ਮਰਜ਼ੀ ਕੰਮ ਨੇ, ਜਿੰਨੀਆਂ ਮਰਜ਼ੀਆਂ ਚੀਜ਼ਾਂ ਨੇ, ਜਿੰਨੇ ਮਰਜ਼ੀ ਤੁਹਾਡੀ ਸਟ੍ਰੈਸਫੁਲ ਲਾਈਫ ਆ, ਆਪਣੀ ਹੈਲਥ ਲਈ 1 ਘੰਟਾ ਕੱਢਣਾ ਜ਼ਰੂਰੀ ਹੈ। ਨੋ ਡਾਊਟ ਖਾਓ ਪੀਓ, ਮੈਂ ਨਹੀਂ ਕਹਿੰਦਾ ਰੈਸਟ੍ਰਿਕਟਡ ਲਾਈਫ ਰੱਖੋ, ਹਮੇਸ਼ਾ ਤੁਸੀਂ ਸੈਲਡਸ ਖਾਓ, ਹੈਲਦੀ ਖਾਓ, ਇਹ ਨਾ ਖਾਓ। ਤੁਸੀਂ ਭਟੂਰੇ ਖਾਣੇ ਤੁਹਾਨੂੰ ਸ਼ੌਂਕ ਹੈ ਖਾਓ, ਕਈ ਲੋਕਾਂ ਨੂੰ ਡਰਿੰਕ ਦਾ ਸ਼ੌਂਕ ਹੈ ਡਰਿੰਕ ਕਰੋ, ਮਿੱਠਾ ਖਾਣਾ ਮਿੱਠਾ ਖਾਓ, ਬਟ ਉਹਨੂੰ ਕੰਸਿਸਟੈਂਟਲੀ ਨਾ ਰੱਖੋ ਨਾ। ਉਹਨੂੰ ਕਦੇ ਕਦੇ ਓਕੇਜਨਲੀ ਰੱਖੋ ਤਾਂ ਕੋਈ ਚੀਜ਼ ਨਹੀਂ ਖਰਾਬ ਕਰੂਗੀ। ਜਦੋਂ ਦੇਖੋ ਜਦੋਂ ਕਿਸੇ ਵੀ ਚੀਜ਼ ਅੱਗੇ ਓਵਰ ਲੱਗ ਜਾਂਦਾ ਨਾ, ਉਹ ਚੀਜ਼ ਖਰਾਬ ਕਰ, ਚਾਹੇ ਓਵਰ ਸਪੀਡ ਹੋਵੇ, ਓਵਰ ਕੌਨਫੀਡੈਂਸ ਹੋਵੇ, ਓਵਰ ਈਟਿੰਗ ਹੋਵੇ, ਓਵਰ ਲਿਮਿਟ ਹੋਵੇ, ਜਿਸ ਮਰਜ਼ੀ ਸ਼ਬਦ ਤੁਸੀਂ ਓਵਰ ਲਾ ਦਿਓ ਉਹ ਚੀਜ਼ ਗਲਤ ਹੋ ਜਾਂਦੀ ਹੈ। ਲਿਮਿਟ ਦੇ ਵਿੱਚ ਰਹਿ ਕੇ ਇੰਜੋਏ ਕਰੋ, ਪਲੱਸ ਆਪਣੀ ਬੋਡੀ ਦੇ ਲਈ ਧਿਆਨ ਰੱਖੋ। ਹੁਣ ਜਦੋਂ ਕੋਈ ਡਾਕਟਰ ਕਿਸੇ ਨੂੰ ਕਹਿੰਦਾ ਵੀ ਮੁਸੀਬਤ ਪੈ ਗਈ ਤੇਰੇ ਤੇ, ਹੁਣ ਤੈਨੂੰ ਕਰਨਾ, ਫਿਰ ਬੰਦਾ ਜਦੋਂ ਹਸਪੀਟਲ ਪਿਆ, ਫਿਰ ਬੰਦਾ ਕਹਿੰਦਾ ਮੈਂ ਪਹਿਲਾਂ ਕਰ ਲੈਂਦਾ ਮੱਚ ਬੈਟਰ। ਸਹੀ ਗੱਲ ਹੈ। ਜਦੋਂ ਮੇਰਾ ਭਾਰ 80 ਕਿਲੋ ਸੀਗਾ, ਬੰਦਾ ਕਹਿੰਦਾ ਉਦੋਂ ਮੈਂ ਘਟਾ ਲੈਂਦਾ, ਸੌਖਾ ਹੋ ਜਾਣਾ ਸੀ 60 ਤੱਕ। ਹੁਣ ਮੇਰਾ ਭਾਰ 110 ਕਿਲੋ ਹੋ ਗਿਆ, ਹੁਣ ਮੇਰੀ ਮਜਬੂਰੀ ਹੋ ਗਈ ਕਰਵਾਉਣਾ। ਬਹੁਤ ਸੋ ਆਪਣੇ weight ਨੂੰ, ਆਪਣੀ ਹੈਲਥ ਨੂੰ ਮਜਬੂਰੀ ਨਾ ਬਣਾਓ ਫਿਟਨੈਸ ਲਾਈਨ ਤੇ ਲਿਆਉਣ ਲਈ। ਇਹਨੂੰ ਸ਼ੌਂਕੀਆ ਤੌਰ ਤੇ ਰੱਖ ਕੇ ਕਰੋ ਵੀ ਜਦੋਂ ਤੁਸੀਂ 80 ਕਿਲੋ ਹੀ ਉਦੋਂ ਕੰਟਰੋਲ ਕਰ ਲਓ ਤਾਂ ਬੈਟਰ। 100 ਕਿਲੋ ਦੇ ਅੱਗੇ ਨੂੰ ਫਿਰ ਮਜਬੂਰੀ ਹੋ ਜਾਊ। ਸੋ ਫਿਟਨੈਸ ਅੱਜ ਦੇ ਟਾਈਮ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ, ਕਿਉਂਕਿ ਹੁਣ ਦੇਖੋ ਐਵਰੇਜ ਲਾਈਫ ਸਪੈਨ ਇੱਕ ਇੰਡੀਅਨ ਦਾ ਕਿੰਨਾ ਰਹਿ ਗਿਆ, 65 ਤੋਂ 70 ਸਾਲ ਰਹਿ ਗਏ, 65 ਸਾਲ ਰਹਿ ਗਿਆ। ਹੁਣ ਤੁਸੀਂ ਚਾਹੋਗੇ ਕਿ ਮੈਂ 65 ਸਾਲ ਜੀਵਾਂ? ਤੁਹਾਡੇ ਜਿਹੜੇ ਪੁਰਾਣੇ ਰਿਲੇਟਿਵ ਸੀਗੇ, ਜਿਹੜੇ ਤੁਹਾਡੇ ਪੁਰਾਣੇ ਬਜ਼ੁਰਗ ਸੀਗੇ, ਉਹ 80 90 ਸਾਲ ਜੀ ਕੇ ਗਏ। ਤੁਸੀਂ ਨਹੀਂ ਚਾਹੁੰਦੇ ਵੀ ਤੁਸੀਂ 90 ਸਾਲ ਦੀ ਲਾਈਫ ਜੀ ਕੇ ਮਰੋ? ਮਰਨਾ ਸਾਰਿਆਂ ਨੇ ਹੈ, ਮਰਨਾ ਇੱਕ ਫੈਕਟ ਆ, ਬਟ ਅਨਨੈਸੈਸਰੀਲੀ ਹਾਰਟ ਅਟੈਕਸ ਨਾਲ ਨਾ ਮਰੋ, ਬਿਮਾਰੀਆਂ ਨਾਲ ਨਾ ਮਰੋ। ਜਦੋਂ ਟਾਈਮ ਆਵੇ ਉਦੋਂ ਮਰਨਾ, ਰੱਬ ਚੱਕ। ਜਿਸ ਚੀਜ਼ ਨੂੰ ਅਸੀਂ ਮਤਲਬ ਕਿ ਜਿੱਦਾਂ ਹੁਣ ਕੋਈ ਬਿਮਾਰੀਆਂ ਨੇ ਜਿਹੜੀ ਹੈਲਥ ਰਿਲੇਟਡ, ਜਿਹਨਾਂ ਨੂੰ ਆਪਾਂ ਰੋਕ ਸਕਦੇ ਹਾਂ, ਉਹਨਾਂ ਨੂੰ ਰੋਕਣਾ ਚਾਹੀਦਾ। ਜਿੱਦਾਂ ਫੈਟ ਹੈ ਨਾ, ਉਹਨੂੰ ਆਪਾਂ ਅੱਜ ਦੀ ਡੇਟ 'ਚ ਕੈਂਸਰ ਤੋਂ ਬੜੀ ਬਿਮਾਰੀ ਤਾਂ ਨਹੀਂ ਕੋਈ ਨਾ। ਕੈਂਸਰ ਤੱਕ ਵੀ ਕਿਉਰੇਬਲ ਹੈ ਜੇ ਤੁਸੀਂ ਆਪਣੀ ਡਾਈਟ ਅੱਛੀ ਰੱਖੋ। ਬਿਲਕੁਲ ਫਸਟ ਸਟੇਜ ਦਾ ਕੈਂਸਰ ਕਿਉਰ ਹੋ ਸਕਦਾ ਡਾਈਟ ਦੇ ਨਾਲ। ਹੁਣ ਸਟ੍ਰੈਸ ਲੋਕੀ ਇਹਨਾਂ ਲਈ ਬੈਠੇ, ਅੱਜ ਦੀ ਡੇਟ 'ਚ ਡਿਪਰੈਸ਼ਨ ਇਹਨਾਂ, ਐਂਗਜ਼ਾਈਟੀ ਇੰਨੀ ਹੈ, ਉਹਦੇ ਕਰਕੇ ਲੋਕੀ ਡਾਇਬਟਿਕ ਪੇਸ਼ੈਂਟਸ ਹੋ ਰਹੇ ਨੇ। ਸੋ ਡਾਇਬਟੀਜ਼ ਹੁੰਦੀ ਹੈ, ਉਹਦੇ ਨਾਲ ਬੰਦੇ ਦਾ ਇਨਸੂਲਿਨ ਲੈਵਲ ਹਿਲਦਾ। ਸੋ ਸਾਰੀਆਂ ਬਿਮਾਰੀਆਂ ਦੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਕਿਹੜੀ ਹੈ ਸਟ੍ਰੈਸ। ਤੁਹਾਨੂੰ ਕੀ ਲੱਗਦਾ, ਤੁਸੀਂ ਇੰਨੇ ਰੋਜ਼ ਪੇਸ਼ੈਂਟਸ ਤੋਂ ਮਿਲਦੇ ਹੋ ਹੈ ਨਾ, ਤੁਸੀਂ ਰੋਜ਼ ਡੀਲ ਕਰਦੇ ਹੋ, ਤੁਹਾਨੂੰ ਕੀ ਪ੍ਰੋਬਲਮ ਲੱਗ ਰਹੀ ਹੈ ਕਿ ਜਿਹੜੀ ਇਹ ਚੀਜ਼ ਵੱਧ ਰਹੀ ਹੈ ਲੋਕਾਂ 'ਚ? ਸਟ੍ਰੈਸ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ, ਸਟ੍ਰੈਸ ਤੇ ਐਂਗਜ਼ਾਈਟੀ, ਡਿਪਰੈਸ਼ਨ। ਜਦੋਂ ਤੁਹਾਡੇ ਦਿਮਾਗ ਤੇ ਸਟ੍ਰੈਸ ਆ, ਜਦੋਂ ਤੁਸੀਂ ਕਿਸੇ ਡਿਪਰੈਸ ਸਟੇਜ ਦੇ ਵਿੱਚ ਹੋ, ਤੁਸੀਂ ਜਿੰਨੀ ਮਰਜ਼ੀ ਵਰਕਆਊਟ ਕਰ ਲਓ, ਜਿੰਨੀ ਮਰਜ਼ੀ ਹੈਲਦੀ ਡਾਈਟ ਲੈ ਲਓ, ਦੁਨੀਆ ਦੇ ਮਸ਼ਹੂਰ ਤੋਂ ਮਸ਼ਹੂਰ ਡਾਈਟੀਸ਼ੀਅਨ ਕੋਲ, ਤੁਹਾਡੀ ਬੋਡੀ ਉੱਪਰ ਵਰਕ ਨਹੀਂ ਕਰਨੀ। ਅੱਛਾ। ਕਿਉਂਕਿ ਜਿਹੜੇ ਆਪਣੇ ਹਾਰਮੋਨਸ ਨੇ ਨਾ, ਇਹ ਆਪਣੇ ਦਿਮਾਗ ਦੇ ਥਰੂ ਚੱਲਦੇ ਨੇ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਯੂਰ ਬ੍ਰੇਨ ਇਜ਼ ਅ ਬਿਗੇਸਟ ਮਸਲ ਇਨ ਯੂਰ ਬੋਡੀ। ਤੁਸੀਂ ਆਪਣੇ ਦਿਮਾਗ ਨੂੰ ਜਦ ਤੱਕ ਮੈਂਟਲੀ ਸਟੇਬਿਲਿਟੀ ਨਹੀਂ ਦਿੰਦੇ ਹੈਗੇ, ਉਦੋਂ ਤੱਕ ਤੁਹਾਡੀ ਬੋਡੀ ਨੇ ਕੁਝ ਨਹੀਂ ਕਰਨਾ ਹੈਗਾ, ਚਾਹੇ ਉਹ ਜਿਹੜੀ ਮਰਜ਼ੀ ਫੀਲਡ ਹੋਵੇ। ਤੁਸੀਂ ਹੈਲਦੀ ਡਾਈਟ ਲਓ, ਕੋਈ ਫਾਇਦਾ ਨਹੀਂ। ਤੁਸੀਂ ਵਰਕਆਊਟ ਕਰੋ, ਜਿਮ ਜਾਓ, ਕੋਈ ਫਾਇਦਾ ਨਹੀਂ। ਸੋ ਮੈਂਟਲੀ ਸਟੇਬਿਲਿਟੀ ਅੱਜ ਦੀ ਡੇਟ ਦੇ ਵਿੱਚ ਬਹੁਤ ਵੱਡੀ ਚੀਜ਼ ਹੈ, ਜਿਹੜੀ ਹਰ ਇੱਕ ਚੀਜ਼ ਨੂੰ ਕੰਟਰੋਲ ਕਰਨੀ ਚਾਹੀਦੀ ਹੈ। ਡਿਪਰੈਸ਼ਨ ਠੀਕ ਹੈ ਅੱਜ ਦੀ ਡੇਟ 'ਚ ਬ੍ਰਦਰ, ਕੋਈ ਵੀ ਇੱਕ ਚੀਜ਼ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੂੰਗਾ। ਆਪਾਂ ਸਾਰੇ ਕਹਿੰਦੇ ਵੀ ਆਪਣੀ ਲਾਈਫ 'ਚ ਬਹੁਤ ਪ੍ਰੋਬਲਮ ਨੇ। ਇੱਕ ਚੀਜ਼ ਕਹੂੰਗਾ, ਕਿਉਂਕਿ ਮੇਰਾ ਆਉਣਾ ਜਾਣਾ ਬਹੁਤ ਰਹਿੰਦਾ ਹੈ, ਜਿਹਦਾ ਮੈਂ ਨਾਮ ਲੈਣ ਲੱਗਿਆ ਹਸਪੀਟਲ 'ਚ, PGI। ਜਿਹੜੇ ਬੰਦੇ ਨੂੰ ਲੱਗਦਾ ਹੈ ਕਿ ਮੇਰੀ ਲਾਈਫ ਤੋਂ ਮੈਂ ਸੈਟਿਸਫਾਈਡ ਨਹੀਂ ਹੈਗਾ, ਉਹ ਮੇਰੇ ਕਹੇ ਤੇ ਨਾ ਇੱਕ ਗੇੜਾ PGI ਦਾ ਐਮਰਜੈਂਸੀ ਵਾਰਡ ਦਾ ਮਾਰ ਲਓ, ਇੱਕ ਚੱਕਰ ਕੱਟਿਓ, 2 ਮਿੰਟ ਤੁਹਾਡੇ ਤੋਂ ਖੜਿਆ ਨਹੀਂ ਜਾਣਾ ਉੱਥੇ, ਤੁਹਾਨੂੰ ਪਤਾ ਚੱਲ ਜੂ ਤੁਸੀਂ ਕਿੰਨੇ ਲੱਕੀ ਹੋ। ਬਿਲਕੁਲ। ਲੋਕਾਂ ਕੋਲ ਉੱਥੇ ਸੌਣ ਲਈ ਨਹੀਂ ਜਗ੍ਹਾ ਹੈਗੀ, ਫੁੱਟਪਾਥ ਤੇ ਉਹਨਾਂ ਦੇ ਰਿਸ਼ਤੇਦਾਰ ਸੌ ਰਹੇ ਨੇ। ਸੋ ਉੱਥੇ ਜਾ ਕੇ ਬੰਦਾ ਹੱਥ ਜੋੜਦਾ ਹੈ ਕਿ ਰੱਬ ਨੇ ਸਾਨੂੰ 2 ਬਾਹਾਂ ਨਾਲ ਅਸੀਂ ਰੋਟੀ ਖਾ ਰਹੇ ਹਾਂ, ਹੱਥਾਂ ਦੇ ਨਾਲ 2 ਪੈਰ ਨਾਲ ਅਸੀਂ ਚੱਲ ਫਿਰ ਰਹੇ ਹਾਂ, ਆਪਾਂ ਆਪਣੀ ਜ਼ਿੰਦਗੀ ਜੀ ਰਹੇ ਹਾਂ, ਬਹੁਤ ਵਧੀਆ। ਬਿਲਕੁਲ। ਸੋ
ਅਪਸ ਐਂਡ ਡਾਊਨ ਆਰ ਅ ਪਾਰਟ ਆਫ ਲਾਈਫ, ਵੀ ਹੈਵ ਟੂ ਡੀਲ ਵਿਦ ਦੈਟ। ਬਟ ਜੇ ਕੋਈ ਬੰਦਾ ਕਹਿ ਰਿਹਾ ਕਿ ਆਪਣੀ ਲਾਈਫ ਤੋਂ ਨਾ ਖੁਸ਼ ਹੈ, ਉਹ ਪੀਜੀ ਚੱਲ ਕੇ ਗੇੜਾ ਮਾਰ ਲਓ, ਉਹਨੂੰ ਪਤਾ ਚੱਲ ਜੂ ਉਹਦੀ ਲਾਈਫ ਕਿੰਨੀ ਪ੍ਰੀਸ਼ੀਅਸ ਹੈ। ਸੋ ਮੈਂਟਲੀ ਸਟੇਬਿਲਿਟੀ ਜ਼ਰੂਰ ਲੈ ਕੇ ਆਓ ਆਪਣੇ ਮਾਈਂਡ ਦੇ ਵਿੱਚ। ਡਿਪਰੈਸ਼ਨ, ਸਟ੍ਰੈਸ, ਉਹਨਾਂ ਨਾਲ ਕੋਈ ਫਾਇਦਾ ਨਹੀਂ ਹੋਣਾ, ਤੁਹਾਡੀ ਪ੍ਰੋਬਲਮ ਤਾਂ ਸੋਲਵ ਹੋਣੀ ਨਹੀਂ। ਜਿਹੜੀ ਤੁਹਾਡੇ ਕੋਲ ਇੱਕ ਚੀਜ਼ ਹੈ ਉਹ ਤੁਸੀਂ ਖਰਾਬ ਕਰ ਰਹੇ ਹੋ, ਦੈਟਸ ਯਰ ਬੋਡੀ। ਸੋ ਮੈਂਟਲੀ ਸਟੇਬਿਲਿਟੀ ਬਹੁਤ ਇੰਪੋਰਟੈਂਟ ਹੈ ਅੱਜ ਦੇ ਟਾਈਮ। ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ ਨਾ ਲਾਈਫ 'ਚ। ਮੈਂ ਤਾਂ ਕਹਿਣਾ ਹੁੰਦਾ ਕਿ ਪੋਜ਼ਿਟਿਵਿਟੀ ਸਪਰੈਡ ਕਰੋ, ਪੋਜ਼ਿਟਿਵ ਆਪਣਾ ਸਰਕਲ ਰੱਖੋ। ਜੇ ਤੁਹਾਨੂੰ ਕੋਈ ਲੱਗਦਾ ਨੈਗੇਟਿਵਿਟੀ ਕੋਈ ਕ੍ਰੀਏਟ ਕਰ ਰਿਹਾ ਤੁਹਾਡੇ ਸਰਕਲ ਦੇ ਵਿੱਚ, ਉਹ ਤੋਂ ਬਾਹਰ ਹੋ ਜਾਓ, ਜਾਂ ਤਾਂ ਉਹਨੂੰ ਬਾਹਰ ਕੱਢ ਦਿਓ ਜਾਂ ਤੋਂ ਆਪ ਸਟੈਪ ਬੈਕ ਹੋ ਜਾਓ। ਰਾਈਟ। ਸੋ ਜਿੰਨੀ ਤੁਸੀਂ ਪੋਜ਼ਿਟਿਵਿਟੀ ਸਪਰੈਡ ਕਰੋਗੇ, ਜਿੰਨੇ ਤੁਸੀਂ ਪੋਜ਼ਿਟਿਵ ਲੋਕਾਂ ਨਾਲ ਮਿਲੋਗੇ, ਓਨੇ ਹੀ ਤੁਹਾਡੇ ਵਿੱਚ ਪੋਜ਼ਿਟਿਵ ਚੇਂਜਸ ਆਉਣਗੇ। ਤੇ ਤੁਸੀਂ ਕਿੱਥੋਂ ਇੰਨੇ ਪੋਜ਼ਿਟਿਵ ਰਹਿੰਦੇ ਹੋ ਕਿ ਮੈਂ ਬ੍ਰਦਰ ਪਹਿਲਾਂ ਮੈਂ ਤੁਹਾਨੂੰ ਦੱਸਦਾ, ਜਦੋਂ ਪਹਿਲਾਂ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਕਿਸੇ ਨੇ ਨੈਗੇਟਿਵ ਕਮੈਂਟ ਟੱਚ ਵੁੱਡ ਅੱਜ ਤੱਕ ਕਿਸੇ ਨੇ ਮੇਰੇ ਕੀਤਾ ਨਹੀਂ ਇਹ ਨਾ। ਜਦੋਂ ਇੱਕ ਅੱਧਾ ਕਿਸੇ ਨੇ ਕਰਤਾ, ਉਹ ਤੁਹਾਡੇ ਹੁੰਦੇ ਆਪਣੀ ਨਹੀਂ, ਪਤਾ ਵੀ ਹੁੰਦਾ ਕਈ ਵਾਰ ਵੀ ਯਾਰ ਦੋਸਤ ਦੇ ਵਿੱਚੋਂ ਇਹ ਬੰਦਾ ਹੈਗਾ, ਇਹ ਜਿਹੜਾ ਖਾਰ ਖਾਂਦਾ ਨਾ, ਜੈਲਸੀ ਖਾਰ ਖਾਂਦਾ, ਤੇ ਉਹ ਨੈਗੇਟਿਵ ਕਮੈਂਟ ਉਹ ਬੜਾ ਉਦੋਂ ਓਫੈਂਸਿਵ ਹੋ ਜਾਂਦਾ ਸੀ ਵੀ ਸਾਲੇ ਨੇ ਗਾਲ ਕਿਵੇਂ ਕੱਢਤੀ ਸਾਨੂੰ, ਇਹ ਕਿਵੇਂ ਕਹਿਤਾ, ਉਹ ਕਿਵੇਂ ਕਹਿਤਾ, ਹੈ ਨਾ। ਬਟ ਹੌਲੀ ਹੌਲੀ ਨਾ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਹੈ, ਉਵੇਂ ਤੁਹਾਡੀ ਸੋਚ ਦੇ ਵਿੱਚ ਨਾ ਇੱਕ ਸਟੇਬਿਲਿਟੀ ਆਉਣ ਲੱਗ ਜਾਂਦੀ ਹੈ। ਤੁਸੀਂ ਨੈਗੇਟਿਵ ਲੋਕਾਂ ਦੀ ਪਰਵਾਹ ਕਰਨੀ ਛੱਡ ਦਿੰਦੇ ਹੋ। ਟੱਚ ਵੁੱਡ ਬਾਈ ਗੋਡਸ ਗ੍ਰੇਸ ਅੱਜ ਦੀ ਡੇਟ 'ਚ ਜਿੰਨੇ, ਕਿਉਂਕਿ ਮੇਰੀ ਫੀਲਡ ਹੀ ਇੱਦਾਂ ਕਿ ਮੈਂ ਹਰੇਕ ਨੂੰ ਮੈਸੇਜ ਦੇਣਾ ਪੋਜ਼ੀਟਿਵ, ਵੀ ਆਪਣੀ ਸਿਹਤ ਦੇ ਬਾਰੇ ਆਪਣੀ, ਮੇਰੀ ਤਾਂ ਹੁਣ ਲਾਈਨ ਹੀ ਹੈ ਕਿ ਸਾਰਿਆਂ ਨੂੰ ਕਹਿੰਦਾ ਫਿੱਟ ਰਹੋ, ਆਪਣੀ ਹੈਲਥ ਦਾ ਧਿਆਨ ਰੱਖੋ। ਇਹ ਬਟ ਫਿਰ ਵੀ ਕੋਈ ਬੰਦਾ ਹੁੰਦਾ ਨੈਗੇਟਿਵ, ਮੇਰੇ ਨਾਲ ਨਹੀਂ ਤੁਹਾਡੇ ਨਾਲ ਵੀ, ਕੋਈ ਕਿਸੇ ਨਾਲ ਵੀ, ਕਿਸੇ ਦੇ ਇੰਸਟਾ 'ਤੇ ਵੀ ਹੈਂਡਲ 'ਤੇ ਤੁਹਾਡਾ ਯਾਰ ਤੁਸੀਂ ਕਰਦਾ, ਉਹਨੂੰ ਇਗਨੋਰ ਕਰੋ। ਸੋ ਇਹ ਜਿਹੜੀ ਮੈਚਿਓਰਿਟੀ ਹੈ ਅਤੇ ਪੋਜ਼ੀਟਿਵਿਟੀ ਹੈ ਨਾ, ਇਹ ਤੁਹਾਨੂੰ ਐਕਸਪੀਰੀਅੰਸ ਦੇ ਨਾਲ ਆਉਂਦੀ ਹੈ, ਇਹ ਟਾਈਮ ਦੇ ਨਾਲ ਆਉਂਦੀ ਹੈ। ਮੈਂ ਹਮੇਸ਼ਾ ਕਹਿੰਦਾ ਟਾਈਮ ਬਹੁਤ ਵੱਡਾ ਗੁਰੂ ਆ। ਮੈਂ ਆਪਣਾ ਗੁਰੂ ਟਾਈਮ ਨੂੰ ਮੰਨਦਾ। ਟਾਈਮ ਬਹੁਤ ਚੀਜ਼ਾਂ ਤੁਹਾਨੂੰ ਆਪਣੇ ਆਪ ਸੁਧਾਰ ਦਿੰਦਾ। ਇਹ ਚੀਜ਼ ਨੈਗੇਟਿਵ ਲੋਕਾਂ ਨੇ ਕਦੇ ਕਹਿ ਨੂੰ ਹਟਣਾ ਨਹੀਂ। ਉਹ ਤਾਂ ਹੈ। 10 ਬੰਦੇ ਤੁਹਾਨੂੰ ਪਿਆਰ ਕਰਦੇ ਨੇ ਬਹੁਤ ਹੈ, 11ਵਾਂ ਇੱਕ ਹੋਰ ਵੀ ਹੋਊਗਾ ਜਿਹੜਾ ਤੁਹਾਡੇ ਤੋਂ ਖਾਰ ਖਾਂਦਾ, ਉਹ ਵੀ ਤੁਹਾਡੇ ਆਪਣਾ ਹੀ ਹੋਊਗਾ, ਬਟ ਉਹਨੂੰ ਇਗਨੋਰ ਕਰੋ। ਕਮੈਂਟ ਕਰਦਾ ਕਰੀ ਜਾਓ, ਸਿਸਟਮ ਤੁਹਾਡੇ ਕੋਲ ਹੈ। ਜੇ ਤੁਹਾਨੂੰ ਨਹੀਂ ਬੰਦਾ ਲੱਗਦਾ, ਮੈਂ ਪਹਿਲਾਂ ਕਹਿੰਦਾ ਸਟੈਪ ਬੈਕ ਕਰ ਜਾਓ। ਇਹ ਚੀਜ਼ ਆ ਪੋਜ਼ੀਟਿਵਿਟੀ ਜਿਹੜੀ ਮੈਂ ਲੈ ਕੇ ਆਉਣਾ, ਆਪਣੇ ਟਾਈਮ ਤੋਂ ਹੀ ਲੈ ਕੇ ਆਉਣਾ। ਮੈਡੀਟੇਸ਼ਨ ਕਰੋ। ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰ ਦੋਗੇ ਨਾ, ਜਦੋਂ ਤੁਸੀਂ ਆਪਣੇ ਆਪ ਲਈ ਜੀਣਾ ਸ਼ੁਰੂ ਕਰੋਗੇ, ਤੁਹਾਨੂੰ ਉਦੋਂ ਪੋਜ਼ੀਟਿਵਿਟੀ ਦਿਖੂਗੀ। ਜਦੋਂ ਤੁਸੀਂ ਇਹ ਨਹੀਂ ਸੋਚੋਗੇ ਨਾਲ ਵਾਲੇ ਕੋਈ ਫੋਰਚੂਨਰ ਹੈ, ਮੇਰੇ ਕੋਲ ਆਹ ਜੈਨ ਰੱਖਿਓ, ਮੇਰੇ ਕੋਲ ਮਰੂਤੀ ਹੈ, ਮੇਰੇ ਕੋਲ ਉਹ ਕਿਉਂ ਨਹੀਂ, ਉਹ ਚੀਜ਼ਾਂ ਛੱਡ ਦਿਓ। ਤੁਹਾਡੇ ਕੋਲ ਮਰੂਤੀ ਹੈ, ਛੱਤ ਵਾਲੀ ਕਾਰ ਹੈ, ਇੰਜੋਏ ਕਰੋ। ਆਲਟੋ ਹੈ, ਇੰਜੋਏ ਕਰੋ। ਟਾਈਮ ਆਊਗਾ ਜਦੋਂ ਆਲਟੋ ਤੋਂ ਬਰੀਜ਼ਾ ਬਣੂਗੀ, ਬਰੀਜ਼ਾ ਤੋਂ ਫਿਰ ਆਡੀ ਬਣੂਗੀ, ਆਡੀ ਤੋਂ ਬਾਅਦ ਫਿਰ ਹੋਰ ਚੀਜ਼ ਬਣੇ। ਸੋ ਕੰਪੈਰੀਜ਼ਨ ਕਰਨਾ ਬੰਦ ਕਰ ਦਿਓ, ਪੋਜ਼ੀਟਿਵਿਟੀ ਤੁਹਾਡੇ 'ਚ ਉਦੋਂ ਆ ਜਾਊਗੀ। ਜੇ ਤੁਸੀਂ ਕੰਪੈਰੀਜ਼ਨ ਹੀ ਕਰੀ ਜਾਂਦੇ ਲੋਕਾਂ ਦੇ ਨਾਲ, ਆਈ ਨਹੀਂ ਸਕਦੀ ਪੋਜ਼ੀਟਿਵਿਟੀ। ਗਵਾਂਢੀ ਨੇ ਆਹ ਲੈ ਲਿਆ, ਮੇਰੇ ਕੋਲ ਹੈ ਨਹੀਂ, ਉਹਦੇ ਕੋਲ ਆਹ ਗੱਡੀ ਹੈ, ਮੋਬਾਈਲ ਹੈ, ਕੋਈ ਚੱਕਰ ਨਹੀਂ। ਕੰਮ ਤਾਂ ਉਹਨੇ ਵੀ ਚੱਲਣ ਦਾ ਕਰਨਾ, ਕੰਮ ਤਾਂ ਇਹਨੇ ਵੀ ਇਹੀ ਕਰਨਾ। ਇਹ ਚੀਜ਼ ਆ। ਅਤੇ ਮੈਂ ਕਹਿੰਦਾ ਚੀਜ਼ ਨੋਟਿਸ ਕਰ ਰਿਹਾ ਤੁਹਾਡੇ ਅੰਦਰ ਕਿ ਤੁਸੀਂ ਐਕਟਿੰਗ ਤਾਂ ਬਹੁਤ ਅੱਛੀ ਕਰਦੇ ਹੋ, ਹੈ ਨਾ। ਤੁਸੀਂ ਗਾਣੇ ਵੀ ਕੀਤੇ, ਹੈ ਨਾ। ਹਾਂਜੀ, ਮੈਂ ਕਿੰਨੇ ਗਾਣੇ ਕੀਤੇ? ਮੈਂ ਐਜ਼ ਅ ਸਿੰਗਰ ਵੀ 3-4 ਆਪਣੇ ਸਿੰਗਲ ਟਰੈਕਸ ਕੀਤੇ। ਮੈਂ ਆਪਣੇ ਸ਼ੌਂਕ ਨੂੰ ਕੋਈ ਅੰਦਰ ਨਹੀਂ ਰੱਖਦਾ। ਮੈਨੂੰ ਸ਼ੌਂਕ ਸੀ ਐਕਟਿੰਗ ਦਾ, ਮੈਂ ਉਹ 'ਚ ਵੀ ਸਕਸੈਸ ਕੀਤਾ। ਮੈਂ ਆਪਣੇ ਜਿਹੜੀ ਅਸਲੀ ਗੱਲ ਸੀਗੀ, ਮੈਂ ਉਹ ਕਹਿਣ ਲੱਗਾ ਸੀ, ਪਹਿਲੇ ਆਪਾਂ ਫਿਰ ਡਿਸਕਸ ਕਰਦੇ ਹਾਂ, ਕਿ ਉਹ ਸੀਗੀ ਕਿ ਮੈਂ ਦੇਖ ਰਿਹਾ ਕਿ ਗੌਰਵ ਲੋਕਾਂ ਨੂੰ ਤਾਂ ਸਮਝਾਤਾ, ਲੇਕਿਨ ਗੱਲਾਂ ਇੰਨੀ ਪੋਜ਼ੀਟਿਵ ਕਰਦਾ ਨਾ ਕਿ ਬੰਦਾ ਵੈਸੇ ਸਾਹਮਣੇ ਬੈਠਾ ਨਾ ਮੋਟੀਵੇਟ ਹੋ ਜਾਂਦਾ ਹੈ ਕਿ ਨਹੀਂ ਯਾਰ ਮੈਂ ਕੁਝ ਕਰਨਾ ਆਪਣੇ ਵਾਸਤੇ। ਹਾਂ, ਤੇ ਇਹ ਘਰਦਿਆਂ ਨੇ ਹੁੰਦਾ ਸੀ, ਪਾਪਾ ਕਦੀ ਕਰਦੇ ਸੀ ਮੋਟੀਵੇਟ? ਬਿਲਕੁਲ ਵੀ ਜੀ। ਤੁਹਾਡੀ ਜਿਹੜੀ ਮੇਨ ਰੂਟਸ ਸਟਾਰਟ ਹੁੰਦੇ ਤੁਹਾਡੇ ਪੇਰੈਂਟਸ ਦੀ ਅਪਬ੍ਰਿੰਗਿੰਗ ਤੋਂ ਹੀ ਸਟਾਰਟ ਹੁੰਦੇ ਨੇ। ਸੋ ਕੁਝ ਟਾਈਮ ਇਹੋ ਜਿਹਾ ਸੀਗਾ ਵੀ ਜਦੋਂ ਘਰਦਿਆਂ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਨਹੀਂ ਸੀ ਸੈੱਟ ਸੀ, ਪਰ ਉਹਨਾਂ ਨੇ ਹਰੇਕ ਮਾਂ ਪਿਓ ਆਪਣੇ ਬੱਚੇ ਨੂੰ ਹਮੇਸ਼ਾ ਆਪਣੇ ਤੋਂ ਵੱਧ ਖੁਸ਼ ਰੱਖਦਾ, ਜਿੰਨੀ ਉਹਦੀ ਡਿਮਾਂਡਿੰਗ ਹੈ ਨਾ ਉਹ ਤੋਂ ਵਧੀਆ। ਸੋ ਜਿਹੜੀ ਪੋਜ਼ੀਟਿਵਿਟੀ ਹੈ ਘਰਦਿਆਂ ਨੇ ਸ਼ੁਰੂ ਤੋਂ ਸਮਝਾਇਆ ਸੀਗਾ, ਤੁਸੀਂ ਜੋ ਕਰਨਾ ਲਾਈਫ ਦੇ ਵਿੱਚ ਕਰੋ, ਪਰ ਕਦੇ ਸਾਡਾ ਨਾਮ ਖਰਾਬ ਨਾ ਕਰਿਓ ਕਿਸੇ ਵੀ ਚੀਜ਼ 'ਚ ਜਾ ਕੇ। ਉਹਨਾਂ ਲੱਗੇ ਮੈਂ 7 ਸਾਲ ਚੰਡੀਗੜ੍ਹ ਰਿਹਾ, 8 ਸਾਲ ਚੰਡੀਗੜ੍ਹ ਦਿੱਤੇ, ਇੰਡਸਟਰੀ 'ਚ ਕੰਮ ਕੀਤਾ 5 ਸਾਲ। ਟੱਚ ਵੁੱਡ ਕਦੇ ਵੀ ਮੇਰੇ ਨਾਮ ਨੂੰ ਲੈ ਕੇ ਨਾ ਕੋਈ ਕਿਤੇ ਵਿੱਚ ਪੈਸਿਆਂ ਦਾ ਪੰਗਾ ਹੋਊਗਾ, ਨਾ ਕੋਈ ਕਿਸੇ ਪਿੱਛੋਂ ਕੋਈ ਕਰੈਕਟਰ ਦੇ ਵਿੱਚ ਕੋਈ ਗਲਤ ਚੀਜ਼ ਹੋਊਗੀ, ਨਾ ਕੋਈ ਨਸ਼ਿਆਂ ਦੇ ਤੌਰ 'ਤੇ ਗਲਤ ਚੀਜ਼ ਹੋਊਗੀ, ਤੇ ਨਾ ਕੋਈ ਮਿਸਯੂਜ਼ ਹੋਊਗਾ ਕਿਸੇ ਵੀ, ਚਾਹੇ ਮੇਰੇ ਫੈਨ ਦਾ ਕਹਿ ਲਓ, ਕਿਸੇ ਵੀ ਸਪੋਰਟਰ ਦਾ ਕਹਿ ਲਓ। ਸੋ ਜਦੋਂ ਘਰਦਿਆਂ ਨੇ ਸਮਝਾ ਕੇ ਤੋਰਿਆ ਸੀ ਨਾ, ਕਿਉਂਕਿ ਜਿਹਦੀ ਏਜ ਹੁੰਦੀ ਹੈ ਨਾ ਤੁਹਾਡੀ 18 ਤੋਂ 20 ਸਾਲ, ਉਦੋਂ ਜੇ ਤੁਹਾਨੂੰ ਸਮਝ ਆ ਗਈ ਤਾਂ ਆ ਗਈ, ਜੇ ਉਦੋਂ ਤੁਸੀਂ ਗਲਤ ਰਾਹ ਪੈ ਗਏ ਤਾਂ ਪੈ ਗਏ। ਸੋ ਉਦੋਂ ਅਸੀਂ ਘਰਦਿਆਂ ਨੇ ਅਪਬ੍ਰਿੰਗਿੰਗ ਇਹੋ ਜਿਹੀ ਦਿੱਤੀ ਸੀ ਵੀ ਜਿੱਥੇ ਮਰਜ਼ੀ ਜਾਣਾ, ਤੁਹਾਨੂੰ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ, ਜੋ ਖਾਣਾ ਪੀਣਾ ਪਾਣਾ ਈਚ ਐਂਡ ਤੁਸੀਂ ਆਪਣੀ ਪਸੰਦ ਦਾ ਕਰੋ, ਬਟ ਕਦੇ ਸਾਡਾ ਨਾਮ ਨਾ ਥੱਲੇ ਲਾਇਓ ਕਿਸੇ ਵੀ ਫੀਲਡ ਦੇ ਵਿੱਚ। ਇਹ ਚੀਜ਼ ਸੀ। ਤੇ ਮੈਂ ਇੱਕ ਚੀਜ਼ ਹੋਰ ਦੇਖੀ ਤੁਹਾਡੇ ਇੰਸਟਾਗ੍ਰਾਮ 'ਤੇ, ਤੁਸੀਂ ਮੰਮੀ ਦੇ ਬਹੁਤ ਕਲੋਜ਼ ਹੋ ਆਪਣੇ, ਹੈ ਨਾ। ਦੇਖੋ ਹਰ ਇੱਕ ਪੇਰੈਂਟਸ 'ਤੇ ਨਾ ਬੱਚਿਆਂ ਦਾ ਇੱਕ ਫੇਵਰੇਟ ਹੁੰਦਾ। ਹੁਣ ਲਾਈਕ ਮੇਰੀ ਸਿਸਟਰ ਦੀ ਮੇਰੇ ਡੈਡ ਨਾਲ ਜ਼ਿਆਦਾ ਬਣਦੀ ਹੈ। ਹਾਂ, ਮੇਰੀ ਯੰਗਰ ਸਿਸਟਰ ਹੈ, ਮੇਰੇ ਤੋਂ 5 ਸਾਲ ਛੋਟੀ, ਤੇ ਉਹ ਇੰਟੀਰੀਅਰ ਡਿਜ਼ਾਈਨਿੰਗ ਦਾ ਕੋਰਸ ਕਰ ਗਈ। ਠੀਕ ਹੈ। ਤੇ ਉਹ ਉਸ ਤੋਂ ਬਾਅਦ ਕੀ ਹੈ ਕਿ ਮੇਰੇ
ਮੇਰੀ ਮੇਰੇ ਮਮ ਦੇ ਨਾਲ ਜ਼ਿਆਦਾ ਬਣਦੀ ਹੈ। ਮੈਂ ਨਾ ਸ਼ੁਰੂ ਤੋਂ ਉਹ ਮੈਂ ਦੇਖਿਆ ਬਿਲਕੁਲ ਇੱਕਦਮ ਜਿੱਦਾਂ ਫਰੈਂਡਸ ਨਹੀਂ ਹੁੰਦੇ ਬੈਠੇ ਸ਼ੁਰੂ ਤੋਂ ਇਦਾਂ ਹੁੰਦਾ ਸੀਗਾ ਕਿ ਲਾਈਕ ਮੇਰੇ ਦੋਸਤ ਨਾ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਲਾਈਕ ਯਾਰ ਤੇਰਾ ਸਿਸਟਮ ਸਹੀ ਹੈ, ਸਾਡੇ ਤੋਂ ਕੋਈ ਗਲਤੀ ਹੋਵੇ ਨਾ ਅਸੀਂ ਸਾਨੂੰ ਘਰੇ ਦੱਸਣ ਨੂੰ ਫਿਰ ਵੀ 100 ਵਾਰ ਸੋਚਣਾ ਪੈਂਦਾ। ਤੂੰ ਤਾਂ ਜਾ ਕੇ ਮੰਮੀ ਆਹ ਚੀਜ਼ ਹੋ ਗਈ, ਆ ਤਾਂ ਨੰਬਰ ਸਾਡੇ ਇੰਨੇ ਘੱਟ ਆ ਗਏ ਤੇ ਆਹ ਸਕੂਲ ਸਾਡੇ ਤੋਂ ਆਹ ਗਲਤੀ ਹੋ ਗਈ, ਤੂੰ ਕਹਿੰਦਾ ਤੇਰੇ ਘਰ ਤੇਰੀ ਟੈਨਸ਼ਨ ਲੋ ਹੋ ਜਾਂਦੀ ਹੈ। ਸੋ ਸ਼ੁਰੂ ਤੋਂ ਹੀ ਪੇਰੈਂਟਸ ਨੇ ਸਿਖਾ ਕੇ ਤੋਰੇ ਸ਼ੁਰੂ ਤੋਂ ਬੜੀ ਵੀ ਗਲਤੀ ਹੋ ਜਾਵੇ ਨਾ ਤੁਸੀਂ ਸਾਨੂੰ ਆ ਕੇ ਦੱਸ ਦਿਓ, ਅਸੀਂ ਉਹਨੂੰ ਹੈਂਡਲ ਕਰ ਲਾਂਗੇ। ਸੋ ਇਹ ਚੀਜ਼ ਕਿ ਕਦੇ ਕਿਸੇ ਚੀਜ਼ ਤੋਂ ਕੁਝ ਲੁਕੋਇਆ ਨਹੀਂ ਘਰਦਿਆਂ ਤੋਂ, ਤੇ ਉਹੀ ਟਰਸਟ ਉਹਨਾਂ ਨੇ ਸਾਡੇ ਤੇ ਬਿਲਡ ਰੱਖਿਆ। ਪੈਸੇ ਮਿਲੇ ਘਰੋਂ, ਕਦੇ ਉਹਨੂੰ ਮਿਸਯੂਜ਼ ਨਹੀਂ ਕੀਤਾ, ਖੁੱਲ੍ਹ ਮਿਲੀ ਛੂਟ ਮਿਲੀ, ਕਦੇ ਉਹਦਾ ਮਿਸਯੂਜ਼ ਨਹੀਂ ਕੀਤਾ। ਸੋ ਟਰਸਟ ਇੱਦਾਂ ਹੀ ਬਣਦਾ ਹੈ ਨਾ। ਜੇ ਤੁਸੀਂ ਹੁਣ ਕਿਸੇ ਦੀ ਖੁੱਲ੍ਹ ਦਿੱਤੀ ਦਾ ਨਜਾਇਜ਼ ਫਾਇਦਾ ਚੱਕੋਗੇ ਤਾਂ ਓਬਵੀਅਸਲੀ ਤੁਹਾਡੇ ਪੇਰੈਂਟਸ ਦਾ ਤੁਹਾਡੇ ਟਰਸਟ ਨਹੀਂ ਰਹੂਗਾ। ਸੋ ਮੇਰੇ ਮਮ ਦੇ ਨਾਲ ਬੌਂਡ ਥੋੜਾ ਫਰੈਂਡਸ ਰਿਲੇਸ਼ਨ ਵਾਲਾ ਕਿ ਲਾਈਕ ਕੁਝ ਵੀ ਚੀਜ਼ ਹੋਵੇ ਮੈਂ ਸ਼ੇਅਰ ਕਰ ਲਿਆ ਤੇ ਉਹ ਮੇਰੀ ਹੈਲਪ ਕਰਦੇ ਨੇ। ਚਾਹੇ ਮੈਂ ਐਜ਼ ਅ ਸਿੰਗਰ ਵੀ ਗਾਣੇ ਮੈਂ ਲਿਖਤੀ ਦਾ ਬਹੁਤ ਸ਼ੌਕੀਨ, ਮੈਂ ਲਿਖਦਾ ਬਹੁਤ ਚੀਜ਼ਾਂ ਆਪਣੇ ਨਾਲ, ਜੋ ਇਹ ਹਲੇ ਲੋਕਾਂ ਨੂੰ ਪਤਾ ਨਹੀਂ, ਸ਼ੋਕੇਸ ਮੈਂ ਕਦੇ ਕੀਤੀ ਨਹੀਂ। ਮੈਂ ਕੁਝ ਯਾਦ ਹੈ, ਕੁਝ ਲਾਈਨਾਂ ਕੁਝ? ਮੈਂ ਇੱਕ ਕਵਿਤਾ ਸੁਣਾ ਦੇਣਾ ਜਿਹੜੀ ਕਿ ਅੱਜ ਤੱਕ ਮੈਂ ਕਿਸੇ ਨੂੰ ਨਹੀਂ ਸੁਣਾਈ। ਅੱਜ ਤੁਹਾਡੇ ਚੈਨਲ ਦੇ ਰੂਹੇ ਆਪਾਂ ਰਾਹੀਂ ਅਸੀਂ ਮੈਨੂੰ ਲੱਗਦਾ ਕਿ ਲੱਕੀਆਂ ਦੀ ਪਹਿਲੀ ਵਾਰ, ਤੇ ਉਹ ਕੁਛ ਇਹੋ ਜਿਹੀ ਚੀਜ਼ਾਂ ਮੈਂ ਲਿਖੀਆਂ ਹੋਈਆਂ ਕਿ ਜਿਹਦਾ ਜਵਾਬ ਕਿਸੇ ਸਾਇੰਟਿਸਟ ਕੋਲ ਨਹੀਂ ਗਾ, ਕਿਸੇ ਦੁਨੀਆ 'ਚ ਕਿਸੇ ਬੰਦੇ ਕੋਲ ਨਹੀਂ ਗਾ। ਉਹ ਮੈਂ ਲਿਖਿਆ ਸੀ ਕਿ ਕੌਣ ਚਲਾਉਂਦਾ ਇਹ ਹਵਾਵਾਂ ਨੂੰ, ਇਹਨਾਂ ਪਾਣੀ ਦੀਆਂ ਦਰਿਆਵਾਂ ਨੂੰ, ਕਿੰਜ ਅਸਮਾਨ 'ਚੋਂ ਬਦਲੀ ਮੀਂਹ ਦੀ ਇੱਥੇ ਵਰ ਜਾਂਦੀ, ਇੱਕ ਸੁੱਕੀ ਟਾਹਣੀ ਨਾਲ ਫੁੱਲਾਂ ਦੇ ਭਰ ਜਾਂਦੀ। ਕਿੰਜ ਚੜ੍ਹ ਕੇ ਸੂਰਜ ਚੰਨ ਚੜ੍ਹੇ ਆਉਂਦਾ ਰਾਤਾਂ ਨੂੰ, ਕੁਦਰਤ ਹੀ ਜਾਣੇ ਆਪਣੀਆਂ ਇਹ ਕਰਾਮਾਤਾਂ ਨੂੰ, ਕੁਦਰਤ ਹੀ ਜਾਣੇ ਆਪਣੀਆਂ ਇਹ ਕਰਾਮਾਤਾਂ ਨੂੰ। ਕਹਿੰਦਾ ਕਿੰਜ ਵੱਖ-ਵੱਖ ਦੇ ਆਕਾਰ ਦਿਖਣੇ ਪੱਤਿਆਂ 'ਚੋਂ, ਕਿੰਜ ਸ਼ਹਿਦ ਦੇ ਮਿੱਠਾ ਨਿਕਲੇ ਮੱਖੀ ਦੀਆਂ ਛੱਤਿਆਂ 'ਚੋਂ, ਕਿੰਜ ਪੱਥਰਾਂ ਨੂੰ ਖੜਕਾ ਕੇ ਅੱਗ ਹੈ ਬਲ ਜਾਂਦੀ, ਇੱਥੇ ਲੱਖ ਸੁਨਹਿਰੀ ਸ਼ਕਲ ਵੀ ਇੱਕ ਦਿਨ ਢਲ ਜਾਂਦੀ। ਵਿਗਿਆਨੀ ਵੀ ਨਾ ਸਮਝ ਪਾਏ ਇਹਨਾਂ ਬਾਤਾਂ ਨੂੰ, ਕੁਦਰਤ ਹੀ ਜਾਣੇ ਆਪਣੀਆਂ ਇਹ ਕਰਾਮਾਤਾਂ ਨੂੰ, ਕੁਦਰਤ ਹੀ ਜਾਣੇ ਆਪਣੀਆਂ ਇਹ ਕਰਾਮਾਤਾਂ ਨੂੰ। ਤੁਸੀਂ ਕਹਿੰਦਾ ਉੱਚੇ ਪਰਬਤ ਡੂੰਘੀਆਂ ਖਾਈਆਂ, ਆਕਾਸ਼ ਦੇ ਵਿੱਚ ਕਿੱਥੋਂ ਚਿੜੀਆਂ ਆਈਆਂ। ਬੜੀ ਇਹ ਡੂੰਘੀ ਗੱਲ ਹੈ। ਬਿਲਕੁਲ। ਉੱਚੇ ਪਰਬਤ ਡੂੰਘੀਆਂ ਖਾਈਆਂ, ਆਕਾਸ਼ ਦੇ ਵਿੱਚ ਕਿੱਥੋਂ ਚਿੜੀਆਂ ਆਈਆਂ, ਕਿੰਜ ਕੁੱਖ ਦੇ ਅੰਦਰ ਜਨਮ ਕਿਸੇ ਦਾ ਹੋ ਜਾਂਦਾ, ਇੱਥੇ ਮਰ ਕੇ ਬੰਦਾ ਖੌਰੇ ਕਿਧਰੇ ਖੋ ਜਾਂਦਾ। ਕਹਿੰਦਾ ਉੱਚੇ ਪਰਬਤ ਡੂੰਘੀਆਂ ਖਾਈਆਂ, ਆਕਾਸ਼ ਦੇ ਵਿੱਚ ਕਿੱਥੋਂ ਚਿੜੀਆਂ ਆਈਆਂ, ਕਿੰਜ ਕੁੱਖ ਦੇ ਅੰਦਰ ਜਨਮ ਕਿਸੇ ਦਾ ਹੋ ਜਾਂਦਾ, ਇੱਥੇ ਮਰ ਕੇ ਬੰਦਾ ਖੌਰੇ ਕਿਧਰੇ ਖੋ ਜਾਂਦਾ। ਕੌਣ ਹਨੇਰੇ ਤੋਂ ਦਿਨ ਕਰਦਾ ਏ ਪ੍ਰਭਾਤਾਂ ਨੂੰ, ਕੁਦਰਤ ਹੀ ਜਾਣੇ ਆਪਣੀਆਂ ਇਹ ਕਰਾਮਾਤਾਂ ਨੂੰ, ਕੁਦਰਤ ਹੀ ਜਾਣੇ ਆਪਣੀਆਂ ਇਹ ਕਰਾਮਾਤਾਂ ਨੂੰ। ਕੀ ਬਾਤ ਹੈ। ਬਹੁਤ ਡੂੰਘੀ ਲਿਖੀ ਹੋਈ ਹੈ। ਯੂ ਆਰ ਇਮੋਸ਼ਨਲ ਪਰਸਨ ਕਹਿ ਸਕਦੇ ਹੋ ਕਿ ਲਾਈਕ ਮੈਂ ਇੱਕ ਦਿਨ ਬੈਠਾ ਮਾਂ ਦੇ ਉੱਪਰ ਕੁਝ ਲਿਖ ਰਿਹਾ ਸੀ ਤਾਂ ਇਹ ਲਾਈਨਾਂ ਉੱਥੋਂ ਬਣੀਆਂ ਕਿ ਮੈਂ ਸੋਚਿਆ ਸਵਾਲ ਸੀ ਵੀ ਕੁੱਖ ਦੇ ਅੰਦਰ ਕਿਵੇਂ ਬੱਚਾ ਬਣ ਜਾਂਦਾ। ਸੋ ਮੈਨੇ ਵੀ ਕਿੰਜ ਕੁੱਖ ਦੇ ਅੰਦਰ ਜਨਮ ਕਿਸੇ ਦਾ ਹੋ ਜਾਂਦਾ, ਫਿਰ ਮੈਂ ਕਿਹਾ ਹੁਣ ਇੱਥੇ ਮਰ ਕੇ ਬੰਦਾ ਖੌਰੇ ਕਿੱਧਰੇ ਖੋ ਜਾਂਦਾ। ਜੋ ਚੀਜ਼ ਆਪਣੇ ਤੋਂ ਚੱਲ ਗਈ, ਜਿਹੜੇ ਦੁਨੀਆ ਤੋਂ ਨਿਕਲ ਗਏ, ਕਦੇ ਵਾਪਸੀ ਨਹੀਂ ਆ ਸਕਦੇ, ਹੈ ਨਾ। ਸੋ ਬੜੀਆਂ ਡੂੰਘੀਆਂ ਜੇ ਕੋਈ ਸਮਝੇ ਵੀ ਕੁੱਖ ਦੇ ਅੰਦਰ ਜਨਮ ਕਿਸੇ ਤੇ ਮਰ ਕੇ ਬੰਦਾ ਜਾਂਦਾ ਕਿਤੇ, ਕਿਸੇ ਨੂੰ ਨਹੀਂ ਪਤਾ। ਤੇ ਚੀਜ਼ਾਂ ਇਫੈਕਟ ਕਰਦੀਆਂ ਕੁਝ ਤੁਹਾਨੂੰ ਜਿਹੜੀ ਆਸ-ਪਾਸ ਹੁੰਦੀਆਂ ਸਾਡੇ, ਕੁਝ ਕਈ ਵਾਰ ਨੈਗੇਟਿਵ ਚੀਜ਼ਾਂ ਸਮਾਜ 'ਚ ਹੁੰਦੀਆਂ ਹੈ। ਬ੍ਰਦਰ ਜਿਹੜਾ ਇੱਕ ਲਿਰਿਸਿਸਟ ਹੁੰਦਾ ਨਾ, ਉਹ ਆਪਣੇ ਸਮਾਜ 'ਚ ਜੋ ਚੀਜ਼ਾਂ ਦੇ ਵਿੱਚ ਵਿਚਰਦਾ ਉਹਨਾਂ 'ਚੋਂ ਹੀ ਦੇਖ ਕੇ ਲਿਖਦਾ। ਮੈਨੂੰ ਕੋਈ ਕਹਿਣ ਦੀ ਡਾਊਟ ਨਹੀਂ ਹੈਗਾ। ਮੇਰੇ ਕਈ ਖੁਦ ਦੇ ਰਿਸ਼ਤੇਦਾਰ ਹੀ ਇਹੋ ਜਿਹੇ ਨੇ ਜਿਹੜੇ ਕਿ ਮਾੜੇ ਟਾਈਮ ਦੇ ਵਿੱਚ ਬਹੁਤ ਇੱਕੋ ਦਮ ਸਟੈਪ ਬੈਕ ਕੀਤਾ ਜਿਨ੍ਹਾਂ ਨੇ, ਤੇ ਮੈਨੂੰ ਕਹਿਣ 'ਚ ਬੜਾ ਪ੍ਰਾਊਡ ਹੈ। ਮੇਰੇ ਕੁਝ ਦੋਸਤ ਇਹੋ ਜਿਹੇ ਨੇ ਜਿਹੜੇ ਮਾੜੇ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਘਰ ਆ ਕੇ ਖੜੇ ਨੇ। ਸੋ ਮੈਂ ਤਾਂ ਰਿਸਪੈਕਟ ਓਬਵੀਅਸਲੀ ਆਪਣੇ ਦੋਸਤਾਂ ਨੂੰ ਦਊਂਗਾ, ਜਿਹੜੇ ਮੇਰੇ ਨਾਲ ਮਾੜੇ ਟਾਈਮ 'ਚ ਖੜੇ ਨੇ ਮੈਂ ਉਹਨਾਂ ਨੂੰ ਰਿਸਪੈਕਟ ਵੱਧ ਦਊਂਗਾ। ਸੋ ਜੋ ਚੀਜ਼ਾਂ ਤੁਸੀਂ ਐਕਸਪੀਰੀਅੰਸ ਕਰਦੇ ਹੋ ਲਾਈਫ ਦੇ ਵਿੱਚ, ਉਹ ਚੀਜ਼ਾਂ ਤੁਹਾਡੇ ਤੋਂ ਆਪਣੇ ਆਪ ਹੀ ਕਲਮ ਦੇ ਥਰੂ ਉਤਰ ਜਾਂਦੀਆਂ। ਸੋ ਇਹ ਚੀਜ਼ਾਂ ਸੀਗੀਆਂ, ਇੱਦਾਂ ਹੀ ਲਿਖਿਆ ਜਾਂਦਾ ਕਿਉਂਕਿ ਉਹ ਜੋ ਐਕਸਪੀਰੀਅੰਸ ਹੈ ਉਹੀ ਲਿਖਿਆ ਜਾਏਗਾ ਨਾ ਬੰਦੇ ਦਾ, ਹੈ ਨਾ, ਜੋ ਸਾਡੇ ਨਾਲ ਬੀਤ ਰਹੀ ਹੈ ਜਾਂ ਜੋ ਅਸੀਂ ਦੇਖ ਰਹੇ ਹਾਂ। ਮੈਂ ਤਾਂ ਇਹ ਕਹਿਣਾ ਕਿ ਅੱਜ ਦੀ ਡੇਟ ਦੇ ਵਿੱਚ ਜੇ ਤੁਹਾਡੇ ਨਾਲ 4 ਦੋਸਤ ਖੜੇ ਨੇ ਨਾ, 4 ਤੁਹਾਡਾ ਫਰੈਂਡ ਸਰਕਲ ਚੰਗੇ ਬੰਦਿਆਂ ਦਾ ਹੈਗਾ, ਤਾਂ ਤੁਹਾਡੇ ਨਾਲ ਵਧੀਆ ਲੱਕੀ ਪਰਸਨ ਨਹੀਂ ਜਗਦੇ ਹੈਗਾ। ਕੋਈ ਰਿਸ਼ਤੇਦਾਰ ਹਰੇਕ ਦੇ ਹੁੰਦੇ ਨੇ, ਜੈਲਸੀ ਮੈਟਰ, ਈਗੋ ਮੈਟਰ, ਇਹ ਹਰੇਕ ਕਿਸੇ ਹੁੰਦਾ। ਬਟ ਜੇ ਤੁਹਾਡੇ ਕੋਲ 4 ਦੋਸਤ ਨੇ ਨਾ, ਤੁਸੀਂ ਜ਼ਿੰਦਗੀ 'ਚ ਵਧੀਆ ਕੱਟ ਲਿਆ। ਤਾਂ ਮੈਂ ਗੁੱਗੂ ਗਿੱਲ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ, ਅੱਜ ਕੱਲ੍ਹ ਬਹੁਤ ਵਾਇਰਲ ਵੀ ਹੋ ਰਹੀ ਹੈ ਇੰਸਟਾਗ੍ਰਾਮ 'ਤੇ। ਉਹਦੇ ਵਿੱਚ ਦੱਸ ਰਹੇ ਸੀ ਕਿ ਜੇ ਕਿਸੇ ਦੇ 2-4 ਦੋਸਤ ਨੇ ਤੇ ਔਰ ਦੇਖ ਲਓ ਕਿ ਕਿੰਨੇ ਸਾਲ ਤੋਂ ਨਿਭ ਰਹੀ ਹੈ, ਜੇ ਉਹ ਪੁਰਾਣੀ ਦੋਸਤੀ ਹੈ ਤਾਂ ਇਹਦਾ ਮਤਲਬ ਬੰਦਾ ਵਧੀਆ ਹੀ ਹੋਊਗਾ, ਹੈ ਨਾ, ਕਿਉਂਕਿ ਉਹ ਬਹੁਤ ਸਾਲਾਂ ਤੋਂ ਚੱਲਦੀ ਆ ਰਹੀ ਹੈ। ਬਿਲਕੁਲ ਸਹੀ ਗੱਲ ਹੈ ਕਿ ਦੋਸਤੀ 2-4 ਹੋਣ ਲੇਕਿਨ ਵਧੀਆ ਹੋਣ। ਖੂਨ ਦੇ ਰਿਸ਼ਤੇ ਕਿਤੇ ਨਾ ਕਿਤੇ ਜਾ ਕੇ ਫਿੱਕੇ ਪੈ ਜਾਂਦੇ ਨੇ, ਬਟ ਜਿਹੜੀ ਤੁਹਾਡੀ ਦੋਸਤੀ ਵਾਲੀ ਸਾਂਝ ਹੈ ਨਾ, ਜੇ ਉਹ ਤੁਸੀਂ ਚੱਜ ਦੇ ਸਰਕਲ ਨਾਲ ਚੂਜ਼ ਕੀਤੀ, ਉਹ ਕਿਤੇ ਨਹੀਂ ਜਾਂਦੀ। ਤੇ ਕੋਈ ਤੁਹਾਡੇ ਹੈਗੇ ਬੈਸਟ ਫਰੈਂਡ? ਮੇਰੇ ਬੈਸਟ ਫਰੈਂਡ ਬਹੁਤ ਨੇ। ਮੇਰੇ ਮਤਲਬ ਮੇਰੇ 3-4 ਨੇ ਮੇਰੇ ਫਰੈਂਡਸ ਜਿਨ੍ਹਾਂ ਨਾਲ ਮੈਂ ਸਟੱਡੀ ਕੀਤੀ। ਮੇਰੇ ਕਾਲਜ ਗਰੁੱਪ ਦੇ ਹੋ ਗਏ, ਨਕੁਲ, ਤੇਜਸ, ਤੇਜਨ, ਜਸ਼ਨ, ਰਾਘਵ ਹੋ ਗਿਆ। ਸੋ ਕਾਫੀ ਫਰੈਂਡਸ ਨੇ ਮੇਰੇ,
ਠੀਕ ਹੈ। ਮਤਲਬ ਜਿਹੜੇ ਸਾਡਾ 5-6 ਜਣੇ ਦਾ ਸਰਕਲ ਹੈਗਾ ਕਿ ਜਿਹਦੇ ਨਾਲ ਹਜੇ ਵੀ ਕੰਟੀਨਿਊ ਹੈ, ਐਂਡ ਇਹ ਸਕੂਲ ਤੋਂ ਸਟਾਰਟ ਹੋਇਆ ਹੁਣ ਤੱਕ ਕੰਟੀਨਿਊ ਹੈ। ਐਂਡ ਆਈ ਹੋਪ ਨਹੀਂ ਕਰਦਾ ਕਿ ਮੈਨੂੰ ਪੱਕਾ ਯਕੀਨ ਹੈ, ਕੌਨਫੀਡੈਂਟ ਹੈ ਕਿ ਇਹ ਪੂਰੀ ਲਾਈਫ ਲੌਂਗ ਇਦਾਂ ਹੀ। ਨਹੀਂ, ਉਹ ਕਹਿੰਦੇ ਨੇ ਕਿ ਜੇ ਇੱਕ ਰਿਸ਼ਤਾ 7 ਸਾਲ ਤੋਂ ਅੱਗੇ ਨਿਕਲ ਜਾਏ ਬਿਲਕੁਲ ਤੇ ਫਿਰ ਉਹ ਲਾਈਫ ਟਾਈਮ ਹੋ ਜਾਂਦਾ ਹੈ। ਸਾਨੂੰ ਤਾਂ ਹੁਣ ਪਤਾ ਨਹੀਂ 17-18 ਸਾਲ ਹੋਣ ਵਾਲੇ ਉਹ ਤਾਂ ਲਾਈਫ ਟਾਈਮ ਹੈ ਹੁਣ ਤਾਂ, ਲਾਈਫ ਟਾਈਮ ਤੇ ਹੁਣ ਤਾਂ ਮਤਲਬ ਕਿ ਬੁਢਾਪੇ 'ਚ ਮੈਨੂੰ ਲੱਗਦਾ ਕਿ ਸਾਰੇ ਇਕੱਠੇ ਹੀ ਬੈਠੇ ਇਹ ਵੀ ਚੀਜ਼ ਹੈ ਨਾ, ਇੱਕ ਦੂਜੇ ਦੇ ਵਿਆਹ ਤੇ ਜਾਣਾ। ਬਿਲਕੁਲ ਵਿਆਹ ਸਾਰਿਆਂ ਦੇ ਹੋ ਗਏ। ਅੱਛਾ, ਤੇ ਹੁਣ ਮੇਰੀ ਵਾਰੀ ਆ ਅਗਲੀ। ਹੁਣ ਦੇਖੋ ਹੁਣ ਕਦੋਂ। ਤੇ ਮੰਮੀ ਨੇ ਕਦੀ ਕਿਹਾ ਨਹੀਂ ਕਿ ਯਾਰ ਦੇਖ ਇਹ ਤੇਰੇ ਵਾਸਤੇ ਫੋਟੋ ਆਈ ਹੈ ਗੌਰਵ ਦੇਖ? ਬਹੁਤ ਵਾਰੀ ਹੋਇਆ ਜੀ ਇਦਾਂ, ਬਟ ਘਰ ਦੇ ਫਿਰ ਮੇਰੇ ਤੇ ਛੱਡ ਦਿੰਦੇ ਨੇ, ਕਹਿੰਦੇ ਵੀ ਦੇਖੋ ਜੇ ਤੂੰ ਕਹਿੰਦੇ ਆ ਤਾਂ ਸਾਡੇ ਕੋਲ ਆ ਰਿਸ਼ਤਾ ਹੈਗਾ, ਰਿਸ਼ਤੇਦਾਰੀ ਵਿੱਚੋਂ ਇੱਧਰ ਆ। ਮੈਂ ਕਹਿੰਦਾ ਹਾਲੇ ਮੰਮੀ ਮੈਨੂੰ 2-3 ਸਾਲ ਹੋਰ ਦੇ ਦਿਓ ਟਾਈਮ, ਕੋਈ ਚੱਕਰ ਨਹੀਂ। ਅੱਜ ਦੀ ਡੇਟ 'ਚ ਲੋਕਾਂ 'ਚ ਬਹੁਤ ਐਡਵਾਂਸਮੈਂਟ ਆ ਗਈ। ਪਹਿਲਾਂ ਹੁੰਦਾ ਸੀ 21 ਸਾਲ ਦੀ ਕੁੜੀ ਦਾ ਵਿਆਹ ਕਰ ਦਿਓ, 25 ਸਾਲ ਦੇ ਮੁੰਡੇ ਦਾ ਵਿਆਹ ਕਰ ਦਿਓ, ਬਟ ਅੱਜ ਦੀ ਡੇਟ ਦੇ ਵਿੱਚ ਕੁੜੀਆਂ ਵੀ ਕਹਿੰਦੀਆਂ ਅਸੀਂ 27-28 ਸਾਲ ਦੀਆਂ ਹੋ ਕੇ ਜਦ ਤੱਕ ਸਟੇਬਲ ਹੋ ਗਿਆ ਅਸੀਂ ਨਹੀਂ ਵਿਆਹ ਕਰਾਉਣਾ। ਮੁੰਡੇ ਦੀ ਅੱਜ ਦੀ ਡੇਟ ਦੇ ਵਿੱਚ 31, 32 ਤੱਕ ਤੁਸੀਂ ਦੇਖ ਹੀ ਰਹੇ ਹੋ ਸਾਰਿਆਂ ਸੈਲੀਬ੍ਰਿਟੀ ਦਾ ਇਹ ਏਜ ਬੈਸਟ ਹੈ ਤੇ ਵਿਆਹ। ਬਿਲਕੁਲ ਉਹ ਨਾਲੇ ਛੋਟੀ ਏਜ ਦੇ ਵਿੱਚ ਵਿਆਹ ਕਰਾਉਂਗੇ, ਥੋੜੀ ਈਗੋ ਕਲੈਸ਼ਿਸ ਹੋਣਗੇ, ਥੋੜੀ ਅੰਡਰਸਟੈਂਡਿੰਗ ਨਹੀਂ ਹੁੰਦੀ, ਥੋੜੀ ਕੰਪੈਟੀਬਿਲਿਟੀ ਨਹੀਂ ਹੁੰਦੀ ਕਈ ਵਾਰ। ਸੋ ਵਿਆਹ ਹਮੇਸ਼ਾ ਉਦੋਂ ਕਰਾਓ ਜਦੋਂ ਤੁਹਾਨੂੰ ਲੱਗੇ ਵੀ ਇਹ ਕੰਪੈਟੀਬਿਲਿਟੀ ਇਹ ਪਾਰਟਨਰ ਦੀ ਮੇਰੇ ਨਾਲ ਬਣ ਜੂਗੀ। ਐਂਡ ਥੋੜਾ ਟਾਈਮ ਲੈ ਕੇ ਕਰਾਉਂਗੇ, ਤੁਹਾਡੀ ਸੋਚ ਵੀ ਮੈਚਿਓਰਿਟੀ ਆ ਜਾਂਦੀ ਹੈ, ਪੋਜ਼ਿਟਿਵਿਟੀ ਆ ਜਾਂਦੀ ਹੈ ਜ਼ਿਆਦਾ, ਤਾਂ ਨਿਭਦੀ ਵਧੀਆ। ਨਹੀਂ, ਇਹ ਮੈਨੂੰ ਚੰਗੀ ਚੀਜ਼ ਲੱਗੀ। ਮੈਨੂੰ ਪਹਿਲੇ ਵੀ ਕਿਸੇ ਬੰਦੇ ਨੇ ਬੋਲੀ ਸੀ ਕਿ ਜਦ ਬੰਦਾ ਚੰਗਾ ਮਿਲ ਜਾਏ ਤਾਂ ਕਰੋ। ਬਿਲਕੁਲ ਇਦਾਂ ਨਾ ਕਰੋ ਕਿ ਲੇਟ ਕਰਨੀ ਹੈ, ਜਲਦੀ ਕਰਨੀ, ਉਹ ਨਾ ਦੇਖੋ। ਨਹੀਂ, ਜਲਦੀ ਦੇ ਚੱਕਰ ਦੇ ਵਿੱਚ ਤੁਸੀਂ ਪਾਰਟਨਰ ਗਲਤ ਲੱਭ ਲਓ, ਤੁਹਾਡੀ ਸਾਰੀ ਲਾਈਫ ਖਰਾਬ ਹੈ। ਬਿਲਕੁਲ ਲੋਟਰੀ ਵਾਲਾ ਕੰਮ ਹੈ ਨਾ। ਬਾਕੀ ਬਟ ਮੇਨ ਚੀਜ਼ ਹੈ ਕਿ ਅੰਡਰਸਟੈਂਡਿੰਗ ਦੋਨੋਂ ਪਾਸੇ ਹੁੰਦੀ ਹੈ ਬ੍ਰਦਰ। ਜੇ ਮੈਂ ਸੋਚਾਂ ਮੈਨੂੰ ਇਹੋ ਜਿਹਾ ਪਾਰਟਨਰ ਮਿਲ ਜੇ, ਮੈਨੂੰ 100% ਨਹੀਂ ਮਿਲ ਸਕਦਾ। ਠੀਕ ਹੈ, ਕੁਛ ਐਡਜਸਟਮੈਂਟ ਮੁੰਡਿਆਂ ਨੂੰ ਵੀ ਕਰਨੀਆਂ ਪੈਂਦੀਆਂ, ਕੁਛ ਐਡਜਸਟਮੈਂਟ ਸਾਹਮਣੇ ਵਾਲਾ ਕਰੇ, ਕੁਛ ਤੁਸੀਂ ਕਰੋ। ਸੋ ਇਦਾਂ ਕਦੇ ਨਹੀਂ ਹੁੰਦਾ ਕਿ ਤੁਸੀਂ ਆਪਣੀ ਡੋਮੀਨੈਂਟ ਸਿਸਟਮ ਦੇ ਹਿਸਾਬ ਦੇ ਨਾਲ ਚੱਲੀ ਜਾਓ ਤੇ ਤੁਹਾਨੂੰ ਉਹ ਜਿਹੀ ਸਿਸਟਮ ਤੁਸੀਂ ਅਗਲੇ ਤੋਂ ਫੋਰਸਫੁਲੀ ਕਰੋ, ਉਹ ਨਹੀਂ ਚੀਜ਼ ਹੁੰਦੀ। ਐਡਜਸਟਮੈਂਟ ਹਰ ਪਾਸੇ ਹੈ, ਜੇ ਕੁੜੀ ਐਡਜਸਟ ਕਰਦੀ ਹੈ ਮੁੰਡੇ ਨੂੰ ਵੀ ਕਰਨਾ ਚਾਹੀਦਾ। ਬਿਲਕੁਲ ਸੋ ਇਹ ਚੀਜ਼ ਆ। ਰਾਈਟ ਭਾਜੀ, ਮੈਂ ਦੇਖ ਰਿਹਾ ਤੁਹਾਡੇ ਇੰਸਟਾਗ੍ਰਾਮ ਤੇ ਤੁਸੀਂ ਸਰਦੂਲ ਸਿਕੰਦਰ ਜੀ ਦੀ ਇੱਕ ਵੀਡੀਓ ਪਾਈ ਹੋਈ ਸੀ, ਕੁਝ ਦੱਸੋ ਉਹਨਾਂ ਬਾਰੇ ਕੁਝ। ਪਹਿਲੀ ਚੀਜ਼ ਤਾਂ ਬ੍ਰਦਰ ਆਈ ਐਮ ਵੈਰੀ ਲੱਕੀ ਕਿ ਮੈਂ ਉਹਨਾਂ ਦੇ ਹੋਮ ਟਾਊਨ ਦਾ, ਤੇ ਉਸ ਤੋਂ ਵਧੀਆ ਗੱਲ ਇਹ ਹੈ ਕਿ ਮੈਂ ਉਹਨਾਂ ਦੇ ਘਰੇ ਆਉਣਾ ਜਾਣਾ ਮੇਰਾ ਹੈਗਾ, ਐਂਟਰੀ ਉਹਨਾਂ ਦੇ ਘਰੇ ਮੇਰੀ ਹੋ ਰਹੀ ਹੈ। ਇਸ ਤੋਂ ਵੱਡੀ ਗੱਲ ਮੇਰੇ ਲਈ ਨਹੀਂ ਸੀਗੀ। ਸਰਦੂਲ ਭਾਜੀ ਨਾਲ ਬਹੁਤ ਟਾਈਮ ਸਪੈਂਡ ਕੀਤਾ ਸੀ, ਕਿਉਂਕਿ ਸਾਰੰਗ ਤੇ ਆਲਾਪ ਮੇਰੇ ਅੱਛੇ ਫਰੈਂਡ ਨੇ, ਉਹਨਾਂ ਦੇ ਬੇਟੇ ਨੇ, ਤੇ ਅਮਨ ਨੂਰੀ ਮੈਮ ਜੀ, ਉਹਨਾਂ ਨਾਲ ਵੀ ਅੱਛੇ ਲਿੰਕਸ ਨੇ। ਮੇਰੇ ਮੋਮ ਦੇ ਵੀ ਵਧੀਆ ਫਰੈਂਡ ਨੇ ਉਹ। ਤੇ ਉਹ ਇੱਕ ਇਹੋ ਜਿਹੀ ਰੂਹ ਸੀਗੇ ਕਿ ਜਿਹਦੇ ਨਾਲ ਆਲ ਓਵਰ ਵਰਲਡ ਕੋਈ ਬੰਦਾ ਇਹੋ ਜਿਹਾ ਹੋਣਾ ਨਹੀਂ ਵੀ ਜਿਹੜਾ ਉਹਨਾਂ ਨਾਲ ਬੈਠਣ ਦਾ ਮੌਕਾ ਕਦੇ ਛੱਡਣਾ ਚਾਹੁੰਦਾ ਹੋਵੇ। ਬਿਲਕੁਲ। ਸੋ ਮੈਂ ਇੰਨਾ ਕੁ ਲੱਕੀ ਫੀਲ ਕਰਦਾ ਕਿ ਉਹਨਾਂ ਨਾਲ ਮੈਂ ਇੰਨਾ ਟਾਈਮ ਸਪੈਂਡ ਕੀਤਾ, ਉਹਨਾਂ ਦੇ ਘਰੇ ਜਾ ਕੇ, ਉਹਨਾਂ ਦੀ ਪਰਸਨਲ ਮੂਵਮੈਂਟਸ ਦੇ ਵਿੱਚ, ਪਰਸਨਲ ਖੁਸ਼ੀਆਂ ਦੇ ਵਿੱਚ ਅਸੀਂ ਇਨਵੋਲਵ ਹੋਏ। ਉਸ ਤੋਂ ਵੱਡੀ ਗੱਲ ਮੇਰੇ ਲਈ ਨਹੀਂ ਹੋ ਸਕਦੀ ਕਿ ਇੰਨੇ ਵੱਡੇ ਸਿਤਾਰੇ ਦੇ ਘਰੇ ਮੈਂ ਆਉਣਾ ਜਾਣਾ ਸੀਗਾ ਸਾਡਾ। ਤੇ ਉਹ ਇੱਕ ਇਹੋ ਜਿਹੀ ਰੂਹ ਸੀਗਾ ਕਿ ਜਿਹਨੂੰ ਪੂਰਾ ਵਰਲਡ ਅੱਜ ਦੀ ਡੇਟ 'ਚ ਮਿਸ ਕਰਦਾ। ਕਿ ਬਹੁਤ ਮੰਦਭਾਗੀ ਖਬਰ ਸੀ ਜਦੋਂ ਉਹਨਾਂ ਦੀ ਇਹ ਡੈਥ ਦੀ ਖਬਰ ਸਾਰੇ ਸਾਹਮਣੇ ਆਈ, ਤੇ ਮਤਲਬ ਉਹ ਇਟ ਵਾਸ ਲਾਈਕ ਇਮੋਸ਼ਨਲ ਬ੍ਰੇਕਡਾਊਨ ਫॉर ਈਚ ਐਂਡ ਐਵਰੀ ਆਰਟਿਸਟ ਆਫ ਦੀ ਇੰਡਸਟਰੀ। ਕਿਉਂਕਿ ਹਲੇ ਉਹਨਾਂ ਦਾ ਬਹੁਤ ਜੀਣਾ ਬਣਦਾ, ਬਹੁਤ ਜ਼ਿਆਦਾ ਜੋ ਉਹਨਾਂ 'ਚ ਟੈਲੈਂਟ ਸੀਗਾ, ਜੋ ਉਹਨਾਂ ਦੀ ਰੂਹਦਾਰੀ ਸੀਗੀ, ਮੈਨੂੰ ਲੱਗਦਾ ਕਿ ਉਹਨਾਂ ਦਾ ਕੰਪੈਰੀਜ਼ਨ ਕਿਤੇ ਵੀ ਨਹੀਂ ਹੈ। ਉਹਨਾਂ ਦਾ ਕੋਈ ਹੈ ਹੀ ਨਹੀਂ ਆਲਟਰਨੇਟਿਵ ਜੋ ਉਹਨਾਂ, ਕਿਉਂਕਿ ਨੋ ਡਾਊਟ ਕਲਾਸੀਕਲ ਸਿੰਗਿੰਗ ਤੋਂ ਲੈ ਕੇ ਈਚ ਐਂਡ ਐਵਰੀਥਿੰਗ ਹਰ ਬੰਦਾ ਆਪਣੀ ਖੇਤਰ 'ਚ ਫੀਲਡ ਇੱਕ ਵਧੀਆ ਕਰਦਾ, ਬਟ ਜਿਹੜੀ ਫੀਲ ਸੀ ਨਾ, ਜਿਹੜੀ ਇੱਕ ਫੀਲ ਸੀਗੀ ਇੱਕ ਸੁਰ ਦੇ ਵਿੱਚ ਫੀਲ ਕ੍ਰੀਏਟ ਕਰਨੀ, ਉਹ ਸਰਦੂਲ ਸਿਕੰਦਰ ਭਾਜੀ ਹੀ ਕਰ ਸਕਦੇ। ਬਿਲਕੁਲ ਇਹ ਚੀਜ਼ ਉਹ ਆਲਟਰਨੇਟ ਹੋ ਹੀ ਨਹੀਂ ਸਕਦਾ। ਬਿਲਕੁਲ ਉਹਨਾਂ ਦਾ ਆਲਟਰਨੇਟਿਵ। ਤੇ ਤੁਹਾਨੂੰ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਵੀ ਸਿੰਗਿੰਗ ਸ਼ਾਇਦ। ਬਿਲਕੁਲ ਜੀ, ਅਸੀਂ ਘਰੇ ਤੁਸੀਂ ਇਹ ਕਹਿ ਸਕਦੇ ਹੋ ਕਿ ਜੇ ਮੈਂ ਸਿੰਗਿੰਗ ਦੇ ਵਿੱਚ ਪਹਿਲਾਂ ਮੈਂ ਤਾਂ ਸ਼ੌਂਕ ਸੀਗਾ 20%, ਮੈਂ 40% ਜਿਹੜਾ ਮੈਨੂੰ ਕੀਤਾ 50% ਕੀਤਾ ਉਹਨਾਂ ਦੀ ਬਦੌਲਤ ਹੈ। ਕਿ ਜਦੋਂ ਅਸੀਂ ਆਲਾਪ ਤੇ ਸਾਰਿਆਂ ਦੇ ਅਸੀਂ ਘਰੇ ਬੈਠੇ ਹੋਣਾ, ਅਸੀਂ ਗਿਟਾਰ ਤੇ ਗਾਉਂਦੇ ਹੋਣਾ, ਅੰਕਲ ਨੇ ਆ ਜਾਣਾ ਤੇ 2 ਬੋਲ ਅੰਕਲ ਨੇ ਗਾਣੇ, ਫਿਰ ਉਹਨਾਂ ਨੇ ਕਹਿਣਾ ਸਾਨੂੰ ਤੁਸੀਂ ਰਿਪੀਟ ਕਰੋ ਐਜ਼ ਅ ਕੋਰਸ ਤੇ ਅਸੀਂ ਉਹਨਾਂ ਨਾਲ ਗਾਉਂਦੇ ਸੀਗੇ। ਇੱਕ ਵਾਰੀ ਸਰਦੂਲ ਅੰਕਲ ਦੇ ਨਾਲ ਮੈਂ ਪਿੱਛੇ ਮਾਈਕ ਤੇ ਵੀ ਗਿਆ, ਮੇਰੇ ਲਈ ਬਹੁਤ ਵੱਡੀ ਮੂਵਮੈਂਟ ਸੀਗੀ। ਤੇ ਮਤਲਬ ਕੁਛ ਚੀਜ਼ਾਂ ਹੁੰਦੀਆਂ ਕਿ ਸਿੱਖਣ ਦੀ ਸਪੈਸ਼ਲ ਤੁਹਾਨੂੰ ਲੋੜ ਨਹੀਂ, ਸਾਹਮਣੇ ਇੱਕ ਬੰਦੇ ਦਾ ਔਰਾ ਦੇਖ ਕੇ ਆ ਜਾਂਦੀ। ਬਿਲਕੁਲ ਉਹਨਾਂ 'ਚ ਇੰਨੀ ਪੋਜ਼ੀਟਿਵਿਟੀ, ਇੰਨੀ ਉਹਨਾਂ ਦੇ ਵਿੱਚ ਸਪਿਰਿਚੁਅਲ ਵਾਈਬਸ ਜਿਹੜੀਆਂ ਸਾਨੂੰ ਉਹਨਾਂ ਤੋਂ ਮਿਲਦੀਆਂ ਸੀਗੀਆਂ ਕਿ ਉਹਨਾਂ ਜਦੋਂ ਸੁਰ ਲਾਉਂਦੇ ਸੀਗੇ, ਉਹਨਾਂ ਦਾ ਸਾਹ ਵੀ ਜਦੋਂ ਲੱਗਦਾ ਸੀ, ਹਾਰਮੋਨੀਅਮ 'ਤੇ ਹੱਥ ਧਰਦੇ ਸੀ ਨਾ, ਉਹ ਇੱਕ ਇੰਨੀ ਮਿੱਠੀ ਆਵਾਜ਼ ਕੰਨਾਂ ਨੂੰ ਪੈਂਦੀ ਸੀਗੀ ਕਿ ਅੱਧਾ ਤਾਂ ਬੰਦਾ ਉੱਥੋਂ ਸੁਣ ਕੇ ਸਿੱਖ ਜਾਂਦਾ। ਬਿਲਕੁਲ ਤੁਸੀਂ ਇੰਨੇ ਬੜੀ ਕਲਾਕਾਰ ਦੇ ਨਾਲ ਬੈਠੇ ਹੋ, ਉਹਨੂੰ ਸੁਣ ਕੇ ਤੁਸੀਂ ਸਿੱਖ ਜਾਂਦੇ। ਬਿਲਕੁਲ ਉਹ ਮੈਂ ਕਹਿੰਦਾ ਕਿ ਤੁਸੀਂ ਹਰ ਬੰਦਾ ਮਤਲਬ ਕਿ ਕੋਸ਼ਿਸ਼ ਕਰਦਾ ਕਿ ਮੈਂ ਬੈਠਾਂ ਕਦੀ, ਔਰ ਤੁਸੀਂ ਤਾਂ ਪਤਾ ਨਹੀਂ ਕਿੰਨੀ ਵਾਰ ਬੈਠੇ ਹੋਣੇ ਆ। ਤੇ ਉਹੀ ਮੂਮੈਂਟਸ ਨੇ, ਤੇ ਉਹ ਵਨ ਆਫ ਦੀ ਇੰਨੀਆਂ ਬੈਸਟ ਮੂਮੈਂਟਸ ਨੇ, ਉਹ ਟਿਲ ਦੀ ਐਂਡ ਆਫ ਮਾਈ ਲਾਈਫ ਤੱਕ ਮੇਰੇ ਨਾਲ ਰਹਿਣਗੀਆਂ। ਬਿਲਕੁਲ
ਅੱਖਾਂ ਦੇ ਸਾਹਮਣੇ ਰਹਿਣਗੀਆਂ। ਉਹਨਾਂ ਨੇ ਕਦੇ ਕਿਸੇ ਨੂੰ ਡਾਂਟਣਾ ਵੀ ਹੈ, ਕਿਸੇ ਨੂੰ ਕੋਈ ਚੀਜ਼ ਪਿਆਰ ਵੀ ਕਰਨੀ ਹੈ, ਕੋਈ ਚੀਜ਼ ਕਹਿਣੀ ਵੀ ਹੈ, ਕਿਸੇ ਦੀ ਖਾਤਰਦਾਰੀ ਕਰਨੀ ਹੈ ਵੀ ਤੁਸੀਂ ਆਹ ਚੀਜ਼ ਲਓ, ਆਹ ਚੀਜ਼ ਖਾਓ। ਸੋ ਉਹਨਾਂ ਵਰਗਾ ਪਰਸਨ ਮੈਂ ਨਹੀਂ ਆਪਣੀ ਲਾਈਫ ਦੇ ਵਿੱਚ ਪੋਜ਼ਿਟਿਵ ਦੇਖਿਆ। ਬਿਲਕੁਲ ਬਿਲਕੁਲ। ਔਰ ਮੈਂ ਇਹ ਦੇਖਦਾ ਕਿ ਉਹ ਪੂਰੀ ਦੁਨੀਆ 'ਚ ਕਿਤੇ ਵੀ ਸੈੱਟ ਹੋ ਸਕਦੇ ਸੀਗੇ। ਬਿਲਕੁਲ ਬਿਲਕੁਲ, ਹੈ ਨਾ, ਕਿਤੇ ਵੀ ਰਹਿ ਸਕਦੇ ਸੀਗੇ, ਲੇਕਿਨ ਉਹ ਫਿਰ ਹਮੇਸ਼ਾ ਖੰਨੇ ਹੀ ਰਹੇ। ਹਮੇਸ਼ਾ ਰੂਟਸ ਦੇ ਨਾਲ ਜੁੜਨਾ, ਜਿਹੜਾ ਮੈਂ ਹਮੇਸ਼ਾ ਬਹੁਤ ਵਾਰੀ ਕਹਿੰਦਾ ਇਹ ਵੀ ਰੂਟਸ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਬੰਦੇ ਨੂੰ। ਉਹ ਪਰਸਨ ਸੀ ਜਿਹੜਾ ਸਾਨੂੰ ਕਹਿੰਦਾ ਸੀ ਹਮੇਸ਼ਾ। ਬਿਲਕੁਲ। ਔਰ ਪਰਫੈਕਟ ਐਗਜ਼ਾਮਪਲ ਸੀ। ਬਹੁਤ ਬਹੁਤ। ਕਦੀ ਚੰਡੀਗੜ੍ਹ ਵੀ ਨਹੀਂ ਉਹਨਾਂ ਨੇ ਸੈਟਲ ਹੋਣ ਦੀ ਸੋਚੀ, ਕਦੀ ਬਾਹਰ ਕੈਨੇਡਾ ਵੀ ਜਾ ਸਕਦੇ ਸੀ, ਉਹਨਾਂ ਕੋਲ PR ਅਮਰੀਕਾ ਜਾ ਸਕਦੇ ਸੀ, ਲੇਕਿਨ ਨਹੀਂ, ਖੰਨੇ ਹਮੇਸ਼ਾ। ਉਹ ਜਿੱਦਾਂ ਗੁਰਦਾਸ ਮਾਨ ਜੀ ਦਾ ਇੱਕ ਗਾਣਾ ਸੀਗਾ ਕਿ ਰਹਿ ਗਈ ਖੰਨੇ ਵਿੱਚ ਨੂਰੀ ਸਰਦੂਲ ਕਰਕੇ, ਹੈ ਨਾ। ਸੋ ਉਹਨਾਂ ਦਾ ਅਟੂਟ ਰਿਸ਼ਤਾ ਹੁਣ ਵੀ ਹੈ। ਹੁਣ ਵੀ ਅਸੀਂ ਨੂਰੀ ਮੈਮ ਨਾਲ ਬਹਿੰਦੇ ਹੁੰਦੇ ਹਾਂ, ਉਹ ਨੂਰੀ ਨਾਲ ਹੁਣ ਵੀ ਕਦੇ ਵੀ ਇਹ ਨਹੀਂ ਸੋਚਦੇ, ਉਹ ਕਹਿੰਦੇ ਮੈਂ ਹੁਣ ਵੀ ਸਰਦੂਲ ਤੇਰੇ ਅੰਕਲ ਮੇਰੇ ਨਾਲ ਹੀ ਨੇ। ਬਿਲਕੁਲ ਬਿਲਕੁਲ। ਉਹ ਤਾਂ ਹਮੇਸ਼ਾ ਦੇਖੋ ਜੋ ਪਾਰਟਨਰ ਹੈ ਉਹ ਤਾਂ ਉਹਦੇ ਨਾਲ ਤਾਂ ਹਮੇਸ਼ਾ ਹੀ ਉਹ ਫਿਜ਼ੀਕਲੀ ਲੋਸ ਆਪਾਂ ਪੂਰਾ ਨਹੀਂ ਕਰ ਸਕਦੇ, ਬਟ ਉਹ ਸਾਨੂੰ ਇਹ ਬੜੀ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਆਂਟੀ ਹੁਣ ਵੀ ਕਹਿੰਦੇ ਨੇ ਕਿ ਹੁਣ ਮੇਰੇ ਦਿਲ 'ਚ ਸਰਦੂਲ ਜੀ ਨਾਲ ਨੇ। ਬਿਲਕੁਲ ਬਿਲਕੁਲ। ਔਰ ਦੇਖੋ ਮੈਂ ਕਹਿੰਦਾ ਕਿ ਇੰਨਾ ਗੂੜਾ ਪਿਆਰ ਐਗਜ਼ਾਮਪਲ ਜਿਹਦੇ ਐਗਜ਼ਾਮਪਲ ਗਾਣਿਆਂ ਦੇ ਵਿੱਚ ਦਿੱਤੇ ਜਾਣ, ਇੱਕ ਬੁੱਕਸ ਦੇ ਵਿੱਚ ਦਿੱਤੇ ਜਾਣ। ਸੋ ਮੈਂ ਤਾਂ ਕਹਿੰਦੇ ਕਿ ਅੱਗੇ ਜਾ ਕੇ ਇੱਕ ਹਿਸਟੋਰੀਕਲ ਆਪਣੀ ਕਿਤਾਬ ਬਣੇ ਜਿਸ ਦੇ ਵਿੱਚ ਪੱਕਾ ਸਰਦੂਲ ਅੰਕਲ ਦਾ, ਉਹਨਾਂ ਦੀ ਫੈਮਿਲੀ ਦਾ ਪਾਰਟ ਬਣਨਾ ਚਾਹੀਦਾ। ਸਾਨੂੰ ਹਿਸਟਰੀ 'ਚ ਨਾ ਇਹੋ ਜਿਹੇ ਲੋਕਾਂ ਦੀ ਸਟੋਰੀਜ਼ ਨੂੰ ਪਾਉਣਾ ਚਾਹੀਦਾ ਤਾਂ ਕਿ ਬੱਚੇ ਸਿੱਖਣ ਕਿ ਸਾਡਾ ਵਿਰਾਸਤ ਕੀ ਸੀਗਾ। ਹਾਂਜੀ ਹਾਂਜੀ, ਹੈ ਨਾ, ਮਤਲਬ ਕਿ ਚੰਗੇ ਆਰਟਿਸਟਾਂ ਨੂੰ। ਬਿਲਕੁਲ। ਪੰਜਾਬ ਦੇ ਬਾਰੇ ਹਿਸਟੋਰੀਕਲ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਕਿਤਾਬਾਂ ਦੇ ਵਿੱਚ। ਇੰਨੇ ਕੁ ਅਨਕਲੋਜ਼ਡ ਚੈਪਟਰ ਨੇ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਬਹੁਤ ਪੰਜਾਬ ਨੇ। ਆਪਾਂ ਅੰਗਰੇਜ਼ਾਂ ਦੀਆਂ ਪੜ੍ਹੀ ਜਾਂਦੇ ਹਾਂ, ਉਹਨਾਂ ਦੀ ਚਲੋ ਠੀਕ ਹੈ ਹਿਸਟਰੀ ਪੜ੍ਹੋ, ਬਟ ਉਹਨਾਂ ਦੀ ਚੀਜ਼ਾਂ ਨਾਲ ਆਪਣਾ ਕੀ ਫਾਇਦਾ। ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਦੱਸੋ ਤਾਂ ਸਹੀ ਕਿ ਚਮਕੀਲਾ ਕੌਣ ਸੀ, शिव कुमार बटालवी कौन सी है ना, अमृता प्रीतम कौन ਸੀਗੀ है ना, ਸਰਦੂਲ ਸਿਕੰਦਰ ਜੀ ਕੌਣ ਸੀਗੇ है ना। ਇਹ ਸਭ ਹੋਣਾ ਚਾਹੀਦਾ ਸਾਡੀ ਹਿਸਟਰੀ ਦੇ ਵਿੱਚ ਚੀਜ਼ਾਂ ਐਡ ਹੋਣੀਆਂ ਬਣਦੀਆਂ। ਤੇ ਫਿਰ ਸਰਦੂਲ ਨੂੰ ਨਹੀਂ, ਸਰਦੂਲ ਮੈਂ ਕਹਿ ਰਿਹਾ ਸਰ ਨੂੰ ਕਿ ਤੁਸੀਂ ਅਲਾਪ ਨੂੰ ਨਹੀਂ ਕਦੀ ਦਿੱਤਾ ਕਿ ਯਾਰ ਤੂੰ ਡਾਈਟ ਫੋਲੋ ਕਰ। ਅਲਾਪ ਨੂੰ ਤੇ ਸਾਰੰਗ ਨੂੰ, ਦੋਨਾਂ ਨੂੰ ਜਦੋਂ ਵੀ ਮਿਲਦਾ ਹੁੰਦਾ ਨਾ, ਉਹ ਮੈਨੂੰ ਕਹਿ ਦਿੰਦੇ ਵੀ ਹੁਣ ਅਸੀਂ ਫਿੱਟ ਹੋ ਜਾਣਾ। ਜਦੋਂ ਮੈਨੂੰ ਮਿਲਦੇ ਨੇ ਕਹਿੰਦੇ ਗੌਰਵ ਹੁਣ ਤੁਸੀਂ ਫਿੱਟ ਹੋ ਜਾਣਾ, ਬਟ ਥੋੜਾ ਜਿਹਾ ਮੈਨੂੰ ਉਹਦਾ ਸਿਸਟਮ ਮੈਨੂੰ ਪਤਾ ਹੁਣ, ਚਾਹੇ ਮੈਨੂੰ ਬਾਅਦ ਚੋਂ ਕਹਿਣਗੇ। ਉਹਨਾਂ ਦਾ ਸਿਸਟਮ ਇਹ ਹੈ ਕਿ ਉਹ 7 ਦਿਨ ਫੋਲੋ ਕਰ ਲੈਣਗੇ ਮੈਨੂੰ, 8ਵੇਂ ਦਿਨ ਉਹਨਾਂ ਨੇ ਫੇਰ ਆਪਣੀ ਡਾਈਟ ਤੇ ਆ ਜਾਣਾ। ਠੀਕ ਹੈ। ਤੇ ਉਹਨਾਂ ਦਾ ਥੋੜਾ ਸਿਸਟਮ ਇਹਦਾ ਕਿ ਉਹ ਮਿਊਜ਼ਿਕ ਦੇ ਵਿੱਚ ਬਹੁਤ ਵਰਕ ਕਰਦੇ ਰਹਿੰਦੇ ਨੇ। ਉਹ ਸਾਰੰਗ ਚਾਹੇ ਕੰਮ ਕਰੇ ਚਾਹੇ ਅਲਾਪ, ਉਹ 'ਚ ਇੰਨਾ ਕੁ ਟੈਲੈਂਟ ਹੈ ਵੀ ਜੇ ਐਂਡ ਹੁਣ ਮੈਂ ਤੁਹਾਨੂੰ ਇੱਕ ਸੀਕ੍ਰੇਟ ਦੱਸਾਂ ਹੋਰ, ਮੈਨੂੰ ਲੱਗਦਾ ਕਿ ਸਾਰੰਗ ਨੂੰ ਸ਼ਾਇਦ ਹਰ ਗਾਣਾ ਯਾਦ ਆ ਪਾਪਾ ਦਾ। ਅਲਾਪ ਤੋਂ ਵੱਡਾ ਕੋਈ ਸ਼ੈਫ ਨਹੀਂ ਹੈਗਾ। ਉਹ ਜਿੰਨੀਆਂ ਕਿ ਤੜਕੇ ਲਾ ਇੰਨੀ ਕੁ ਵਧੀਆ ਰੈਸਪੀਜ਼ ਬਣਾਉਂਦੀਆਂ ਨੇ, ਹੁਣ ਉਹ ਕਿਵੇਂ ਕਰ ਲੂ ਮੇਰੀ ਡਾਈਟ। ਸਹੀ ਗੱਲ ਹੈ। ਸੋ ਉਹ ਜਦੋਂ ਮੈਂ ਘਰ ਜਾਂਦਾ ਉਹ ਮੈਨੂੰ ਕਹਿੰਦਾ ਗੌਰਵ ਵੀਰੇ ਮੈਂ ਤੈਨੂੰ ਅੱਜ ਮੈਗੀ ਖਿਲਾਉਣਾ ਚੀਜ਼ ਵਾਲੀ। ਉਹ ਰੈਸਪੀਜ਼ ਉਹਦੇ ਕੋਲ ਇੰਨੀਆਂ ਨੇ। ਅਲਾਪ ਇਜ਼ ਅ ਗ੍ਰੇਟ ਕੁੱਕ। ਉਹਦੇ ਹੱਥ ਦਾ ਖਾਣਾ ਇੰਨਾ ਕੁ ਸਵਾਦ ਹੁੰਦਾ। ਮੈਂ ਉਹਨੂੰ ਕਹਿੰਦਾ ਹੀ ਨਹੀਂ ਡਾਈਟ ਫੋਲੋ ਕਰ। ਮੈਂ ਕਿਹਾ ਤੂੰ ਭਰਾਵਾ ਤੇਰੇ 'ਚ ਇੰਨਾ ਵਧੀਆ ਟੈਲੈਂਟ ਹੈ, ਤੂੰ ਇਹਨੂੰ ਕੰਟੀਨਿਊ ਰੱਖ। ਬਟ ਫਿਰ ਵੀ ਸਿਹਤ ਦਾ ਹੈ ਨਾ, ਹੈਲਦੀ ਹੋਣਾ ਜ਼ਰੂਰੀ ਹੈ। ਬਟ ਉਹਨੂੰ ਕੁਝ ਟਿਪਸ ਦਿੰਦਾ ਰਹਿਣਾ ਜਿਹੜੀ ਮੈਨੂੰ ਪਤਾ ਫੋਲੋ ਕਰ ਲਓ। ਜਦ ਵੀ ਤੁਸੀਂ ਜਾਂਦੇ ਹੋ ਤੁਹਾਡਾ ਵੇਟ ਵੱਧ ਜਾਣਾ ਉੱਥੇ। ਹਾਂ ਨਹੀਂ, ਦੋਨੋਂ ਮੈਂ ਸਾਰੰਗ ਬਿਰਿਆਨੀ ਦਾ ਬਹੁਤ ਸ਼ੌਕੀਨ ਆ। ਉਹਨੇ ਜਦੋਂ ਮੈਨੂੰ ਜਾਣਾ ਕਹਿੰਦੇ ਚੱਲ ਵੀ ਗੌਰਵ ਆਪਾਂ ਬਿਰਿਆਨੀ ਖਾਣ ਚੱਲੀ। ਮੈਨੂੰ ਬਿਰਿਆਨੀ, ਮੈਂ ਖਾਂਦਾ ਨਹੀਂ ਸੀ ਬਿਰਿਆਨੀ, ਮੈਨੂੰ ਉਹਨੇ ਖਾਣੀ ਸਟਾਰਟ ਕੀਤੀ। ਅੱਛਾ। ਸੋ ਉਹਨਾਂ ਨੂੰ ਡਾਈਟ ਦਿੰਦਾ ਤਾਂ ਹੈਗਾ, ਮੈਂ ਡੇ ਦਿੰਦਾ, ਬਟ ਉਹ ਫੋਲੋ ਨਹੀਂ ਕਰਦੇ। ਜਦ ਗੌਰਵ ਆਉਂਦਾ ਹੋਣਾ ਮਤਲਬ ਕਿ ਖੰਨੇ ਤੋਂ ਵਾਪਸ ਤਾਂ ਵੇਟ ਥੋੜਾ ਜਿਮ 'ਚ ਜ਼ਿਆਦਾ ਜਾਂਦਾ ਆਪਣਾ ਇੰਜੋਏ ਕਰਦਾ। ਪਰ ਮੇਰੀ ਥੋੜਾ ਜਿਹਾ ਸਿਸਟਮ ਇਹੋ ਜਿਹਾ ਬਣਾਇਆ, ਜੇ ਮੈਂ ਖਾ ਪੀ ਲੈਂਦਾ ਨਾ, ਮੈਂ ਆਪ ਨੂੰ, ਮੈਂ 7-8 ਸਾਲ ਹੋ ਗਏ ਮੈਂ ਹਜੇ ਮੇਨਟੇਨ ਨਾ। ਮੈਂ ਮੋਟਾ ਹੋਊਗਾ ਜਦੋਂ ਮੈਂ ਪਤਲਾ ਹੋਊਗਾ। ਕਿੰਨਾ ਕੁ ਜਿਮ ਜਾਣਾ ਜ਼ਰੂਰੀ ਹੈ? ਹੁਣ ਵੀ ਜਾਂਦੇ ਹੋ? ਮੈਂ ਬਰਦਰ ਡੇਲੀ, ਮੈਂ ਕਦੇ ਵਰਕਆਊਟ ਨਹੀਂ ਮਿਸ ਕਰਦਾ। ਮੇਰੇ ਲਈ ਜਿਮ ਇੰਨਾ ਇੰਪੋਰਟੈਂਟ ਨਹੀਂ ਹੈ, ਮੇਰੇ ਲਈ 1 ਘੰਟਾ ਫਿਜ਼ੀਕਲ ਵਰਕਆਊਟ ਇੰਪੋਰਟੈਂਟ ਹੈ। ਜਿਮ ਨਾ ਹੋ, ਮੈਂ ਮੈਂ ਜਿਮ ਨਹੀਂ ਗਿਆ, ਮੈਂ ਘਰੇ ਕਾਰਡੀਓ ਕਰਕੇ ਆਇਆ ਆਪਣੀ। ਠੀਕ ਹੈ। ਮੈਂ ਆਪਣੇ ਕਲਾਇੰਟਸ ਨੂੰ ਵੀ ਇਹੀ ਕਹਿੰਦਾ ਹੁੰਦਾ, ਜੇ ਤੁਸੀਂ ਜਿਮ ਨਹੀਂ ਜਾਣਾ ਨਾ ਜਾਓ। ਜ਼ਰੂਰੀ ਨਹੀਂ ਵੇਟ ਚੱਕ ਕੇ ਥੋੜੀ ਬੋਡੀ ਹੈਲਦੀ ਹੋਊਗੀ। ਤੁਸੀਂ ਸਵੇਰੇ ਉੱਠ ਕੇ 5 ਮਿੰਟ ਗਾਣਿਆਂ ਤੇ ਭੰਗੜਾ ਪਾ ਲਓ ਕਿਸੇ ਦੇ ਵੀ, ਬਹੁਤ ਆ। ਉਸ ਤੋਂ ਬਾਅਦ ਮੇਰਾ ਬਰਦਰ ਫੰਡਾ ਇਹ ਰਿਹਾ, ਮੈਂ 7 ਵਜੇ ਤੋਂ ਬਾਅਦ ਕੁਛ ਨਹੀਂ ਖਾਂਦਾ। ਅੱਛਾ। ਆਫਟਰ 7 ਦੁਨੀਆ ਇੱਧਰ ਦੀ ਇੱਧਰ ਹੋ ਜਾਵੇ, ਮੈਂ 7 ਵਜੇ ਤੋਂ ਬਾਅਦ ਕੁਛ ਨਹੀਂ ਖਾਊਂਗਾ। ਜੇ ਮੈਂ ਭੁੱਖਾ ਤਾਂ ਭੁੱਖਾ ਰਹੂੰਗਾ। ਸੋ ਇਹ ਚੀਜ਼ ਆਈ ਥਿੰਕ ਮੇਰੀ ਫਿਟਨੈਸ ਦਾ ਮੇਨ ਰਾਜ ਇਹੀ ਹੈ ਕਿ ਮੈਂ 7 ਵਜੇ ਤੋਂ ਬਾਅਦ ਕੁਛ ਨਹੀਂ ਖਾਂਦਾ। ਔਰ ਇਹ 10 ਸਾਲ ਪਹਿਲਾਂ ਵੀ ਮੈਂ ਇੰਨਾ ਸੀਗਾ, ਇਹ ਜੋ ਫਿਟਨੈਸ ਲੈਵਲ ਹੋਣਾ ਮੇਰਾ, ਤੇ ਅੱਜ ਤੋਂ 30 ਸਾਲ ਬਾਅਦ ਵੀ ਮੈਂ ਆਹੀ ਰਹੂੰਗਾ। ਬਿਲਕੁਲ। ਇਹ ਹੁਣ ਅੱਜ ਕੱਲ੍ਹ ਡਾਈਟ ਦੇ ਵਿੱਚ ਇੰਟਰਮੀਟੈਂਟ ਫਾਸਟਿੰਗ ਦੇ ਨਾਮ ਤੇ ਕੰਸੈਪਟ ਮਸ਼ਹੂਰ ਹੋ ਗਿਆ, ਬਟ ਇਹ ਕੰਸੈਪਟ ਬਹੁਤ ਪੁਰਾਣਾ। ਜਿਹੜੇ ਆਪਣੇ ਪੁਰਾਣੇ ਰਿਸ਼ੀ ਮੁਨੀ ਹੁੰਦੇ ਸੀ, ਉਹ ਸੂਰਿਆਸਤ ਹੋਣ ਤੋਂ ਬਾਅਦ ਕੁਝ ਨਹੀਂ ਸੀ ਖਾਂਦੇ, ਤਾਂ ਹੀ ਫਿੱਟ ਰਹਿੰਦੇ ਸੀ। ਬਿਲਕੁਲ। ਕੋਈ ਦੇਖੇ ਸਾਧੂ ਸੰਤ ਢਿੱਡ ਵਾਲੇ ਨਹੀਂ ਸੀਗਾ, ਜੰਗਲਾਂ 'ਚ ਰਹਿੰਦੇ ਸੀ, ਨੈਚੁਰਲ ਫੂਡ ਰਹਿੰਦੇ ਸੀ, ਧੁੱਪ ਲੈਂਦੇ ਸੀਗੇ। ਠੀਕ ਹੈ। ਉੱਥੇ ਹੀ ਰਹਿੰਦੇ ਸੀਗੇ, ਉੱਥੇ ਹੀ ਖਾਂਦੇ ਪੀਂਦੇ ਸੀ। ਆਪਣਾ 7 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਖਾਂਦੇ ਨਹੀਂ ਸੀ। ਤਾਂ ਉਹ ਸਾਰੇ ਮੈਸੇਜ ਸਾਰਿਆਂ ਨੂੰ ਇਹੀ ਹੈ। ਡਾਈਟ ਪਲਾਨ, ਜੇ ਕਿਸੇ ਨੂੰ ਪ੍ਰੋਬਲਮ ਹੈ, ਵੇਟ 100 ਕਿਲੋ ਹੈ, 110 ਕਿਲੋ, ਨੋ ਡਾਊਟ, ਉਹਨੂੰ ਤਾਂ ਆਪਣਾ ਸਪੈਸੀਫਿਕ ਪਲਾਨ ਬਣਵਾਉਣਾ ਪੈਣਾ। ਬਿਲਕੁਲ। ਬਟ ਇੱਕ ਬੇਸਿਕ ਫੰਡਾਮੈਂਟਲ ਫਿਟਨੈਸ ਦਾ ਸਭ ਤੋਂ ਵਧੀਆ ਇਹ ਹੈ,
7 ਵਜੇ ਤੋਂ ਬਾਅਦ ਲਾਸਟ 8 ਵਜੇ ਤੋਂ ਬਾਅਦ ਖਾਓ ਨਾ। ਸੂਰਜ ਡੁੱਬਣ ਤੋਂ ਬਾਅਦ ਜਦੋਂ ਤੁਸੀਂ ਕੁਝ ਖਾ ਰਹੇ ਹੋ ਤਾਂ ਤੁਹਾਡੇ ਉਹ ਹਾਰਮੋਨਸ ਉਹਨੂੰ ਚੀਜ਼ ਨੂੰ ਨਹੀਂ ਐਡਜਸਟ ਕਰ ਸਕਦੇ। ਰਾਈਟ ਬੀਇੰਗ ਅ ਨਾਰਮਲ ਲੇਮੈਨ, ਜਿਹੜਾ ਇੱਕ ਆਮ ਬੰਦਾ ਫਿਟਨੈਸ ਦੇ ਨਾਲ। ਲੇਕਿਨ ਜਿਹੜਾ ਹੁਣ ਜਿੱਦਾਂ ਹੁਣ ਆਪਣਾ ਨੌਕਰੀ ਕਲਚਰ ਹੈ ਨਾ, ਮਤਲਬ ਕਿ ਹੁਣ ਅੱਜ ਕੱਲ੍ਹ ਤਾਂ ਨੌਕਰੀ ਇਸ ਹਿਸਾਬ ਦੀ ਹੋ ਗਈ ਕਿ ਸਵੇਰੇ ਆਓ ਰਾਤ ਦੇ 10 ਤਾਂ ਆਰਾਮ ਨਾਲ ਵੱਜ ਜਾਂਦੇ ਆ ਹਨਾ ਆਫਿਸਾਂ 'ਚ, ਤੇ ਉਹ ਬੰਦਾ ਕੀ ਕਰੇ? ਮਤਲਬ ਕਿ ਉਹਨੂੰ ਕੀ ਕਰਨਾ ਚਾਹੀਦਾ ਜੇ ਹੁਣ ਹਰ ਕੋਈ ਤਾਂ ਨਹੀਂ 7 ਵਜੇ ਵਾਲੀ ਚੀਜ਼ ਫੋਲੋ ਕਰ ਸਕਦਾ? ਉਹ ਤਾਂ ਫਿਰ ਪਤਾ ਇੱਕ ਚੀਜ਼ ਕਰ ਸਕਦਾ, ਉਹ ਆਪਣੀ ਲਾਈਫ ਦੇ ਵਿੱਚ 10 ਵਜੇ ਤੁਸੀਂ ਰੋਟੀ ਖਾ ਰਹੇ ਹੋ ਤਾਂ ਤੁਸੀਂ ਸਵੇਰ ਦਾ ਜਿਹੜਾ ਬ੍ਰੇਕਫਾਸਟ ਆ ਉਹਨੂੰ ਥੋੜਾ ਅੱਗੇ ਪੁਸ਼ ਕਰਕੇ ਅੱਛਾ ਤੁਸੀਂ ਆਪਣੇ ਈਟਿੰਗ ਵਿੰਡੋ ਜਿਹੜੀ ਤੁਹਾਡੀ ਹੈ, ਤੁਸੀਂ ਮੈਂ ਤਾਂ ਇਹ ਕਹਿੰਦਾ ਵੀ ਜੇ ਮੈਂ ਸਵੇਰੇ 11 ਵਜੇ ਤੋਂ ਲੈ ਕੇ 7 ਵਜੇ ਤੱਕ ਖਾਣਾ ਹੈ, 8 ਘੰਟੇ ਦੀ ਨਾਰਮਲ 7-8 ਘੰਟੇ ਦੀ ਮੇਰੀ ਈਟਿੰਗ ਵਿੰਡੋ ਆ, 16 ਘੰਟੇ ਮੈਂ ਬੋਡੀ ਨੂੰ ਫਾਸਟ ਦੇਣਾ। ਜੇ ਕੋਈ 10 ਵਜੇ ਬੰਦਾ ਘਰੇ ਆ ਰਿਹਾ 10 ਵਜੇ ਉਹਦੀ ਲਾਸਟ ਮੀਲ ਹੈ ਤਾਂ ਅਗਲੇ ਦਿਨ ਦੁਪਹਿਰੇ ਲੰਚ ਕਰ ਲਵੇ, ਸਿੱਧਾ ਬ੍ਰੇਕਫਾਸਟ ਸਕਿਪ ਕਰ ਦਿਓ। ਤੁਹਾਡੀ ਈਟਿੰਗ ਵਿੰਡੋ ਦੇ ਵਿੱਚ ਕਿੰਨੀ ਕੁ ਦੇਰ ਦਾ ਗੈਪ ਹੋਣਾ? ਦੇਖੋ ਆਪਣੀ ਬੋਡੀ ਨੂੰ ਨਾ ਬਹੁਤ ਘੱਟ ਚਾਹੀਦਾ ਖਾਣ ਲਈ। ਅੱਛਾ ਇਹ ਆਪਾਂ ਦਿਮਾਗੀ ਵਹਿਮ ਪਾਲੇ ਹੋਏ ਨੇ, ਆਪਾਂ ਨੂੰ ਬ੍ਰੇਕਫਾਸਟ ਵੀ ਚਾਹੀਦਾ, ਲੰਚ ਵੀ ਕਰਨਾ ਹੈ, ਈਵਨਿੰਗ ਸਨੈਕ ਵੀ ਚਾਹੀਦਾ, ਡਿਨਰ ਵੀ ਚਾਹੀਦਾ। ਕੁਛ ਨਹੀਂ, ਬੋਡੀ ਨੂੰ ਤੁਸੀਂ 2 ਟਾਈਮ ਖਾਣਾ ਦੇ ਦਿਓ, ਇੱਕ ਵਾਰੀ ਸਵੇਰੇ ਇੱਕ ਵਾਰੀ ਸ਼ਾਮੀ। ਜੇ ਮੈਂ ਸਵੇਰੇ 10 ਵਜੇ ਖਾਇਆ ਹਾਂਜੀ ਤੇ ਮੈਂ ਕਿੰਨੇ ਵਜੇ ਖਾਵਾਂ ਫਿਰ? ਤੁਸੀਂ ਸਵੇਰੇ 10 ਵਜੇ ਖਾਇਆ, ਸ਼ਾਮੀ ਤੁਸੀਂ 8 ਵਜੇ ਖਾਓ, ਉਸ ਤੋਂ ਬਾਅਦ ਨਾ ਖਾਓ। ਅੱਛਾ, ਜੇ ਦੁਪਹਿਰੇ ਮੈਂ ਸਕਿਪ ਕਰਦਾ ਤਾਂ ਵੀ ਕੋਈ ਟੈਨਸ਼ਨ ਨਹੀਂ? ਕੋਈ ਟੈਨਸ਼ਨ ਨਹੀਂ। ਥੋੜੀ ਬੋਡੀ 'ਚ ਜਿਹੜੀ ਆਲਰੇਡੀ ਫੈਟ ਸਟੋਰੇਜ ਹੋਈ ਹੈ ਬੋਡੀ, ਇਹ ਤੋਂ એનર્ਜੀ ਲੈ ਲੂਗੀ। ਜ਼ਰੂਰੀ ਥੋੜੀ ਹੈ ਜੇ ਆਪਾਂ ਫੂਡ ਖਾਂਦੇ ਹਾਂ ਬੋਡੀ ਉਹ ਤੋਂ એનર્ਜੀ ਲੈਂਦੀ ਹੈ। ਬੋਡੀ ਨੇ ਤਾਂ ਜੋ ਤੁਹਾਡੇ ਸਰੀਰ ਤੇ ਫੈਟ ਜੰਮਿਆ ਉਹ ਤੋਂ એનર્ਜੀ ਲੈਣੀ ਹੈ। ਰਾਈਟ। ਤੇ ਕਈ ਵਾਰ ਕਹਿੰਦੇ ਕਿ 5 ਟਾਈਮ ਮੀਲਸ ਵੀ ਕਰਨਾ ਚਾਹੀਦਾ ਆ। ਦੇਖੋ ਬ੍ਰਦਰ, ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ। ਹੁਣ ਮੈਂ ਤਾਂ ਹੀ ਇੱਕ ਨਾਰਮਲ ਲੇਮੈਨ ਦੀ ਗੱਲ ਕਰਦਾ। ਹੁਣ ਜਿਹੜੇ ਪਰਸਨ ਬੋਡੀ ਬਿਲਡਿੰਗ 'ਚ ਨੇ ਉਹਨਾਂ ਦਾ ਪ੍ਰੈਪ ਸ਼ੈਡਿਊਲ ਹੋਰ ਹੁੰਦਾ, ਉਹ ਦਿਨ 'ਚ 5-5 6 ਵਾਰੀ ਖਾਣਾ ਵੀ ਪੈਂਦਾ, ਉਹਨਾਂ ਦੀ ਗੇਮ ਹੈ। ਬਟ ਜੋ ਸਾਇੰਸ ਕਹਿੰਦੀ ਆ, ਮੈਂ ਗੱਲ ਉਹੀ ਕਰਦਾ ਹਮੇਸ਼ਾ ਜਿਹੜੀ ਸਾਇੰਟੀਫਿਕਲੀ ਤੇ ਮੈਡੀਕਲੀ ਪ੍ਰੂਵਡ ਆ। ਜੋ ਚੀਜ਼ ਆਪਾਂ ਇੰਡੀਅਨਸ ਆਪਣੇ ਆਪ ਨੂੰ ਅਪਣਾਈ ਹੋਈ ਹੈ ਕਿ ਆਪਾਂ ਬੋਡੀ ਨੂੰ ਪੰਜਾਬੀ 'ਚ ਕਹੀਏ ਧੁੰਦੇ ਰਹਿੰਦੇ ਆ, ਖਾਈ ਜਾਓ, ਨਹੀਂ ਲੋੜ ਬੋਡੀ ਡਸਟਬਿਨ ਬਣਾ ਰੱਖਿਆ ਬੋਡੀ ਨੂੰ, ਨਹੀਂ ਲੋੜ ਨਹੀਂ ਬੋਡੀ ਨੂੰ, ਬਹੁਤ ਘੱਟ। ਇਹ ਤਾਂ ਮੈਂ ਤੁਹਾਨੂੰ ਇੱਕ ਫੈਕਟ ਦੱਸਦਾ ਆਪਣੇ ਨਾ, ਜਦੋਂ ਆਪਾਂ ਕੁਝ ਵੀ ਖਾਂਦੇ ਆ ਆਪਣੇ ਇੱਕ ਸਿਗਨਲ ਹੁੰਦੇ ਨੇ ਬੋਡੀ ਦੇ ਵਿੱਚ, ਉਹ ਦਿਮਾਗ ਤੱਕ 20 ਮਿੰਟ ਬਾਅਦ ਪਹੁੰਚਦੇ ਨੇ। ਤੁਸੀਂ ਹੁਣ 4 ਰੋਟੀਆਂ ਖਾ ਲਏ, ਸਹੀ ਗੱਲ ਹੈ, ਉਹ 20 ਮਿੰਟ ਬਾਅਦ ਪਹੁੰਚੇ ਨਾ ਸਿਗਨਲ ਦਿਮਾਗ ਦੇ ਵੀ ਹੁਣ ਤੂੰ ਬੱਸ ਕਰ, 20 ਮਿੰਟ ਤੋਂ ਤਾਂ 2 ਰੋਟੀਆਂ ਹੋਰ ਪੈ ਜਾਂਦੀਆਂ ਅੰਦਰ। ਤਦ ਤੱਕ ਇਹ ਸਿਸਟਮ ਹੈ। ਤਾਂ ਹੀ ਮੈਂ ਕਹਿੰਦਾ ਉਹਨੇ ਕਿ ਪੋਰਸ਼ਨ ਸਾਈਜ਼ ਘੱਟ ਰੱਖੋ ਤੇ ਗੈਪ ਦੇ ਕੇ ਖਾਓ ਤੇ ਇੱਕ ਰੋਟੀ ਨੂੰ ਹਮਾਰਾ ਚਿਊ ਕਰਕੇ ਖਾਓ, ਆਰਾਮ ਨਾਲ ਖਾਓ, ਤਾਂ ਕਿ ਸਿਗਨਲ ਜਿਹੜਾ ਨਾ ਤੁਹਾਡਾ ਉਹ ਰਵੇ ਕੰਪੈਟੀਬਲ। ਹਾਂ, ਕਿ ਪਹੁੰਚਦਾ ਜਾਏ ਟਾਈਮ ਦਾ, ਤੁਸੀਂ ਜਦ ਤੱਕ ਤਾਂ 4 ਹੋਰ ਅੰਦਰ ਗਏ ਆ। ਸੋ ਬੋਡੀ ਨੂੰ ਇੰਨਾ ਨਹੀਂ ਲੋੜ। ਇੱਕ ਮੈਂ ਹੋਰ ਵੀਡੀਓ ਦੇਖ ਰਹੀ ਤੁਹਾਡੀ ਇੰਸਟਾਗ੍ਰਾਮ ਤੇ, ਤੁਸੀਂ ਬੜੀ ਸੋਹਣੀ ਪਾਈ ਹੋਈ ਸੀ ਕਿ ਜਿਹੜੇ ਅੱਜ ਕੱਲ੍ਹ ਇਹ ਫੂਡ ਚੈਲੰਜ ਚੱਲ ਰਹੇ ਨੇ। ਬਿਲਕੁਲ, ਹੈ ਨਾ। ਮੈਂ ਕਹਿੰਦਾ ਬ੍ਰਦਰ, ਸੌਰੀ ਕੋਈ ਓਫੈਂਡ ਹੋਵੇ ਤਾਂ, ਮੈਂ ਕਿਸੇ ਦਾ ਐਵੇਂ ਆਪਾਂ ਡੀਫੇਮ ਨਹੀਂ ਕਰ ਰਹੇ, ਬਟ ਬਹੁਤ ਲੋਕ ਇਹ ਨੇ ਕਿ ਏਡੀਆਂ ਵੱਡੀਆਂ ਥਾਲੀਆਂ ਰੱਖ ਕੇ ਚੈਲੰਜ ਕ੍ਰੀਏਟ ਕਰਦੇ ਨੇ। ਤੁਸੀਂ ਆਪਾਂ ਛੋਟਾ ਐਗਜ਼ਾਮਪਲ ਲੈਂਦੇ ਹਾਂ, ਜਿਹੜਾ ਬੰਦਾ 30 ਗੋਲ ਗੱਪੇ ਖਾਊਗਾ 5-10 ਸਕਿੰਟ ਦੇ ਵਿੱਚ, ਉਹਨੂੰ 5100 ਰੁਪਏ ਨਾ ਮਿਲੂਗਾ। 5100 ਪਿੱਛੇ ਤੁਸੀਂ 30 ਗੋਲ ਗੱਪੇ 1 ਮਿੰਟ ਦੇ ਵਿੱਚ 10 ਸਕਿੰਟ ਦੇ ਵਿੱਚ ਖਾਣ ਲੱਗੋ, ਇੱਕ ਗੋਲ ਗੱਪਾ ਵੀ ਤੁਹਾਡੀ ਟ੍ਰੈਕੀਆ ਦੇ ਵਿੱਚ, ਤੁਹਾਡੇ ਵਿੰਡ ਪਾਈਪ ਦੇ ਵਿੱਚ, ਤੁਹਾਡੀ ਆਕਸੀਜਨ ਜਿੱਥੋਂ ਤੁਹਾਡੇ ਦਿਮਾਗ ਤੱਕ ਪਹੁੰਚ ਰਹੀ, ਇੱਕ ਵੀ ਤੁਹਾਡੇ ਵਿੰਡ ਪਾਈਪ ਦੇ ਵਿੱਚ ਅਟਕ ਗਿਆ, ਥੋੜੀ ਡੈਥ ਆ ਉੱਥੇ। ਦੇਖੋ ਬਹੁਤ ਸਾਰੇ ਆਰਟੀਕਲ ਇਹੋ ਜਿਹੇ ਪਏ ਨੇ ਕੱਟੇ ਪੇਪਰ 'ਚੋਂ, ਗੋਲ ਗੱਪੇ ਵਾਲੇ ਵੀ ਨੇ ਉਹਦੇ ਵਿੱਚ ਪੌਪਕੋਰਨ ਖਾਣ ਕਰਕੇ ਵੀ, ਪੌਪਕੋਰਨ ਕਿਸੇ ਦੇ ਗਲ ਦੇ ਵਿੱਚ ਅਟਕ ਗਿਆ, ਕਿਸੇ ਦੇ ਵਿੱਚ ਗਲ 'ਚ ਕੋਈ ਚਿਕਨ ਦਾ ਪੀਸ ਅਟਕ ਗਿਆ, ਉਹਦੀ ਡੈਥ ਹੋ ਗਈ। ਆਹ ਜਿਹੜੀ ਆਪਣੀ ਨਾੜੀ ਹੁੰਦੀ ਹੈ ਨਾ, ਇਹਦੇ ਕਿਉਂਕਿ ਸਾਰੇ ਆਪਾਂ ਡਾਕਟਰ ਕਹਿੰਦੇ ਨੇ ਚਿਊ ਕਰਕੇ ਆਰਾਮ ਨਾਲ ਖਾਓ। ਫੂਡ ਚੈਲੰਜਿਸ ਲੋਕਾਂ ਨੇ ਇੰਨਾ ਉਹ ਕੀਤਾ ਪਿਆ, 30 ਸਕਿੰਟ ਦੇ ਵਿੱਚ ਆਹ ਖਾਓ, ਲੋਕੀ ਖਾਈ ਜਾਂਦੇ ਨੇ। ਤੁਹਾਡੇ ਲੀਵਰ 'ਤੇ ਵੀ ਸਟ੍ਰੈਸ ਪੈ ਰਿਹਾ, ਤੁਹਾਡੇ ਵਿੰਡ ਪਾਈਪ 'ਤੇ ਸਟ੍ਰੈਸ ਪਾ ਰਹੇ ਹੋ ਤੁਸੀਂ, ਆਪਣੀ ਬੋਡੀ 'ਤੇ ਸਟ੍ਰੈਸ, ਉਹ ਕੀ ਫਾਇਦਾ ਉਹ ਚੈਲੰਜ ਦਾ? 5100 ਪਿੱਛੇ ਤੁਸੀਂ ਆਪਣੇ ਇੱਕ ਸਿਰਫ ਵੀਡੀਓ ਦੇ ਲਾਈਕਸ ਲੈਣ ਪਿੱਛੇ ਤੁਸੀਂ ਆਪਣੀ ਜਾਨ ਖਤਰੇ 'ਚ ਪਾ ਰਹੇ ਹੋ, ਉਹ ਚੀਜ਼ ਨਹੀਂ ਕਰਨੀ ਚਾਹੀਦੀ। ਮੈਂ ਪਹਿਲੀ ਵਾਰ ਦੇਖਿਆ ਔਰ ਮੈਨੂੰ ਇੰਨਾ ਦੇਖ ਕੇ ਮਜ਼ਾ ਆਇਆ ਨਾ ਉਹ ਵੀਡੀਓ, ਕਿ ਕਿਸੇ ਨੇ ਵਾਕਈ ਹੀ ਇੱਕ ਚੰਗੀ ਗੱਲ ਕੀਤੀ ਹੈ ਕਿ ਇਹ ਫੂਡ ਚੈਲੰਜ ਪਿੱਛੇ ਨਾ ਜਾਓ, ਕਿਉਂਕਿ ਜੇ ਇੱਕ ਵੀ ਸੱਚੀ ਤਾਂ ਤੁਸੀਂ ਗੱਲ ਕਹੀ ਕਿ ਜੇ ਅਟਕ ਗਿਆ ਤੇ ਫਿਰ ਡੈਥ ਹੈ ਉਸ ਤੋਂ ਬਾਅਦ। ਵਿੰਡ ਭਾਈ ਕੁਝ ਵੀ ਚੀਜ਼ ਕਿੰਨੀ ਕੁ ਹੈ, ਇੱਕ ਮਾਸ ਦਾ, ਇੱਕ ਜੇ ਆਪਾਂ ਬਾਹਲਾ ਡੀਪ ਨਹੀਂ ਜਾਂਦੇ ਨੌਲੇਜ ਦੇ ਵਿੱਚ, ਇੱਕ ਮਾਸ ਦੀ ਪਾਈਪ ਹੈ, ਇੱਕ ਹੈ ਨਾ, ਇੱਕ ਮਸਲ ਹੈ ਇਹ ਜੇ ਇਹਦੇ ਵਿੱਚ ਕੋਈ ਵੀ ਚੀਜ਼ ਇੱਥੇ ਤੁਹਾਡੇ ਸਟਕ ਹੋ ਗਈ, ਤੁਹਾਨੂੰ ਸਾਹ ਨਹੀਂ ਆਉਣਾ, ਤੁਸੀਂ ਚੋਕਿੰਗ ਫੀਲ ਕਰੋਗੇ ਥੋੜੀ। ਮੈਂ ਇੱਕ ਦਿਨ ਦੱਸਦਾ ਤੁਹਾਨੂੰ, ਮੈਂ ਚਿਕਨ ਖਾ ਰਿਹਾ ਸੀ ਤਾਂ ਉਹਦਾ ਇੰਨਾ ਕੁ ਪੀਸ ਹੋਣਾ ਕਿਸੇ ਹੱਡੀ ਦਾ ਨਾ ਕਿ ਉਹ ਇੱਥੇ ਅਟਕ ਗਿਆ, ਮੈਨੂੰ ਔਖਾ ਹੋ ਗਿਆ ਸੀ ਬਿਲਕੁਲ ਸਾਹ ਲੈਣਾ, ਉਹਨੂੰ ਬਾਹਰ ਕੱਢਣਾ। ਮਤਲਬ ਕਿ ਔਰ ਜੇ ਉਹ ਉਸ ਤੋਂ ਥੋੜਾ ਜਿਹਾ ਵੱਡਾ ਹੁੰਦਾ ਤੇ ਮੈਨੂੰ ਲੱਗਦਾ ਕਿ ਹੋਰ ਪ੍ਰੋਬਲਮ ਹੋ ਸਕਦੀ ਸੀ ਮੇਰੇ। ਤੁਹਾਨੂੰ ਮੈਂ ਚੈਲੰਜ ਦਵਾਂ ਕਿ ਆਪਾਂ ਬ੍ਰਦਰ ਆਪਾਂ ਚੈਲੰਜ ਕਰਦੇ ਹਾਂ, ਆਪਾਂ ਨਾ 30 ਲੈਗ ਪੀਸ ਜਿਹੜੇ ਜਲਦੀ ਖਾਊਗਾ 2 ਮਿੰਟ ਦੇ ਵਿੱਚ, ਉਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ। ਆਪਣੀ ਹੈਲਥ ਦੇ ਨਾਲ ਕਦੇ ਖਿਲਵਾੜ ਨਾ ਕਰੋ ਕਿਸੇ ਵੀ ਚੀਜ਼ ਨੂੰ ਲੈ ਕੇ। ਰਾਈਟ, ਇਹ ਚੀਜ਼ ਰਾਈਟ। ਤੇ ਗੌਰਵ ਹੁਣ ਆਪਾਂ ਚੱਲਦੇ ਹਾਂ ਥੋੜਾ ਜਿਹਾ ਫੈਸ਼ਨ ਵਾਲਾ, ਹੈ ਨਾ। ਤੇ
ਤੁਸੀਂ ਮਿਸਿਸ ਪੰਜਾਬ ਦੇ 5 ਸਾਲ ਤੁਸੀਂ ਬ੍ਰਾਂਡ ਐਂਬੈਸਡਰ ਵੀ ਰਹੇ? ਮੈਂ ਐਜ਼ ਅ ਜੂਰੀ ਰਿਹਾ ਮਿਸਿਸ ਪੰਜਾਬ ਦੇ ਵਿੱਚ। ਮੈਂ ਇਹਦਾ 5 ਸਾਲ ਉਹਦੀ ਜਿਊਰੀ ਕੀਤੀ ਹੈ ਐਜ਼ ਅ ਜਜਮੈਂਟ ਦੇ ਲਈ। ਉੱਥੇ ਜਾਂਦਾ ਹੁੰਦਾ ਸੀਗਾ। ਤੇ ਲੁਧਿਆਣੇ ਦੇ ਵਿੱਚ ਵੀ ਆਲ ਓਵਰ ਪੰਜਾਬ ਵੀ ਜਿੰਨੇ ਵੀ ਮੋਸਟਲੀ ਲੇਡੀਜ਼ ਦੇ ਇਵੈਂਟ ਹੁੰਦੇ, ਲਾਈਕ ਮਿਸ ਤੀਜ ਹੋ ਜਾਂਦੀ ਹੈ, ਮਿਸਿਸ ਤੀਜ ਹੁੰਦੀ ਹੈ, ਮਿਸਿਸ ਕਰਵਾ ਚੌਥ ਵਾਲੀ ਇਵੈਂਟ, ਉੱਥੇ ਮੈਨੂੰ ਐਜ਼ ਅ ਇਨਵਾਈਟ। ਕਿੰਨਾ ਐਕਸਾਈਟਿਡ ਸੀਗਾ ਕਿੰਨਾ ਐਕਸਾਈਟਡ ਸੀਗੀ ਉੱਥੇ ਬ੍ਰਦਰ? ਇਦਾਂ ਹੁੰਦਾ ਕਈ ਵਾਰ, ਇਦਾਂ ਹੁੰਦਾ ਕਿ ਬਹੁਤ ਲੇਡੀਜ਼ ਹੁੰਦੀਆਂ ਸਾਰੇ ਸ਼ੋਅ ਦੇ ਵਿੱਚ, ਹੈ ਨਾ, ਤੇ ਕਈ ਵਾਰ ਮੈਂ ਉੱਥੇ ਇਕੱਲਾ ਹੁੰਦਾ ਉਹਦੇ ਤਾਂ ਥੋੜਾ ਮੈਨੂੰ ਲੱਗਦਾ ਪਹਿਲਾਂ ਤਾਂ ਔਖਾ ਲੱਗਦਾ ਸੀਗਾ ਕਿ ਕਿਉਂਕਿ ਮੈਂ ਬਹੁਤ ਛੋਟਾ ਕਿਸੇ ਨੂੰ ਜੱਜ ਕਰਨ ਦੇ ਲਈ, ਹੈ ਨਾ, ਮੈਂ ਆਪਣੇ ਆਪ ਨੂੰ ਉਹਨਾਂ ਨਹੀਂ ਸਮਝਦਾ। ਬਟ ਲੇਕਿਨ ਐਕਸਪੀਰੀਅੰਸ ਵੀ ਹੁੰਦਾ। ਬਟ ਦੇਖੋ, ਜੇ ਤੁਹਾਨੂੰ ਕੋਈ ਉਸ ਰਿਸਪੌਂਸਿਬਿਲਿਟੀ ਦੇ ਕਾਬਲ ਸਮਝਦਾ, ਤੁਹਾਨੂੰ ਸੀਟ ਦੇ ਰਿਹਾ, ਤਾਂ ਮੈਂ ਹਮੇਸ਼ਾ ਫਰਜ਼ ਨਿਭਾਇਆ ਕਿ ਮੇਰੇ ਕੋਲ ਨਾ ਬਹੁਤ ਸਾਰੇ ਨੈੱਟ ਤੇ ਪਹਿਲਾਂ ਮੈਸੇਜ ਆਏ ਹੁੰਦੇ ਸੀਗੇ, ਸਰ ਮੈਂ ਵੀ ਪਾਰਟੀਸਪੇਟ ਕਰ ਰਹੀ ਹਾਂ ਉਹਦੇ ਵਿੱਚ, ਮੈਂ ਵੀ ਪਾਰਟੀਸਪੇਟ। ਬਟ ਮੈਂ ਹਮੇਸ਼ਾ ਟਰਾਂਸਪੇਰੈਂਸੀ ਰੱਖਿਆ ਇੱਕ, ਜਿਹੜਾ ਬੰਦਾ ਡਿਜ਼ਰਵ ਕਰਦਾ ਉਹਨੂੰ ਹੀ ਮੈਂ ਅੱਗੇ ਲੈ ਕੇ ਜਾਂਦਾ ਸੀਗਾ। ਤੇ ਜਿਹੜਾ ਬੰਦਾ ਇਹ ਨਹੀਂ ਕਿ ਮੈਨੂੰ ਕੋਈ ਕਲੋਜ਼ ਹੈ ਮੇਰੇ ਵਾਲਾ ਜਾਂ ਫਰੈਂਡ ਲਿਸਟ ਦੇ ਵਿੱਚ, ਉਹਨੂੰ ਅੱਗੇ ਲੈ ਕੇ ਜਾਵਾਂ। ਸੋ ਜੇ ਕੋਈ ਚੀਜ਼ ਨੇ ਤੁਹਾਨੂੰ ਰਿਸਪੌਂਸਿਬਿਲਿਟੀ ਦਿੱਤੀ ਆ ਤਾਂ ਉਹਨੂੰ ਬਖੂਬੀ ਪਾਰਸ਼ਲ ਹੋਏ ਤੋਂ ਬਿਨਾਂ ਨਿਭਾਓ। ਤਾਂ ਉਹੀ ਮੇਰਾ ਰੀਜ਼ਨ ਹੈ ਕਿ ਕਾਫੀ ਸਾਰੇ ਸ਼ੋਅਸ ਤੇ ਮੈਂ ਤਾਂ ਜੂਰੀ ਮੈਂਬਰ ਬਣ ਕੇ ਜਾਣਾ, ਕਿਉਂਕਿ ਲੋਕਾਂ ਨੂੰ ਪਤਾ ਇਹਨੇ ਸੁਣਨੀ ਨਹੀਂ ਹੈਗੀ, ਆਪਣਾ ਕਰੂਗਾ ਤੇ ਇਹਨੇ ਕਿਸੇ ਦੀ ਸਿਫਾਰਿਸ਼ ਨਹੀਂ ਕਰਨੀ ਹੈਗੀ। ਰਾਈਟ। ਤੇ ਹੋਰ ਕਿਹੜੇ ਸ਼ੋਅਸ ਤੁਸੀਂ ਜੂਰੀ ਬਣੇ ਹੋ ਜਾਂ? ਮੈਂ ਬ੍ਰਦਰ ਜਿੰਨੇ ਵੀ ਲੁਧਿਆਣੇ ਦੇ ਵਿੱਚ ਕਹਿ ਲਓ, ਆਲ ਓਵਰ ਪੰਜਾਬ ਕਹਿ ਲਓ, ਚੰਡੀਗੜ੍ਹ ਦੇ ਵਿੱਚ ਕਹਿ ਲਓ, ਕਾਫੀ ਅਸੀਂ ਐਜ਼ ਅ ਬਿਊਟੀ ਕੰਟੈਸਟ ਜਿਹੜੇ ਹੁੰਦੇ ਨੇ, ਮਾਡਲਿੰਗ ਸ਼ੋਅ ਹੁੰਦੇ ਨੇ, ਫੈਸ਼ਨ ਗਾਲਾ ਸ਼ੋਅ ਹੁੰਦੇ ਨੇ, ਉਹਨਾਂ ਦਾ ਮੈਂ ਐਜ਼ ਅਫੀਸ਼ੀਅਲ ਜੂਰੀ ਰਿਹਾ। ਤੇ DAV ਦੇ ਵਿੱਚ ਸਪਾਰਕਲਸ ਆਪਣਾ ਇੱਕ ਐਨੂਅਲ ਉਹਨਾਂ ਦਾ ਫੰਕਸ਼ਨ ਹੁੰਦਾ ਸੀਗਾ DAV ਕਾਲਜ ਦਾ, ਤੇ ਉੱਥੇ ਵੀ ਮੈਂ ਐਜ਼ ਮੇਨ ਮਾਡਲਿੰਗ ਜਿਹੜੀ ਕੋਰੀਓਗ੍ਰਾਫੀ ਹੁੰਦੀ ਸੀਗੀ ਉਹਦੇ ਵਿੱਚ ਵੀ ਮੈਂ ਐਜ਼ ਪਾਰਟ ਨਿਭਾਉਂਦਾ ਹੁੰਦਾ ਸੀਗਾ। ਰਾਈਟ। ਤੇ ਸਟਾਈਲਿੰਗ ਕਿੱਥੋਂ ਆਈ? ਸਟਾਈਲਿੰਗ ਬ੍ਰਦਰ ਇਦਾਂ ਹੈ ਕਿ ਅੱਜ ਦੀ ਫੋਟੋ ਕਿਸੇ ਨੇ ਕੰਪਲੀਮੈਂਟ ਕੀਤਾ? ਜੀ ਕਰਦੇ ਨੇ ਓਬਵੀਅਸਲੀ, ਜਦੋਂ ਹੁਣ ਤੁਸੀਂ ਵਧੀਆ ਪਾਓਗੇ ਕੰਪਲੀਮੈਂਟ ਸਾਰੇ ਕਰਦੇ। ਕੁੜੀ ਦੇ ਵੱਲੋਂ ਆਇਆ ਕਦੀ? ਕੁੜੀ ਦੇ ਵੱਲੋਂ ਆਉਂਦੇ ਰਹਿੰਦੇ ਨੇ ਜੀ, ਕੁੜੀਆਂ ਵੱਲੋਂ ਵੀ ਆਉਂਦੇ ਰਹਿੰਦੇ ਨੇ ਕੰਪਲੀਮੈਂਟ, ਤੇ ਮੈਂ ਐਕਸੈਪਟ ਕਰਦਾ ਨਹੀਂ, ਮੈਂ ਥੈਂਕਸ। ਨਹੀਂ, ਉਹ ਤਾਂ ਵਧੀਆ ਗੱਲ ਹੈ ਨਾ। ਤੇ ਉਹ ਤਾਂ ਵਧੀਆ ਆਣੇ ਚਾਹੀਦੇ ਨੇ। ਕਿੱਥੋਂ ਮਤਲਬ ਕਿ ਆਇਆ ਕਿ ਯਾਰ ਮੈਂ ਹੁਣ ਬੋਡੀ ਤਾਂ ਵਧੀਆ ਹੋ ਗਈ, ਹੁਣ ਆਪਾਂ ਇੱਕ ਦੇਖੋ ਜਿਹੜੀ ਸਟਾਈਲਿੰਗ ਹੁੰਦੀ ਹੈ ਨਾ, ਉਹ ਹੁਣ ਜਿਵੇਂ ਅੱਜ ਦੀ ਫੋਟੋ ਜੇ ਤੁਸੀਂ 5 ਸਾਲ ਬਾਅਦ ਦੇਖੋ, ਤੁਸੀਂ ਕਹੋਗੇ ਯਾਰ ਆਹ ਕਿਵੇਂ ਪਾਈ ਬੈਠੇ। ਸਟਾਈਲਿੰਗ ਟਾਈਮ ਦੇ ਹਿਸਾਬ ਨਾਲ ਹੁੰਦੀ ਆ। ਰਾਈਟ। ਠੀਕ ਹੈ। ਸੋ ਤੁਹਾਡੀ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਟਾਈਲਿੰਗ ਉਹ ਬੰਦੇ ਨੂੰ ਕੈਰੀ ਕਰਨੀ ਚਾਹੀਦੀ ਜਿਹੜਾ ਉਹ ਈਜ਼ੀਲੀ ਕੈਰੀ ਕਰ ਸਕੇ। ਰਾਈਟ। ਇੱਕ ਸ਼ੀਸ਼ੇ ਜਦੋਂ ਤੁਸੀਂ ਖੜ੍ਹਦੇ ਤੁਹਾਨੂੰ ਪਤਾ ਚੱਲ ਜਾਂਦਾ ਮੇਰੀ ਬੋਡੀ ਤੇ ਆਹ ਚੀਜ਼ ਵਧੀਆ ਲੱਗਦੀ ਹੈ ਨਾ। ਹੁਣ ਜੇ ਕਿਸੇ ਦੀ ਬੋਡੀ ਸਟਰਕਚਰ ਬਰੋਡ ਆ ਜਾਂ ਕੋਈ ਜੇ ਕਿਸੇ ਦੇ ਫੈਟ ਕੰਟੈਂਟ ਜ਼ਿਆਦਾ, ਤਾਂ ਉਹ ਹੁਣ ਜੇ ਕੋਈ ਉਹਨੂੰ ਸੂਟ ਹੀ ਨਹੀਂ ਕਰੂਗੀ ਡਰੈਸਿੰਗ, ਉਹ ਨਾ ਪਾਓ। ਕਿਸੇ ਦੇ ਪਿੱਛੇ ਲੱਗ ਕੇ ਨਾ ਡਰੈਸਿੰਗ ਕਰੋ ਅਕੋਰਡਿੰਗ ਟੂ ਯੂਰ ਬੋਡੀ, ਤੇ ਜਿਹੜੀ ਚੀਜ਼ ਨੂੰ ਤੁਸੀਂ ਵਧੀਆ ਕੈਰੀ ਕਰ ਪਾਓ ਕੌਨਫੀਡੈਂਟਲੀ, ਉਹ ਡਰੈਸਿੰਗ ਹੈ ਤੁਹਾਡੀ। ਰਾਈਟ। ਤੁਸੀਂ ਕੈਜੂਅਲ ਪਾਓ, ਤੁਸੀਂ ਫਿਰ ਸੈਮੀ ਫਾਰਮਲ ਪਾਓ, ਤੁਸੀਂ ਫਾਰਮਲ ਪਾਓ, ਤੁਸੀਂ ਕੁਛ ਵੀ ਪਾਓ, ਬਟ ਤੁਸੀਂ ਕੌਨਫੀਡੈਂਟ ਫੀਲ ਕਰਨੇ ਚਾਹੀਦੇ ਹੋ ਉਹਦੇ ਵਿੱਚ। ਤੁਸੀਂ ਉੱਥੇ ਜਾ ਕੇ ਕਿਤੇ ਵੀ ਕੰਪਲੈਕਸ ਨਹੀਂ ਹੋਣਾ ਚਾਹੀਦਾ ਵੀ ਯਾਰ ਆਹ ਮੇਰੀ ਚੀਜ਼ ਜੱਚ ਰਹੀ ਹੈ, ਨਹੀਂ। ਇੱਕ ਮਾਈਂਡ ਹੋਣਾ ਚਾਹੀਦਾ ਤੁਹਾਡਾ ਕਿ ਆਹ ਚੀਜ਼, ਬਾਕੀ ਟਾਈਮ ਦੇ ਹਿਸਾਬ ਦੇ ਨਾਲ ਜਿਵੇਂ ਤੁਸੀਂ ਫੀਲਡ 'ਚ ਜਾਂਦੇ ਹੋ, ਉਹ ਅੱਜ ਤੋਂ ਆਪਾਂ ਪਹਿਲਾਂ 5 ਸਾਲ ਵਾਲੀਆਂ ਫੋਟੋਆਂ ਆਪਾਂ ਕਹਾਂਗੇ ਯਾਰ ਇਹ ਤਾਂ ਬਹੁਤ ਬੇਕਾਰ ਸਟਾਈਲਿੰਗ ਹੈ। ਰਾਈਟ। ਇਹ ਚੀਜ਼ ਆ। ਰਾਈਟ। ਤੇ ਕਦੀ ਲੋ ਫੀਲ ਕੀਤਾ ਗੌਰਵ ਨੇ? ਕਦੀ ਆਇਆ ਫੇਜ਼ ਜ਼ਿੰਦਗੀ 'ਚ ਕਦੀ ਲੋ ਫੀਲ? ਬਹੁਤ ਵਾਰ ਬ్రో, ਬਹੁਤ ਵਾਰ। ਇਹ ਫੇਜ਼ ਤਾਂ ਆਉਂਦਾ ਜਾਂਦਾ ਰਹਿੰਦਾ ਹੁਣ। ਬਟ ਇਹ ਹੈ ਕਿ ਪਹਿਲਾਂ ਜਦੋਂ ਲੋ ਫੀਲ ਕਰਦੇ ਸੀਗੇ, ਉਦੋਂ ਕਮਰੇ 'ਚ ਬੈਠ ਕੇ ਆਪ ਹੀ ਆਪਣੇ ਆਪ ਨੂੰ, ਹੈ ਨਾ, ਰੋ ਲੈਣਾ ਜਾਂ ਕੁਛ ਕਰ ਲੈਣਾ। ਬਟ ਇਹ ਹੈ ਕਿ ਉਹ ਵੀ ਹੁਣ ਟਾਈਮ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਤੋਂ ਨਿਕਲ ਕੇ ਲੋ ਫੇਜ਼ 'ਚੋਂ ਹੁਣ ਨਿਕਲਣਾ ਆ ਗਿਆ। ਜਦੋਂ ਬੰਦਾ ਛੋਟੀ ਉਮਰ ਦੇ ਵਿੱਚ ਕਾਫੀ ਤਰ੍ਹਾਂ ਦੇ ਫੇਜ਼ਸ ਦੇਖ ਲੈਂਦਾ ਨਾ, ਤਾਂ ਫਿਰ ਉਹ ਇੱਕ ਜਦੋਂ ਏਜ ਦੇ ਵਿੱਚ ਪਹੁੰਚਦਾ ਉਹਨੂੰ ਜਾ ਕੇ ਪਤਾ ਚੱਲ ਜਾਂਦੀ ਹੈ ਕਿ ਲੋ ਫੇਜ਼ ਨੂੰ ਆਪਾਂ ਓਵਰਕਮ ਕਿਵੇਂ ਕਰਨਾ। ਸੋ ਫੇਜ਼ ਹਰ ਲਾਈਫ ਦੇ ਵਿੱਚ ਆਉਂਦੇ ਨੇ, ਬਟ ਠੀਕ ਹੈ, ਟਾਈਮ ਆਪਣੇ ਹਿਸਾਬ ਦੇ ਨਾਲ ਜ਼ਿੰਦਾ ਕਰ ਦਿੰਦਾ ਦੁਬਾਰਾ ਤੁਹਾਡੇ ਸ਼ੌਂਕਾਂ ਨੂੰ। ਸਹੀ ਗੱਲ। ਟਾਈਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਭਾਜੀ ਆਪਾਂ ਗੱਲ ਕਰ ਰਹੇ ਸੀ ਲੋ ਬਾਰੇ, ਹੈ ਨਾ। ਬੰਦਾ ਜਦ ਲੋ ਫੀਲ ਕਰਦਾ ਹੈ ਨਾ, ਆਪਣਾ ਜ਼ਿੰਦਗੀ 'ਚ ਥੋੜ੍ਹਾ ਜਿਹਾ ਬੈਡ ਫੇਜ਼ ਆਉਂਦਾ। ਤੁਸੀਂ ਜ਼ਿੰਦਗੀ ਦਾ ਨਾਮ ਲਿੱਤਾ, ਹਾਂ, ਮੈਂ ਕੁਐਸਚਨ ਵੀ ਕਿਹਾ ਜਿਹਾ, ਮੈਂ ਨਾ ਇੱਥੇ ਵੀ ਕੁਛ ਲਿਖਿਆ ਹੋਇਆ। ਅੱਛਾ। ਲਾਈਕ ਜਿਵੇਂ ਮੈਂ ਐਜ਼ ਪਹਿਲਾਂ ਦੱਸਿਆ ਕਿ ਮਾੜੇ ਟਾਈਮ ਦੇ ਵਿੱਚ ਯਾਰ ਦੋਸਤ ਬਹੁਤ ਨਾਲ ਖੜੇ ਆ ਨਾ, ਰਿਸ਼ਤੇਦਾਰ ਪਿੱਛੇ ਹਟੇ। ਬਿਲਕੁਲ। ਉਹ ਤਾਂ ਮੈਂ ਚੀਜ਼ ਲਿਖੀ ਸੀ, ਕਹਿੰਦਾ, ਔਰ ਇਹ ਚੀਜ਼ ਹੈ ਵੀ ਹਰ ਬੰਦਾ ਆਪਣੀ ਲਾਈਫ ਦੇ ਨਾਲ ਰਿਲੇਟ ਕਰ ਪਾਊਗਾ। ਕਹਿੰਦਾ ਜ਼ਿੰਦਗੀ ਦੇ ਦਿਨ ਬੜੇ ਦੇਖੇ ਮੈਂ ਅਜੀਬ ਨੇ। ਅੱਛਾ। ਸਭ ਛੱਡ ਗਏ ਸੀ ਸਾਥ ਨਾਲ ਖੜੇ ਜੋ ਕਰੀਬ ਨੇ। ਰੋਇਆ ਵੀ ਬਥੇਰਾ ਪਰ ਹੌਸਲਾ ਨਹੀਂ ਹਾਰਿਆ, ਦੁੱਖਾਂ ਦੀ ਨਦੀ 'ਚ ਹੰਝੂ ਆਪਣੇ ਨੂੰ ਤਾਰਿਆ। ਛੱਡ ਰੱਬ ਉੱਤੇ ਖੋਰੇ ਉਹਨੇ ਲਿਖੇ ਕੀ ਨਸੀਬ ਨੇ, ਜ਼ਿੰਦਗੀ ਦੇ ਦਿਨ ਬੜੇ ਦੇਖੇ ਮੈਂ ਅਜੀਬ ਨੇ। ਕਹਿੰਦਾ ਵਕਤ ਵੀ ਰੰਗ ਬੜੇ ਵੱਖਰੇ ਦਿਖਾਉਂਦਾ ਏ, ਦੁਨੀਆਦਾਰੀ ਦੀ ਪਹਿਚਾਣ ਇਹ ਕਰਾਉਂਦਾ ਏ, ਕੌਣ ਚੰਗਾ ਕੌਣ ਮਾੜਾ ਅਸੀਂ ਦਸੀਏ ਕਿ ਤੈਨੂੰ ਇਹ ਤਾਂ ਵਕਤ ਹੀ ਨਾਲ ਆਪੇ ਸਾਹਮਣੇ ਲਿਆਉਂਦਾ ਏ। ਕਿੰਜ ਸੁੱਟਾਂ ਇਹਨੂੰ ਥੱਲੇ ਉਹ ਲਾਉਂਦੇ ਤਰਕੀਬ ਨੇ। ਬਿਲਕੁਲ। ਜ਼ਿੰਦਗੀ ਦੇ ਦਿਨ ਬੜੇ ਦੇਖੇ ਮੈਂ ਅਜੀਬ ਨੇ। ਇੱਕ ਪੈਰਾ ਫਿਰ ਇਹਦਾ ਮੈਂ ਲਿਖਿਆ ਸੀ ਵੀ ਮੋਟੀਵੇਟਡ ਬੰਦਾ ਜਦੋਂ ਆਪਣੇ ਆਪ ਨੂੰ ਮੋਟੀਵੇਸ਼ਨ ਦਿੰਦਾ, ਕਹਿੰਦਾ ਅੱਜ ਰਾਤ ਸੀ ਹਨੇਰੀ ਕੱਲ ਦਿਨ ਵੀ ਤਾਂ ਆਊਗਾ, ਕਿੰਨਾ ਚਿਰ ਚੰਨ ਦੱਸੋ ਸੂਰਜ ਛੁਪਾਊਗਾ, ਸੱਟ ਡੂੰਘੀ ਹੋਵੇ ਲੱਗੀ ਕਦੇ ਮਲਮਾ ਨਾ ਲਾਈਏ, ਖੁੱਲਾ ਛੱਡ ਦੋ ਜ਼ਖਮ ਆਪੋ ਆਪੇ ਭਰ ਜਾਊਗਾ।
ਵੱਡਿਆਂ ਅਮੀਰਾਂ ਨਾਲੋਂ ਖੁਸ਼ ਅੱਜ ਮੈਨੂੰ ਜਾਪ ਦੇ ਗਰੀਬ ਨੇ। ਜ਼ਿੰਦਗੀ ਦੇ ਦਿਨ ਬੜੇ ਦੇਖੇ ਮੈਂ ਅਜੀਬ ਨੇ, ਸਭ ਛੱਡ ਗਏ ਸੀ ਸਾਥ ਨਾਲ ਖੜੇ ਜੋ ਕਰੀਬ ਨੇ। ਜ਼ਿੰਦਗੀ ਦੇ ਦਿਨ ਬੜੇ ਦੇਖੇ ਮੈਂ ਅਜੀਬ ਨੇ। ਗੌਰਵ ਕਦੀ ਦਿਲ ਟੁੱਟਿਆ? ਦਿਲ ਕਹਿ ਸਕਦੇ ਹਰ ਕਿਸੇ ਦੀ ਜ਼ਿੰਦਗੀ ਹਰ ਕਿਸੇ ਦੀ ਜ਼ਿੰਦਗੀ ਸਕੂਲ ਚ ਕਾਲਜ ਤਾਂ ਇੱਕ ਵਾਰ ਤਾਂ ਇੱਕ ਦੋ ਵਾਰ ਹਨਾ ਹੋਇਆ ਟੁੱਟਿਆ। ਮੈਨੂੰ ਲੱਗਦਾ ਤਾਂ ਹੀ ਥੋੜਾ ਜਿਹਾ ਜਿਹੜਾ ਰਾਈਟਿੰਗ ਵੱਲ ਜਿਹੜਾ ਝੁਕਾਵ ਹੈ ਉਹ ਬੰਦੇ ਦਾ ਹੁੰਦਾ ਹੈ ਹਨਾ। ਇੱਕ ਤਾਂ ਸਮਾਜ 'ਚ ਜਿਹੜੀ ਚੀਜ਼ਾਂ ਹੁੰਦੀਆਂ ਉਹ, ਹਾਂਜੀ, ਇੱਕ ਜਿਹੜੀ ਸਾਡੀ ਜ਼ਿੰਦਗੀ 'ਚ ਹੁੰਦਾ ਨਾ ਕਿ ਦਿਲ ਟੁੱਟਣਾ, ਮੈਨੂੰ ਲੱਗਦਾ ਕਿ ਉਹ ਜ਼ਰੂਰੀ ਹੈ। ਜ਼ਰੂਰੀ ਨਹੀਂ ਬ੍ਰਦਰ ਕਿ ਬ੍ਰੇਕਅਪ ਤੋਂ ਬਾਅਦ ਹੀ ਦਿਲ ਟੁੱਟਦਾ, ਦਿਲ ਉਦੋਂ ਵੀ ਟੁੱਟਦਾ ਜਦੋਂ ਤੁਹਾਡਾ ਕੋਈ ਆਪਣਾ ਕਰੀਬੀ ਤੁਹਾਡਾ ਸਾਥ ਛੱਡ ਜਾਵੇ। ਰਾਈਟ। ਜਦੋਂ ਕੋਈ ਬੰਦਾ ਆਪਣੇ ਤੁਹਾਡੇ ਨਾਲ ਬਦਲ ਕੇ ਗੱਲ ਕਰਨਾ, ਜਦੋਂ ਤੁਹਾਨੂੰ ਕੋਈ ਯੂਜ਼ ਕਰਕੇ ਬੰਦਾ ਭੁੱਲ ਜਾਵੇ। ਯਾਰ ਦੋਸਤ ਇਹੋ ਜਿਹੇ ਨੇ ਐਟ ਪ੍ਰੈਜ਼ੈਂਟ ਵੀ ਇੱਕ ਦੋ ਯਾਰ ਦੋਸਤ ਹੈਗੇ ਨੇ, ਉਹਨਾਂ ਨੂੰ ਮੈਂ ਬੈਕ ਆਊਟ ਕਰਕੇ ਮੈਂ ਉਹਨਾਂ ਨੂੰ ਹੁਣ ਮੈਂ ਉਹਨਾਂ ਦਾ ਫੋਨ ਤੱਕ ਨਹੀਂ ਚੱਕਦਾ। ਰਾਈਟ। ਸੋ ਕੋਈ ਯੂਜ਼ ਕਰਦੇ ਨੇ ਤੁਹਾਨੂੰ, ਕੋਈ ਪਿੱਛੇ ਹਟ ਜਾਂਦੇ ਨੇ। ਰਾਈਟ। ਸੋ ਦਿਲ ਉਦੋਂ ਵੀ ਟੁੱਟਦਾ। ਹਮੇਸ਼ਾ ਦਿਲ ਉਦੋਂ ਟੁੱਟਦਾ ਬੰਦੇ ਦਾ ਜਦੋਂ ਤੁਸੀਂ ਐਕਸਪੈਕਟੇਸ਼ਨ ਰੱਖਦੇ ਹੋ। ਹੁਣ ਐਕਸਪੈਕਟੇਸ਼ਨ ਰੱਖਣੀ ਬੰਦ ਕਰਤੀਆਂ ਬ੍ਰਦਰ ਲੋਕਾਂ ਤੋਂ। ਰਾਈਟ। ਐਕਸਪੈਕਟੇਸ਼ਨ ਹੁੰਦੀ ਹੋਈ ਨਹੀਂ, ਆਪਾਂ ਆਪਣਾ ਚੰਗਾ ਕਰਮ ਕਰੋ, ਕਿਸੇ ਦਾ ਮਾੜਾ ਨਾ ਸੋਚੋ, ਕਿਸੇ ਨਾਲ ਝੂਠ ਨਾ ਬੋਲੋ, ਕਿਸੇ ਦਾ ਦਿਲ ਨਾ ਦਿਖਾਓ, ਤੁਹਾਡੇ ਨਾਲ ਵੀ ਚੰਗਾ ਹੋਊਗਾ। ਰਾਈਟ। ਤੇ ਗੌਰਵ ਸਿੰਗਲ ਹੈ ਹਜੇ? ਗੌਰਵ ਹਲੇ ਸਿੰਗਲ ਆ ਤੇ ਬਹੁਤ ਜਲਦੀ ਵਿਚਾਰ ਬਣਨ ਵਾਲਾ ਗੌਰਵ ਦਾ ਵਿਆਹ ਕਰਨ ਦਾ। ਜੇ ਸੋਹਣੀ ਕੁੜੀ ਹੈਗੀ ਕੋਈ? ਹਾਂ, ਨਹੀਂ ਸੌਰੀ ਮੈਂ ਪ੍ਰਿਪੇਅਰ ਨਹੀਂ ਸੀ ਇਹ ਕੁਐਸਚਨ ਦੇ ਲਈ, ਬਟ ਤੁਸੀਂ ਪੁੱਛ ਲਿਆ। ਦੇਖੋ ਮੈਂ ਗਰਲਫ੍ਰੈਂਡ ਵਾਲਾ ਜਾਂ ਟਾਈਮ ਪਾਸ ਵਾਲਾ ਉਹ ਚੱਕਰਾਂ 'ਚ ਮੈਂ ਪੈਣਾ ਨਹੀਂ ਚਾਹੁੰਦਾ। ਹਾਂ, ਜਦੋਂ ਜੇ ਰੱਬ ਕਰੇ ਕੋਈ ਵਧੀਆ ਪਾਰਟਨਰ ਲੱਭ ਗਿਆ, ਲੱਭ ਗਈ ਤੇ ਉਹ ਫਿਰ ਟਾਈਮ ਦੇ ਹਿਸਾਬ ਨਾਲ। ਨਹੀਂ, ਮੈਂ ਉਹ ਇਸ ਕਰਕੇ ਪੁੱਛਿਆ ਨਾ ਕਿ ਥੋੜਾ ਜਿਹਾ ਨਾ ਆਪਾਂ ਸੀਰੀਅਸ ਹੋ ਗਏ ਸੀਗੇ ਤੇ ਮੈਂ ਕਿਹਾ ਥੋੜਾ ਜਿਹਾ ਫਨੀ ਥੋੜਾ ਜਿਹਾ ਇਹਨੂੰ ਕਰ ਲੈਂਦੇ। ਗੌਰਵ ਹਲੇ ਸਿੰਗਲ ਜ਼ਰੂਰ ਹੈ, ਬਟ ਆਉਣ ਵਾਲੇ 1-2 ਸਾਲਾਂ ਦੇ ਵਿੱਚ ਜੇ ਕੋਈ ਵਧੀਆ ਪਾਰਟਨਰ ਮਿਲ ਗਈ ਤਾਂ ਕੰਪੈਟੀਬਿਲਿਟੀ ਲੱਭ ਗਈ ਤਾਂ ਵਿਆਹ। ਬਟ ਉਹ ਟਾਈਮ ਪਾਸ ਵਾਲਾ ਕੰਮ ਨਹੀਂ ਆਪਣਾ ਹੈਗਾ ਕਿ ਆਪਾਂ ਡੇਟ ਕਰੀਏ ਕਿਸੇ ਨੂੰ ਗਰਲਫ੍ਰੈਂਡ ਬਣੇ। ਇੱਕ ਵਾਰ ਲੱਭਾਂਗੇ ਸਿੱਧਾ ਵਾਈਫ ਹੀ ਬਣਾਵਾਂਗੇ, ਘਰਦਿਆਂ ਦੀ ਮਰਜ਼ੀ ਹੋਵੇ ਚਾਹੇ ਆਪ ਲੱਭੀਏ। ਦੇਖੀਏ, ਸਹੀ ਗੱਲ ਹੈ, ਇੱਕ ਵਾਰੀ ਲੱਭਾਂਗੇ। ਠੀਕ ਹੈ। ਤੇ ਮੈਂ ਇੱਕ ਹੋਰ ਮੈਨੂੰ ਖਬਰ ਸੁਣੀ ਹੈ ਹੁਣੇ ਉੜਦੀ ਕਿ ਤੁਸੀਂ ਸੈਲੀਬ੍ਰਿਟੀਜ਼ ਨੂੰ ਡਾਈਟ ਪਲਾਨ ਵੀ ਦੇ ਰਹੇ ਹੋ। ਹਾਂਜੀ। ਤੇ ਮੈਨੂੰ ਦੱਸ ਸਕਦੇ ਹੋ ਕਿਹੜੇ ਸੈਲੀਬ੍ਰਿਟੀ ਨੇ? ਉਹ ਦੇਖੋ ਥੋੜੀ ਕੌਨਫੀਡੈਂਸ਼ੀਅਲ ਚੀਜ਼ ਹੁੰਦੀ ਹੈ ਨਾ, ਤੇ ਮੈਂ ਆਪਣੀ ਪ੍ਰੋਫਾਈਲ ਤੇ ਜ਼ਰੂਰ ਸ਼ੇਅਰ ਕਰੂੰਗਾ ਚੀਜ਼ਾਂ ਇੰਸਟਾਗ੍ਰਾਮ ਦੇ ਉੱਪਰ ਹੀ ਆਉਣ ਵਾਲੇ ਕੁਝ ਮੰਥ ਦੇ ਵਿੱਚ, ਜਦੋਂ ਉਹਨਾਂ ਨੂੰ ਫਰਕ ਪੈ ਜਾਊਗਾ। ਬਟ ਕੋਈ ਚੀਜ਼ਾਂ ਆਪਾਂ ਹਾਲੇ ਸ਼ੇਅਰ ਨਹੀਂ ਕਰ ਸਕਦੇ। ਲੇਕਿਨ ਹਜੇ ਗੌਰਵ ਦਾ ਮਤਲਬ ਕਿ ਚੱਲ ਰਿਹਾ ਹੈ ਨਾ ਸੈਲੀਬ੍ਰਿਟੀਜ਼ ਨੂੰ? ਹਾਂ, ਮੈਂ ਬਹੁਤ ਸਾਰੀ ਸੈਲੀਬ੍ਰਿਟੀਜ਼ ਨੇ ਜਿਹੜੇ ਜਿਨ੍ਹਾਂ ਨੂੰ ਮੈਂ ਡਾਈਟ ਪਲਾਨ ਦਾ ਕੰਮ ਕਰ ਰਿਹਾ, ਬਟ ਕੋਈ ਚੀਜ਼ਾਂ ਆਪਾਂ ਹਾਲੇ ਸ਼ੋਅ ਕੇ। ਲੇਕਿਨ ਹੁਣ ਆਪਣੀ ਪੰਜਾਬੀ ਇੰਡਸਟਰੀ 'ਚ ਵੀ ਇਹ ਟ੍ਰੈਂਡ ਆ ਰਿਹਾ ਹੈ ਨਾ ਹੌਲੀ ਕਿ ਜਿੱਦਾਂ ਬੰਬੇ 'ਚ ਤਾਂ ਹੈਗਾ ਹੀ ਹੈ ਹਨਾ ਕਿ ਫਿਲਮ ਤੋਂ ਪਹਿਲਾਂ ਕਿਸੇ ਚੀਜ਼ ਦੀ ਤਿਆਰੀ ਚੱਲ ਰਹੀ ਹੈ। ਪਰ ਮੈਨੂੰ ਕਈ ਵਾਰ ਨਾ ਰਿਕੁਆਇਰਮੈਂਟ ਆਉਂਦੀ ਹੁੰਦੀ ਹੈ ਕਿ ਕੋਈ ਮੇਰੇ ਕੋਲ ਆਰਟਿਸਟ ਆ ਕੇ ਕਹੇ ਵੀ ਗੌਰਵ ਆਈ ਜਸਟ ਹੈਵ 20-25 ਡੇਜ਼ ਤੇ ਮੈਨੂੰ ਨਾ ਇਹਦੇ ਵਿੱਚ ਮੈਂ ਆਪਣਾ 10 ਕਿਲੋ weight lose ਕਰਨਾ, ਤਾਂ ਫਿਰ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਦੇਖੋ ਮੈਂ ਉਹ ਪਰਸਨ ਨਹੀਂ ਹੈਗਾ ਜੋ ਤੁਹਾਨੂੰ ਕਹੂੰਗਾ ਸਪਲੀਮੈਂਟ ਯੂਜ਼ ਕਰੋ ਜਾਂ ਫਿਰ ਕੋਈ ਫੈਟ ਬਰਨਰ ਯੂਜ਼ ਕਰੋ। ਮੈਂ ਤਾਂ ਨੈਚੁਰਲੀ ਮਹੀਨੇ ਦੇ ਵਿੱਚ ਤੁਹਾਡਾ 5 ਤੋਂ 7 ਕਿਲੋ ਘੱਟ ਕਰੂੰਗਾ, ਬਟ ਨੈਚੁਰਲ ਵੇਚ। ਮੈਂ ਕੋਈ 10 ਕਿਲੋ ਘੱਟ ਕਰਨਾ ਮੈਂ ਨਹੀਂ ਕਰੂੰਗਾ। ਨੋ ਡਾਊਟ ਮੇਰੇ ਕੋਲ ਤਰੀਕੇ ਬਹੁਤ ਨੇ, ਸਪਲੀਮੈਂਟੇਸ਼ਨ ਨਾਲ ਕਰ ਦੂੰ, ਬਟ ਜੋ ਮੈਂ ਚੀਜ਼ ਬਿਲੀਵ ਕਰਦਾ ਇੱਕ ਹੈਲਦੀ ਤਰ੍ਹਾਂ weight loss ਕਰੀਏ ਤਾਂ ਐਟਲੀਸਟ ਮਹੀਨੇ। ਲੇਕਿਨ ਗੌਰਵ ਉਹਨਾਂ ਦੀ ਵੀ ਦਿੱਕਤ ਇਹ ਹੈ ਨਾ ਕਿ ਫਿਲਮ ਤਾਂ ਫਿਰ ਬ੍ਰਦਰ ਉਹਨਾਂ ਨੂੰ ਚਾਹੀਦਾ ਕਿ ਫਿਲਮ ਤੋਂ ਪਹਿਲਾਂ ਐਟਲੀਸਟ ਸਟਾਰਟ ਕਰ ਲਓ, 1 ਮਹੀਨਾ ਪਹਿਲਾਂ ਹੋਰ ਦੇ ਦਿਓ। ਇਹ ਚੀਜ਼ ਹੈ ਨਾ, ਤੇ ਆਪਾਂ ਜੇ ਸ਼ਾਰਟ ਨੋਟਿਸ ਤੇ ਆਪਾਂ ਕੁਛ ਆ ਕੇ ਕਹੀਏ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਚੀਜ਼ਾਂ ਸਾਰੀਆਂ ਕੁਛ ਹੋ ਜਾਂਦੀਆਂ, ਬਟ ਲੌਂਗ ਟਰਮ ਤੇ ਜਾ ਕੇ ਤੁਹਾਡੀ ਬੋਡੀ ਨੂੰ ਉਹਦੇ ਇਫੈਕਟਸ ਹੋਣਗੇ, ਸਾਈਡ ਇਫੈਕਟ। ਸਹੀ ਗੱਲ। ਤੇ ਜਿਹੜੇ ਲੋਕੀ ਅੱਜ ਕੱਲ੍ਹ ਸਪਲੀਮੈਂਟ ਲੈ ਰਹੇ ਨੇ ਹਨਾ, ਕੀ ਤੁਹਾਨੂੰ ਲੱਗਦਾ ਕਿ ਉਹ ਠੀਕ ਨੇ? ਦੇਖੋ ਸਪਲੀਮੈਂਟ ਹੁਣ ਜਿਵੇਂ ਪ੍ਰੋਟੀਨ ਦਾ ਮਿਥ ਬਣਾਇਆ ਲੋਕਾਂ ਨੇ ਕਿ ਘਰਦਿਆਂ ਨੂੰ ਪ੍ਰੋਟੀਨ ਦੇ ਡੱਬੇ ਖਾ ਰਿਹਾ ਬੋਡੀ। ਪ੍ਰੋਟੀਨ ਕੁਝ ਨਹੀਂ ਹੈਗਾ। ਪ੍ਰੋਟੀਨ ਇਜ਼ ਜਸਟ ਅ ਡਾਈਟਰੀ ਸਪਲੀਮੈਂਟ। ਜਿਹੜਾ ਜਿਮ ਜਾ ਰਿਹਾ ਉਹ ਵੀ ਲੈ ਸਕਦਾ, ਜਿਹੜਾ ਜਿਮ ਨਹੀਂ ਜਾ ਰਿਹਾ ਉਹ ਵੀ ਲੈ ਸਕਦਾ। ਕੁਝ ਕੋਈ ਦੋ ਰਾਏ ਨਹੀਂ ਹੈਗੀ, ਠੀਕ ਹੈ ਨਾ। ਸੋ ਕਈ ਹੁਣ ਜਿਹੜੇ ਸਪਲੀਮੈਂਟ ਲੀਗਲੀ ਸ਼ਾਪਸ ਦੇ ਉੱਪਰ ਵਿਕ ਰਹੇ ਨੇ, ਦੈਟ ਮੀਨਸ ਗਵਰਨਮੈਂਟ ਅਪਰੂਵਡ ਨੇ, ਉਹਨਾਂ 'ਚ ਕੋਈ ਸਾਈਡ ਇਫੈਕਟਸ ਨਹੀਂ ਆ। ਬਟ ਅਪਾਰਟ ਫਰੋਮ ਦੈਟ ਕੁਝ ਚੀਜ਼ਾਂ ਅੰਡਰ ਦੀ ਟੇਬਲ ਸੇਲ ਹੋ ਰਹੀਆਂ, ਜਿਹਨੂੰ ਆਪਾਂ ਸੋ ਕਾਲਡ ਐਨਾਬੋਲਿਕਸ ਦੇ ਨਾਮ ਤੋਂ ਕਹਿ ਦਿੰਦੇ ਹਾਂ। ਯੰਗਸਟਰ ਬਿਗਨਰ ਮੁੰਡੇ ਕਈ ਇਹਨਾਂ 'ਚ ਐਕਸਪਲੋਇਟ ਹੋ ਰਹੇ ਨੇ, ਉਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਉਹ ਐਕਚੁਅਲੀ ਹੈ ਕੀ ਚੀਜ਼, ਜਿਹੜੀ ਉਹ ਚੀਜ਼ ਪਾਊਡਰ ਹੈ ਜਿਹੜਾ? ਉਹ ਚੀਜ਼ਾਂ ਨੇ ਜਿਹੜੀਆਂ ਬ੍ਰਦਰ ਗਵਰਨਮੈਂਟ ਵੱਲੋਂ ਬੈਨ ਨੇ। ਉਹ ਕਿਉਂ ਬੈਨ ਨੇ? ਉਹਦੇ ਵਿੱਚ ਕਿਉਂ ਬੈਨ ਨੇ? ਕਿਉਂਕਿ ਹੁਣ ਜਿਵੇਂ ਜਸਟ ਫॉर ਐਗਜ਼ਾਮਪਲ ਇੱਕ ਇਨਸੂਲਿਨ ਆ, ਉਹ ਇਨਸੂਲਿਨ ਦਾ ਇੰਜੈਕਸ਼ਨ ਉਹ ਸ਼ੂਗਰ ਵਾਲੇ ਪਰਸਨ ਲਈ ਬਣਿਆ, ਬਿਲਕੁਲ ਠੀਕ ਹੈ। ਇੱਕ ਜੇ ਕਫ ਸਿਰਪ ਆ, ਉਹ ਇੱਕ ਕਫ ਨੂੰ ਠੀਕ ਕਰਨ ਲਈ ਬਣੀ ਆ। ਜੇ ਉਹਨੂੰ ਇਹ ਤਾਂ ਤੁਸੀਂ ਨਸ਼ੇ ਦੇ ਤੌਰ ਤੇ ਪੀ ਰਹੇ ਹੋ ਜਾਂ ਫਿਰ ਕਿਸੇ ਹੋਰ ਚੀਜ਼ ਨੂੰ ਤੁਸੀਂ ਇੰਜੈਕਟ ਕਰ ਰਹੇ ਹੋ ਬੋਡੀ ਦੇ ਵਿੱਚ, ਆਪਣੀ ਬੋਡੀ ਨੂੰ ਪੰਪ ਦੇਣ ਲਈ, ਗਰੋਥ ਹਾਰਮੋਨ ਵਧਾਉਣ ਦੇ ਲਈ, ਤਾਂ ਉਹ ਚੀਜ਼ਾਂ ਨਹੀਂ ਹੋਣੀਆਂ ਨਹੀਂ ਚਾਹੀਦੀਆਂ। ਕਿਉਂਕਿ ਹੁਣ ਇੱਕ ਪਰਟੀਕੂਲਰ ਚੀਜ਼ ਕਿਸੇ ਚੀਜ਼ ਲਈ ਬਣੀ। ਹੁਣ ਜੇ ਆਪਾਂ ਸੋਚੀਏ ਭਗਵਾਨ ਨੇ ਤੁਹਾਨੂੰ ਇੱਕ ਬੋਡੀ ਰੱਬ ਨੇ ਦੇ ਦਿੱਤੀ, ਹੁਣ ਜੇ ਮੈਂ ਸੋਚਾਂ ਆਪਣਾ ਮੈਂ 17 ਇੰਚ ਦਾ ਡੋਲਾ ਮੈਂ ਆਪਣਾ 20 ਇੰਚ ਦਾ ਕਰ ਲਾਂ, ਜਾਂ ਮੈਂ ਆਪਣੇ ਥਾਈਜ਼ 20 ਇੰਚ ਤੋਂ 25 ਇੰਚ, ਤੇ ਉਹ ਪੋਸੀਬਲ ਨਹੀਂ ਚੀਜ਼ਾਂ। ਉਹ ਜਿੰਨੀਆਂ ਤੁਸੀਂ ਲਿਮਿਟ ਤੇ ਤੁਹਾਨੂੰ ਨੈਚੁਰਲੀ ਪੁਸ਼ ਕਰ ਸਕਦੇ ਹੋ ਕਰੋ, ਬਟ ਜੇ ਤੁਸੀਂ ਕਹੋਗੇ ਇੰਜੈਕਸ਼ਨ ਲੈ ਕੇ, ਟੇਬਲੇਟਸ ਲੈ ਕੇ, ਐਨਾਬੋਲਿਕ ਸਟੀਰੋਇਡਸ ਕਰਕੇ ਤੁਸੀਂ ਆਪਣੀ ਬੋਡੀ ਨੂੰ ਮਿਸਯੂਜ਼ ਕਰੋ, ਉਹਦਾ ਕੋਈ ਫਾਇਦਾ ਨਹੀਂ ਹੈ।
ਆਫਟਰ ਫਿਰ ਤੁਸੀਂ 40 ਜਾ ਕੇ ਤੁਹਾਨੂੰ ਇਫੈਕਟਸ ਮਿਲਣਗੇ ਉਹਦੇ, ਜਿਹੜੇ ਯੰਗਸਟਰ ਅੱਜ ਯੂਜ਼ ਕਰ ਰਹੇ ਨੇ ਐਨਾਬੋਲਿਕਸ ਦਾ, ਸਟੈਰੋਇਡਸ ਦਾ, ਉਹਨਾਂ ਨੂੰ ਵਿਆਹ ਤੋਂ ਬਾਅਦ ਦਿੱਕਤਾਂ ਆਉਣਗੀਆਂ। ਮੇਰੇ ਕੋਲ ਕਈ ਕੇਸ ਇਹੋ ਜਿਹੇ ਨੇ ਜਿਹੜੇ ਕਹਿੰਦੇ ਸਾਨੂੰ ਆਫਟਰ ਮੈਰਿਟਲ ਪ੍ਰੋਬਲਮਸ ਆ ਰਹੀਆਂ। ਮੈਂ ਉਹਨਾਂ ਨੂੰ ਹੁਣ ਕੀ ਕਹਿ ਸਕਦਾ, ਹੁਣ ਜਿਹੜੀ ਚੀਜ਼ ਬੋਡੀ ਤੁਸੀਂ ਕਰਕੇ, ਲੇਕਿਨ ਇਹ ਕਿਉਰੇਬਲ ਹੈ? ਕੁਝ ਚੀਜ਼ ਹੈ ਬ੍ਰਦਰ, ਕੁਝ ਸਟੈਰੋਇਡਸ ਇਹੋ ਜਿਹੇ ਹੁੰਦੇ ਨੇ ਜਿਹੜੇ ਵਾਸ਼ ਆਊਟ ਹੋ ਜਾਂਦੇ ਨੇ ਬੋਡੀ ਦੇ ਵਿੱਚੋਂ, ਜੇ ਉਹਨਾਂ ਦਾ ਪ੍ਰੋਪਰ PCTs ਕੀਤੀਆਂ ਜਾਣ, ਪੋਸਟ ਸਾਈਕਲ ਥੈਰੇਪੀ ਇੱਕ ਨਾਮ ਦੀ ਚੀਜ਼ ਹੁੰਦੀ ਹੈ। ਬਟ ਹੁਣ ਜੇ ਕੁਝ ਚੀਜ਼ ਤੁਹਾਨੂੰ ਅੰਡਰ ਦੀ ਟੇਬਲ ਇੱਕ ਅਨਐਕਸਪੀਰੀਅੰਸਡ ਕੋਚ ਤੋਂ ਤੁਸੀਂ ਕੋਈ ਚੀਜ਼ ਲੈ ਰਹੇ ਹੋ, ਜਿਹਨੂੰ ਆਪ ਨੂੰ ਨਹੀਂ ਨੌਲੇਜ ਹੈਗੀ ਹੈ ਨਾ, ਉਹ ਤਾਂ ਤੁਹਾਨੂੰ ਚੀਜ਼ਾਂ ਦੇ ਰਹੇ, ਉਹਨੂੰ ਪਤਾ ਹੀ ਨਹੀਂ ਉਹਦੀ ਬੋਡੀ 'ਚ ਜਾ ਕੇ ਤੁਹਾਡੀ 'ਚ ਜਾ ਕੇ ਕੀ ਇਫੈਕਟ ਪਾਉਣਾ। ਉਹਨੂੰ ਇਹ ਪਤਾ ਤੁਹਾਡੀ ਪੰਪ ਅਪ ਕਰ ਦੂ, ਤੁਹਾਨੂੰ ਪ੍ਰੈਪਰੇਸ਼ਨ ਕਰਨ ਤੋਂ ਪਹਿਲਾਂ ਇਹ ਚੀਜ਼ ਹੋ ਜੂਗੀ। ਬਟ ਜੇ ਤੁਸੀਂ ਕੁਝ ਵੀ ਚੀਜ਼ ਯੂਜ਼ ਕਰਨੀ ਹੈ, ਤੁਹਾਡਾ ਇੱਕ ਪ੍ਰੋਫੈਸ਼ਨਲ ਕੋਚ, ਤੁਹਾਡੇ ਇੱਕ ਡਾਕਟਰ, ਤੁਹਾਡੀ ਟੀਮ ਹੋਣੀ ਬਹੁਤ ਜ਼ਰੂਰੀ ਹੈ। ਬਿਨਾਂ ਕਿਸੇ ਕਹੇ ਤੇ ਕਿਸੇ ਟ੍ਰੇਨਰ ਦੇ ਕਹੇ ਤੇ ਕੋਈ ਚੀਜ਼ ਨਾ ਲਓ। ਆਪਣੀ ਬੋਡੀ ਹੈ, ਇਹਦੇ ਨਾਲ ਖਿਲਵਾੜ ਨਾ ਕਰੋ। ਮੈਨੂੰ ਕੋਈ ਡਾਕਟਰ ਵੀ ਮੈਡੀਸਿਨ ਕਦੇ ਕੋਈ ਲਿਖ ਕੇ ਦਿੰਦਾ ਨਾ, ਜੇ ਕਿਸੇ ਨੇ ਫਾਰਮਲੀ ਦੱਸ ਵੀ ਦਿੱਤਾ ਕਿ ਆਹ ਮੈਡੀਸਿਨ ਲੈ ਲਓ, ਮੈਂ ਪਹਿਲਾਂ ਉਹਦੇ ਗੂਗਲ 'ਤੇ ਸਾਈਡ ਇਫੈਕਟਸ ਦੇਖਦਾ ਕੀ ਨੇ, ਫਿਰ ਮੈਂ ਉਹ ਦਵਾਈ ਆਪਣੇ ਘਰਦਿਆਂ ਨੂੰ ਜਾਂ ਆਪ ਹੀ ਕੰਜ਼ਿਊਮ ਕਰਦਾ। ਰਾਈਟ। ਤੇ ਮੈਂ ਨਾ ਇੱਕ ਚੀਜ਼ ਹੋਰ ਹੁਣ ਆਪਾਂ ਡਿਸਕਸ ਮੈਂ ਕਰਨਾ ਚਾਹੁੰਦਾ ਸੀ, ਜਿਹਦੇ ਵਿੱਚ ਤੁਹਾਡਾ ਥੀਮ ਵੈਲਨੈਸ ਹੈ ਇੱਕ। ਹਾਂਜੀ ਹੈ ਨਾ, ਜਿਹਦੇ ਵਿੱਚ ਤੁਹਾਡੀ ਕਲੀਨਿਕ ਆਈ ਥਿੰਕ। ਬਿਲਕੁਲ ਉਹ ਇੱਕ ਮੈਂ ਪ੍ਰੋਜੈਕਟ ਸ਼ੁਰੂ ਕੀਤਾ, ਇੱਕ ਇਹਦਾ ਆਪਣਾ ਬ੍ਰਾਂਡ ਸ਼ੁਰੂ ਕੀਤਾ। ਉਹ ਨਾਮ ਹੀ ਹੈ ਆਪਣਾ ਬ੍ਰਾਂਡ ਬੋਲਦਾ ਥੀਮ ਵੈਲਨੈਸ, ਕਿਉਂਕਿ ਮੇਰਾ ਥੀਮ ਹੈ ਇੱਕ ਵੈਲਨੈਸ ਦਾ, ਲੋਕਾਂ ਨੂੰ ਵੈਲਨੈਸ ਵੱਲ ਅਵੇਅਰ ਕਰਨਾ। ਕਿਉਂਕਿ ਮੈਂ ਜਦੋਂ ਕਿਤੇ ਜਾਂਦਾ ਸੀ ਨਾ, 에ਅਰਪੋਰਟ 'ਤੇ ਜਾਣਾ, ਕਦੇ ਮੈਂ ਕਿਸੇ ਬਾਹਰਲੀ ਕੰਟਰੀ ਟਰੈਵਲ ਕਰਨਾ, ਮੈਂ ਸਾਰੇ ਕਿਤੇ ਦੇਖਣਾ ਵੀ ਸਭ ਤੋਂ ਵੱਧ ਅਨਫਿਟ ਬੰਦੇ ਕਿਹੜੇ ਨੇ 에ਅਰਪੋਰਟ 'ਤੇ ਜਿਹੜੇ ਹੁੰਦੇ ਤੇ ਇੰਡੀਆ ਦੇ, ਕਿਤੇ ਢਿੱਡ ਨਿਕਲਿਆ ਹੋਇਆ, ਆਪਣੀ ਹੁਣ ਬਾਹਰਲੀ ਪੁਲਿਸ ਵਾਲੇ ਬਹੁਤ ਫਿੱਟ ਨੇ। ਬਿਲਕੁਲ। ਸੋ ਮੈਂ ਉੱਥੋਂ ਇੱਕ ਸੋਚਿਆ ਕਿ ਮੇਰਾ ਥੀਮ ਹੈ ਵੈਲਨੈਸ ਨੂੰ ਲੈ ਕੇ ਅਵੇਅਰ ਕਰਨਾ ਲੋਕਾਂ ਨੂੰ, ਲੋਕਾਂ ਨੂੰ ਫਿਟਨੈਸ ਪ੍ਰਤੀ ਜਾਗਰੂਕ ਕਰਨਾ ਹੈ ਨਾ। ਸੋ ਉਹਦੇ ਰਿਗਾਰਡਿੰਗ ਹੀ ਮੈਂ ਪ੍ਰੋਜੈਕਟ ਸ਼ੁਰੂ ਕੀਤਾ, ਅਤੇ ਇਹ ਪ੍ਰੋਜੈਕਟ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਅੰਦਰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਹੈਲਦੀ ਚੀਜ਼ਾਂ ਮਿਲਣਗੀਆਂ, ਅਤੇ ਇਹਦੇ ਅੰਦਰ ਤੁਹਾਨੂੰ ਬਹੁਤ ਸਾਰੇ ਇਹੋ ਜਿਹੇ ਪਲਾਨ ਮਿਲਣਗੇ ਜਿਨ੍ਹਾਂ ਨਾਲ ਆਪਾਂ ਅਨਹੈਲਦੀ ਲੋਕਾਂ ਨੂੰ ਹੈਲਥ ਪ੍ਰਤੀ ਕੌਨਸ਼ੀਅਸ ਕਰਾਂਗੇ ਅਤੇ ਉਹਨਾਂ ਨੂੰ ਇੱਕ ਫਿਟਨੈਸ ਦੇ ਰਾਹ 'ਤੇ ਲੈ ਕੇ ਆਵਾਂਗੇ। ਸੋ ਮੇਰੇ ਤਾਂ ਸ਼ੁਰੂ ਤੋਂ ਇੱਕ ਵੈਲਨੈਸ ਦਾ ਥੀਮ ਮੇਰੇ ਦਿਮਾਗ ਸੀ, ਉਹੀ ਮੇਰੇ ਬ੍ਰਾਂਡ ਦਾ ਨੇਮ ਹੈ। ਅਤੇ ਇਹਦੇ ਵਿੱਚ ਕੀ ਸਾਨੂੰ ਅਸੀਂ ਆਰਡਰ ਵੀ ਕਰ ਸਕਦੇ ਹਾਂ? ਨਹੀਂ, ਫਿਲਹਾਲ ਇਹਦੇ ਵਿੱਚ ਕਾਉਂਸਲਿੰਗ ਸੈਸ਼ਨਸ ਅਸੀਂ ਦੇ ਰਹੇ ਹਾਂ। ਸਾਡੀ ਇੱਕ ਟੀਮ ਹੈ ਪ੍ਰੋਪਰ। ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਬਹੁਤ ਸਾਰੇ ਪ੍ਰੋਡਕਟਸ ਲਾਂਚ ਹੋ ਰਹੇ ਨੇ, ਆਨਲਾਈਨ ਵੀ ਆਫਲਾਈਨ ਵੀ ਸਟੋਰਸ ਓਪਨ ਹੋਣਗੇ ਇਹਨਾਂ ਦੇ। ਬਟ ਫॉर ਟਾਈਮ ਬਿੰਗ ਦੇ ਲਈ ਹਲੇ ਲਈ ਫਿਲਹਾਲ ਜਿਹੜੇ ਸਾਡੇ ਪੈਟਰਨ ਚੱਲ ਰਹੇ ਆ ਸਾਡੀ ਬ੍ਰਾਂਡ ਦਾ, ਉਸ ਦੇ ਵਿੱਚ ਅਸੀਂ ਲੋਕਾਂ ਨੂੰ ਸਪੈਸੀਫਿਕ ਪਰਸਨਲਾਈਜ਼ਡ ਡਾਈਟ ਪਲਾਨਸ ਦੇ ਕੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਕਿਉਰ ਕਰ ਰਹੇ ਹਾਂ। ਅੱਗੇ ਜਾ ਕੇ ਜੇ ਕੋਈ BP ਦੀ ਗੋਲੀ ਲੈ ਰਿਹਾ, ਅਸੀਂ ਉਹਦੀ BP ਦੀ ਗੋਲੀ ਬੰਦ ਕਰਾ ਰਹੇ ਹਾਂ। ਜੇ ਕੋਈ ਬੰਦਾ ਡਾਇਬਟਿਕ ਹੈ ਨਾ, ਅਸੀਂ ਉਹਦੀ ਡਾਇਬਟੀਜ਼ ਦੇ ਸ਼ੂਗਰ ਦੇ ਨੰਬਰ ਕੰਟਰੋਲ 'ਚ ਕਰ ਰਹੇ ਹਾਂ, ਐਂਡ ਉਹਦੀ ਇਨਸੂਲਿਨ ਦੀ ਜਿਹੜੀ ਵੈਲਿਊ ਉਹਨੂੰ ਘੱਟ ਕਰ ਰਹੇ ਹਾਂ। ਐਂਡ ਜੇ ਕਿਸੇ ਬੰਦੇ ਨੂੰ ਕੋਈ ਸਟੋਨ ਦੀ ਪ੍ਰੋਬਲਮ ਹੈ, ਕਿਸੇ ਤਰ੍ਹਾਂ ਦੀ ਵੀ ਕੋਈ, ਜਿਵੇਂ ਲੇਡੀਜ਼ ਅੱਜ ਕੱਲ੍ਹ PCOS ਦੀ ਬਹੁਤ ਪ੍ਰੋਬਲਮ ਆ, ਕਾਮਨ ਪ੍ਰੋਬਲਮ ਆ ਹਰ ਇੱਕ ਲੇਡੀ ਦੇ ਮੈਂਸਟਰੁਅਲ ਸਾਈਕਲ ਨੂੰ ਲੈ ਕੇ ਇੰਬੈਲੈਂਸ ਹਾਰਮੋਨਲ ਇੰਬੈਲੈਂਸਿਸ ਹੁੰਦੇ ਨੇ। ਸੋ ਚੀਜ਼ਾਂ ਆਪਣੀ ਖਾਣ ਪੀਣ ਨਾਲ ਈਜ਼ੀਲੀ ਕਿਉਰ ਹੁੰਦੀ ਹੈ। ਅੱਛਾ, ਹਰ ਚੀਜ਼ ਕਿਉਰੇਬਲ ਹੈ ਦੁਨੀਆ 'ਚ। ਇਟਸ ਮੈਡੀਕਲੀ ਪ੍ਰੂਵਡ। ਈਚ ਐਂਡ ਐਵਰੀ ਡਿਸੀਜ਼ ਜਿਹੜੀ ਕਿ ਤੁਹਾਨੂੰ ਲੱਗਦੀ ਹੈ, ਉਹ ਜੇ ਫਸਟ ਸਟੇਜ 'ਤੇ ਹੈ, ਇਨੀਸ਼ੀਅਲ ਸਟੇਜ 'ਤੇ ਹੈ, ਉਹਨੂੰ ਤੁਸੀਂ ਆਪਣੇ ਖਾਣ ਪੀਣ ਨਾਲ ਅਤੇ ਆਪਣੀ ਫਿਜ਼ੀਕਲ ਐਕਟੀਵਿਟੀ ਨਾਲ ਕਿਉਰ ਕਰ ਸਕਦੇ ਹੋ, ਈਵਨ ਕੈਂਸਰ ਤੱਕ ਦੀ ਬਿਮਾਰੀ ਨੂੰ। ਉਸ ਤੋਂ ਵੱਡੀ ਤਾਂ ਬਿਮਾਰੀ ਅੱਜ ਦੀ ਡੇਟ 'ਚ ਕੋਈ ਹੈ ਨਹੀਂ। ਇਹ ਚੀਜ਼ ਆ। ਬਿਲਕੁਲ। ਤੇ ਹੁਣ ਅੱਗੇ ਪਲਾਨ ਕੀ ਹੈ? ਅੱਗੇ ਪਲਾਨ ਬ੍ਰਦਰ ਇੱਦਾਂ ਕਿ ਜਿੱਦਾਂ ਚੱਲ ਰਿਹਾ ਸਾਡਾ ਪਲਾਨ ਫਿਟਨੈਸ ਨੂੰ ਲੈ ਕੇ ਤਾਂ ਕੰਟੀਨਿਊ ਹੈਗਾ ਹੀ ਹੈਗਾ। ਅਪਾਰਟ ਫਰੋਮ ਦੈਟ ਜੇ ਆਪਾਂ ਇੰਡਸਟਰੀ ਦੀ ਵੀ ਗੱਲ ਕਰੀਏ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇੱਕ ਅੱਛੇ ਪ੍ਰੋਜੈਕਟਸ ਦਿਖਣਗੇ ਜਿਨ੍ਹਾਂ 'ਚ ਕੁਛ ਵੈਬ ਸੀਰੀਜ਼ ਹੋਣਗੀਆਂ ਜਿਹੜੇ ਕਿ ਲੀਡਿੰਗ OTT ਪਲੇਟਫਾਰਮਸ ਦੇ ਉੱਪਰ ਤੁਹਾਨੂੰ ਸ਼ੋਕੇਸ ਹੋਣਗੀਆਂ, ਅਤੇ ਕੁਛ ਫੀਚਰ ਫਿਲਮਸ ਵੀ ਨੇ ਜਿਨ੍ਹਾਂ ਦਾ ਆਉਣ ਵਾਲਾ ਪ੍ਰੋਜੈਕਟ ਚੱਲ ਰਿਹਾ, ਅਤੇ ਆਉਣ ਵਾਲੇ ਵਿਦਿਨ ਫਿਊ ਕਮਿੰਗ ਮੰਥਸ ਦੇ ਵਿੱਚ ਤੁਹਾਨੂੰ ਉਹਦੇ ਵਿੱਚ ਵੀ ਐਜ਼ ਇੱਕ ਅੱਛੇ ਕਿਰਦਾਰ ਦੇ ਵਿੱਚ ਬੜੇ ਪਰਦੇ 'ਤੇ ਦੇਖਾਂਗੇ। ਰਾਈਟ। ਤੇ ਮੈਂ ਦੇਖਿਆ ਗੌਰਵ ਦੀ ਪ੍ਰੋਫਾਈਲ 'ਤੇ ਨਾ ਬਹੁਤ ਸਾਰੀ ਟਰੈਵਲਿੰਗ ਵੀਡੀਓਜ਼ ਵੀ ਨੇ। ਹਾਂਜੀ, ਹੈ ਨਾ, ਗੋਆ ਫੋਰਨ ਦੇ ਟ੍ਰਿਪਸ, ਹੈ ਨਾ, ਕਿੰਨੇ ਕੁ ਹੋ ਜਾਂਦੇ ਨੇ ਟ੍ਰਿਪਸ? ਟ੍ਰਿਪਸ ਇੱਦਾਂ ਕਿ ਕੋਵਿਡ ਤੋਂ ਬਾਅਦ ਤਾਂ ਡਰ ਲੱਗਣ ਲੱਗ ਗਿਆ ਸੀਗਾ। ਹੁਣ ਤੱਕ ਵੀ ਕਈ ਦੇਸ਼ਾਂ ਦੇ ਵਿੱਚ ਰੈਸਟ੍ਰਿਕਸ਼ਨ ਹੈ ਜਾਣ ਦੀ। ਮੈਂ ਟਰੈਵਲਿੰਗ ਦਾ ਸ਼ੁਰੂ ਤੋਂ ਹੀ ਸ਼ੌਂਕ ਆ। ਮੈਂ ਜਦੋਂ ਘਰੋਂ ਪੈਸੇ ਮਿਲਦੇ ਸੀ, ਅਤੇ ਹੁਣ ਅੱਜ ਦੀ ਡੇਟ 'ਚ ਆਪ ਜੇ ਮੈਂ ਅੱਛਾ ਅਰਨ ਕਰਦਾ ਤਾਂ ਮੇਰੇ ਖਰਚੇ ਸਿਰਫ ਇੱਕ ਤਾਂ ਮੈਨੂੰ ਸ਼ੂਜ਼ ਦਾ ਬਹੁਤ ਸ਼ੌਂਕ ਆ। ਅੱਛਾ। ਮੈਨੂੰ ਸਨੀਕਰ ਦੀ ਕਲੈਕਸ਼ਨ ਦਾ ਬਹੁਤ ਸ਼ੌਂਕ ਆ। ਕਿੰਨੇ ਹੋਣੇ ਆ? ਉਹ ਪੁੱਛੋ ਹੀ ਨਾ ਵੀਰੇ। ਮੇਰੇ ਘਰ ਦੇ ਕਈ ਵਾਰ ਤਾਂ ਮੈਨੂੰ ਬਹੁਤ ਗਾਲਾਂ ਕੱਢਦੇ ਨੇ। ਫਿਰ ਮੈਂ ਕੀ ਕੀਤਾ, ਉਹਨਾਂ ਤੋਂ ਲੁਕੋ ਕੇ ਆਫਿਸ ਰੱਖਣ ਲੱਗ ਗਿਆ ਸ਼ੂਜ਼। ਅੱਛਾ। ਮੇਰੇ ਘਰੇ ਕਹਿੰਦੇ ਯਾਰ ਇੰਨੇ ਡੱਬੇ ਵਿੱਚ ਤੂੰ ਪਾਉਂਦਾ ਤਾਂ ਹੈ ਨਹੀਂ। ਕਈ ਵਾਰ ਸ਼ੌਂਕ ਹੁੰਦਾ ਹਰ ਇੱਕ ਬੰਦੇ ਦਾ। ਤਾਂ ਮੈਂ ਸ਼ੂਜ਼ ਕਈ ਵਾਰ ਆਰਡਰ ਕਰਦਾ ਰਹਿੰਦਾ। ਮੈਨੂੰ ਸ਼ੌਂਕ ਆ ਸਨੀਕਰਸ ਦਾ ਹੋ ਗਿਆ, ਹੈ ਨਾ, ਸ਼ੂਜ਼ ਜਿੱਥੋਂ ਵੀ ਮਿਲਦੇ ਨੇ, ਜਿਹੋ ਜਿਹੀ ਮਰਜ਼ੀ ਕਲੈਕਸ਼ਨ ਹੋਵੇ, ਲੇਕਿਨ ਵਧੀਆ ਲੱਗਣਾ ਚਾਹੀਦਾ। ਵਧੀਆ। ਮੈਨੂੰ ਕਲੈਕਸ਼ਨ ਦਾ ਸ਼ੌਂਕ ਆ। ਠੀਕ ਹੈ। ਕਈ ਵਾਰ ਮੇਰੇ ਕੋਲ ਕਈ ਪੇਅਰ ਅਨਟੱਚ 4-5 ਇਹੋ ਜਿਹੇ ਪਏ ਨੇ ਜਿਹੜੇ ਮੈਂ ਪਾਏ ਨਹੀਂ ਹਾਲੇ ਤੱਕ, ਬਟ ਉਹ ਕਲੈਕਸ਼ਨ 'ਚ ਪਏ ਨੇ ਮੇਰੇ। ਸੋ ਸ਼ੂਜ਼ ਦੇ ਲਈ ਮੈਂ ਕਰੇਜ਼ੀ ਹਾਂ, ਟਰੈਵਲਿੰਗ ਦੇ ਲਈ ਮੈਂ ਬਹੁਤ ਕਰੇਜ਼ੀ ਹਾਂ। ਮੈਨੂੰ ਹੁੰਦਾ ਕਿ ਮੈਂ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਐਕਸਪਲੋਰ ਕਰਾਂ ਚੀਜ਼ਾਂ ਨੂੰ, ਤਾਂ ਕਿ ਉੱਥੇ ਦੇ ਲੋਕਾਂ ਦੀ ਮੈਂਟੈਲਿਟੀ ਦੇਖਾਂ ਕੀ ਹੈ। ਬਟ ਮੈਂ ਜੋ ਚੀਜ਼ ਨੋਟ ਕੀਤੀ ਕਿ ਆਪਣਾ ਇੰਡੀਆ ਹੀ ਬਹੁਤ ਖੂਬਸੂਰਤ ਹੈ।
ਜਿਹੜਾ ਬੰਦਾ ਪੂਰਾ ਇੰਡੀਆ ਹੀ ਨਹੀਂ ਘੁੰਮਿਆ ਨਾ, ਉਹ ਬਾਹਰਲੇ ਦੇਸ਼ ਤਾਂ ਚਲੋ ਹੈ ਵਧੀਆ ਡਿਵੈਲਪਡ ਕੰਟਰੀਜ਼ ਨੇ ਉਹ, ਬਟ ਇੰਡੀਆ ਦੇ ਵਿੱਚ ਇੰਨੀ ਕੁ ਆਪਣੀ ਹਿਸਟਰੀ ਪਈ ਹੈ ਘੁੰਮਣ ਵਾਲੀ, ਇੰਨੇ ਕੁ ਹਿਲ ਸਟੇਸ਼ਨ ਚੱਲ ਜਾਓ, ਚਾਹੇ ਤੁਸੀਂ ਕਿਸੇ ਮੋਨੂਮੈਂਟਸ ਵੱਲ ਚੱਲ ਜਾਓ, ਚਾਹੇ ਤੁਸੀਂ ਕਿਸੇ ਐਂਸ਼ੀਅੰਟ ਬਿਲਡਿੰਗਸ ਵੱਲ ਚੱਲ ਜਾਓ, ਵਾਰਾਣਸੀ ਚੱਲ ਜਾਓ, ਰਾਜਸਥਾਨ ਚੱਲ ਜਾਓ, ਉੱਧਰ ਇੰਨੀਆਂ ਐਂਟੀਕ ਚੀਜ਼ਾਂ ਨੇ ਕਿ ਬਹੁਤ ਖੂਬਸੂਰਤ ਚੀਜ਼ਾਂ। ਰਾਈਟ। ਤੇ ਮਾਊਂਟੇਨਸ ਜਾਂ ਬੀਚ? ਮਾਊਂਟੇਨਸ ਫੋਰਐਵਰ ਮਾਊਂਟੇਨਸ। ਪਹਾੜਾਂ 'ਚ ਜੋ ਸ਼ਾਂਤੀ ਮਿਲਦੀ ਆ ਉਹ ਪਹਾੜਾਂ 'ਚ ਹੀ ਆ। ਕਿੰਨੀ ਕੁ ਵਾਰੀ ਗੇੜਾ ਲੱਗ ਜਾਂਦਾ ਪਹਾੜਾਂ ਦਾ? ਮੈਂ ਆਪਾਂ ਨੂੰ ਤਾਂ ਸੁੱਖ ਨਾਲ ਬਹੁਤ ਨੇੜੇ ਆ ਸ਼ਿਮਲਾ, ਤੇ ਸ਼ਿਮਲਾ ਹੋ ਗਿਆ, ਮਨਾਲੀ ਹੋ ਗਿਆ, ਮੇਰੀਆਂ ਬੈਸਟ ਡੈਸਟੀਨੇਸ਼ਨ ਨੇ। ਜਦੋਂ ਮੈਂ ਵਕੇਸ਼ਨ ਕਰਨੀ ਹੁੰਦੀ ਹੈ ਕਿ ਸ਼ਾਰਟ ਟਰਮ ਕੱਢਣ ਲਈ, ਕਿ ਆਪਣੇ ਮਾਈਂਡ ਨੂੰ ਰਿਲੈਕਸ ਕਰਨਾ, ਵੀਕਐਂਡ ਤੇ ਜੇ ਕੋਈ, ਮੈਂ ਪਹਾੜਾਂ 'ਚ ਚੱਲ ਕੇ ਡਰਾਈਵ ਕਰਕੇ ਬਹੁਤ ਖੁਸ਼ ਹਾਂ। ਮੈਂ ਡਰਾਈਵ ਕਰਦਾ, ਪਹਾੜਾਂ 'ਚ ਜਾਂਦਾ, ਉੱਥੇ ਜਾ ਕੇ ਆਪਣਾ ਦੋਸਤਾਂ ਦੇ ਨਾਲ ਹੋਵਾਂ, ਫੈਮਿਲੀ ਦੇ ਨਾਲ ਹੋਵਾਂ, ਇੰਜੋਏ ਕਰਾਂ, ਤਾਂ ਉਹ ਤੋਂ ਵਧੀਆ ਚੀਜ਼ ਨਹੀਂ। ਬਿਲਕੁਲ। ਤੇ ਡਰਾਈਵ ਆਪ ਕਰਨਾ? ਡਰਾਈਵ ਆਪ ਕਰਦਾ ਮੈਂ। ਡਰਾਈਵ ਮੈਨੂੰ ਆਪ ਕਰਨ ਦਾ ਸ਼ੌਂਕ ਹੈ। ਮੈਨੂੰ ਫੋਬੀਆ, ਮੈਂ ਕਿਸੇ ਦੇ ਨਾਲ ਨਹੀਂ ਬਹਿ ਸਕਦਾ। ਅੱਛਾ। ਜੇ ਮੇਰੇ ਫਰੈਂਡ ਦੀ ਵੀ ਕੋਈ ਕਾਰ ਜਾ ਰਹੀ ਆ, ਅਸੀਂ ਹਿਲ ਸਟੇਸ਼ਨ ਜਾ ਰਹੇ ਕਿਤੇ, ਉਹ ਡਰਾਈਵ ਮੈਂ ਕਰੂੰਗਾ। ਅੱਛਾ, ਉਹ ਨਹੀਂ ਕਰੇਗਾ? ਨਾ, ਉਹ ਮੈਨੂੰ ਫੋਬੀਆ। ਕਿ ਮੈਂ ਕਈ ਵਾਰ ਆਪਣੇ ਡੈਡ ਨਾਲ ਬੈਠਾ ਹੁੰਦਾ, ਮੈਨੂੰ ਡਰ, ਮੈਂ ਇੱਧਰੋਂ ਬ੍ਰੇਕ ਤੇ ਪੈਰ ਰੱਖੀ ਜਾਂਦਾ ਹੁੰਦਾ, ਸੋ ਮੈਨੂੰ ਫੋਬੀਆ। ਮੈਂ ਨਾਲ ਨਹੀਂ ਕਿਸੇ ਨੂੰ ਬੈਠ ਸਕਦਾ। ਮੈਂ ਪਾਪਾ ਵੀ ਹੁੰਦੇ ਨੇ, ਮੈਂ ਪਾਪਾ ਨੂੰ ਕਹਿੰਦਾ ਸਾਈਡ ਤੇ ਬੈਠੋ, ਗੱਡੀ ਮੈਂ ਚਲਾਉਂਗਾ, ਤੁਸੀਂ ਇੱਧਰ ਆਓ, ਤੁਸੀਂ ਆਰਾਮ ਨਾਲ ਬੈਠੋ। ਇੱਕ ਮੇਰੀ ਹੋਰ ਹੈ ਕਿ ਮੈਂ ਆਪਣੀ ਗੱਡੀ ਨਹੀਂ ਕਿਸੇ ਨੂੰ ਚਲਾਉਣ ਨੂੰ ਦਿੰਦਾ। ਅੱਛਾ। ਉਹ ਮੇਰੀ ਸ਼ੁਰੂ ਤੋਂ ਵਿਸ਼ ਹੈ। ਉਹ ਐਕਚੁਅਲੀ ਆਪਣੀ ਉਹ ਹੁੰਦਾ ਨਾ ਕਿ ਯਾਰ ਬੈਠੀ ਹੋਈ ਹੱਥ ਤੇ, ਔਰ ਲੋਕਾਂ ਦਾ ਗੇਅਰ ਪਾਉਣ ਦਾ ਸਟਾਈਲ, ਕਲਚ ਛੱਡਣ ਦਾ ਇੱਕ ਲਾਈਫ ਸਟਾਈਲ ਵੀ ਬਣ ਚੁੱਕੀ ਹੁਣ। ਨਹੀਂ, ਲਾਈਫ ਸਟਾਈਲ ਨਾਲੇ ਉਹ ਪਤਾ ਕਲਚ ਛੱਡਣ ਦਾ ਸਟਾਈਲ, ਗੇਅਰ ਪਾਉਣ ਦਾ ਸਟਾਈਲ, ਬਿਲਕੁਲ। ਕਈ ਵਾਰੀ 1-2 ਦਿਨ 'ਚ ਹੀ ਐਸੀ ਤੈਸੀ ਫੇਰ ਦਿੰਦੇ ਲੋਕੀ ਤਾਂ, ਚੰਗੀ ਚੀਜ਼ ਦੀ ਇਹ ਚੀਜ਼। ਤੇ ਹੋਰ ਹੁਣ ਇਹ ਤਾਂ ਹੋ ਗਿਆ ਆਪਣਾ, ਸਾਰੇ ਪਲਾਨ ਹੋ ਗਏ ਹਨਾ। ਹੋਰ ਕੋਈ ਚੀਜ਼ ਹੈਗੀ ਜਿਹੜੀ ਗੌਰਵ ਕਰਨਾ ਚਾਹੁੰਦਾ ਹੁਣ ਅੱਗੇ, ਜਿਹੜੀ ਹਜੇ ਹੋਵੇ ਲੌਂਗ ਰਨ ਲੇਕਿਨ ਹੋਵੇ ਪਾਈਪਲਾਈਨ 'ਚ? ਪਾਈਪਲਾਈਨ 'ਚ ਦੇਖੋ, ਮੇਰਾ ਪ੍ਰੋਜੈਕਟ ਇਹੀ ਆ ਕਿ ਮੇਨ ਇੱਕ ਪ੍ਰੋਜੈਕਟ ਤਾਂ ਮੇਰਾ ਫਿਟਨੈਸ ਨੂੰ ਲੈ ਕੇ ਆ। ਰਾਈਟ। ਹਜੇ ਕਿੱਥੇ ਕਲੀਨਿਕ ਚੱਲ ਰਹੀ ਹੈ ਤੁਹਾਡੀ? ਹਾਲੇ ਫਿਲਹਾਲ ਮੇਰੇ ਚੰਡੀਗੜ੍ਹ ਆਫਿਸ ਆ, ਮੋਹਾਲੀ ਦੇ ਵਿੱਚ ਅਸੀਂ ਕਾਫੀ ਲੋਕਾਂ ਨੂੰ ਡੀਲ ਕਰ ਰਹੇ ਹਾਂ, ਤੇ ਮੇਨ ਜਿਹੜੀ ਸਾਡਾ ਹੈੱਡ ਆਫਿਸ ਆ ਉਹ ਲੁਧਿਆਣੇ ਆ, ਜਿੱਥੋਂ ਅਸੀਂ ਸਾਰੇ ਐਸੋਸੀਏਸ਼ਨ ਨੂੰ ਰਨ ਕਰਦੇ ਹਾਂ। ਬਟ ਜਿਹੜੇ ਸਾਡੇ ਕੋਲ ਪੇਸ਼ੈਂਟ ਨੇ ਉਹ ਆਲ ਓਵਰ ਦੀ ਵਰਲਡ ਨੇ। ਕੈਨੇਡਾ ਦੇ ਵਿੱਚ ਮੇਰੇ ਬਹੁਤ ਸਾਰੇ ਪਲਾਨ ਜਾ ਰਹੇ ਨੇ, ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਹੋ ਗਿਆ, US ਦੇ ਵਿੱਚ ਹੋ ਗਏ, ਬਹੁਤ ਸਾਰੇ ਪਲਾਨਸ ਨੇ। ਬਟ ਅਪਾਰਟ ਫਰੋਮ ਦੈਟ, ਇੱਕ ਮੇਨ ਜੋ ਮੇਰਾ ਏਮ ਇਹੀ ਹੈ ਕਿ ਇਸ ਇੰਡੀਅਨ ਕਮਿਊਨਿਟੀ ਨੂੰ, ਜਿਹੜਾ ਕਿ ਅੱਜ ਦੀ ਡੇਟ ਦੇ ਵਿੱਚ ਮੋਸਟ ਜੇ ਅਨਹੈਲਦੀ ਕਮਿਊਨਿਟੀ ਕੱਢੀਏ ਤਾਂ ਟੌਪ 5 ਟੌਪ 6 ਦੇ ਵਿੱਚ ਆਉਂਦੇ ਨੇ ਆਪਣੇ ਇੰਡੀਅਨ, ਤੇ ਉਹਨਾਂ 'ਚੋਂ ਨੰਬਰ ਕੱਢਦਾ ਮੈਂ। ਮਤਲਬ ਇੰਡੀਆ 'ਚ ਫਿਟਨੈਸ ਦਾ ਫੰਡਾ ਲੈ ਕੇ ਆਉਣਾ ਚਾਹੁੰਦਾ ਕਿ ਖਾਣ ਪੀਣ ਦੇ ਲਈ ਆਪਾਂ ਨਹੀਂ ਜੱਗ ਤੇ ਆਏ, ਆਪਾਂ ਨੂੰ ਇੱਕ ਲਾਈਫ ਮਿਲੀ ਆ, ਆਪਾਂ ਓਨਾ ਕੁ ਖਾਈਏ ਜਿੰਨੀ ਕੁ ਜ਼ਰੂਰਤ ਆ, ਤੇ ਆਪਾਂ ਜਿਹੜਾ ਆਪਣਾ ਲਾਈਫ ਸਪੈਂਡ 65 ਸਾਲ ਰਹਿ ਗਿਆ, ਇਹਨੂੰ 85 ਸਾਲ ਪੁਰਾਣੇ ਬਜ਼ੁਰਗਾਂ ਵਾਂਗੂ ਕਿਵੇਂ ਕਰੀਏ। ਰਾਈਟ। ਫਿਜ਼ੀਕਲ ਵਰਕਆਊਟ ਐਡ ਕਰੀਏ, ਖਾਣ ਪੀਣ ਦਾ ਧਿਆਨ ਰੱਖੀਏ, ਹੋਰ 2 ਚੀਜ਼ਾਂ ਇਸ ਤੋਂ ਇਲਾਵਾ ਕੀ ਹੈ। ਫਿਟਨੈਸ ਬਹੁਤ ਸੌਖੀ ਚੀਜ਼ ਹੈ। ਬਿਲਕੁਲ। ਤੇ ਸਭ ਤੋਂ ਫਿਟੈਸਟ ਸੈਲੀਬ੍ਰਿਟੀ ਪੰਜਾਬ 'ਚ ਕੌਣ ਹੈ? ਪੰਜਾਬ 'ਚ ਫਿਟਨੈਸ ਸੈਲੀਬ੍ਰਿਟੀ ਮੈਂ ਕਰਤਾਰ ਚੀਮਾ, ਉਹਨਾਂ ਨੂੰ ਬਹੁਤ ਫੋਲੋ ਕਰਦਾ, ਕਿਉਂਕਿ ਉਹ ਹਮੇਸ਼ਾ ਫਿਟਨੈਸ ਨੂੰ ਅੱਗੇ ਵਧਾਵਾ ਵੀ ਦਿੰਦੇ ਨੇ, ਮੋਟੀਵੇਟਡ ਵੀ, ਉਹਨੂੰ ਕਾਫੀ ਲੋਕਾਂ ਨੂੰ ਮੋਟੀਵੇਟ ਕਰਦੇ ਨੇ, ਤੇ ਮੈਂ ਉਹਨਾਂ ਨੂੰ ਐਜ਼ ਆਈਡਲ ਮੰਨ ਕੇ ਵੀ ਚੱਲਦਾ। ਗ੍ਰੀਕ ਗੋਡ ਟਾਈਪ ਫਿਜ਼ੀਕ ਹੈ ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ, ਮਤਲਬ ਜਿਵੇਂ ਉਹਨਾਂ ਦੀ ਸ਼ੁਰੂ ਤੋਂ ਦੇਖ ਲਓ, ਜਦੇ ਉਹ ਇੰਡਸਟਰੀ ਦੇ ਵਿੱਚ ਆਏ ਨੇ, ਅੱਜ ਤੋਂ ਆਈ ਥਿੰਕ ਉਹਨਾਂ ਨੂੰ 15-16 ਸਾਲ ਹੋ ਗਏ ਨੇ ਪੁਰਾਣਾ, ਅੱਜ ਵੀ ਉਹਨਾਂ ਦੀ ਫਿਟਨੈਸ ਦੇ ਲੈਵਲਸ ਉਨੇ ਇੱਕ ਮੇਨਟੇਨ ਨੇ। ਰਾਈਟ। ਸੋ ਮੈਂ ਜੋ ਇੰਡਸਟਰੀ ਦੇ ਵਿੱਚੋਂ ਇੱਕ ਬੰਦਾ ਜਿਹੜਾ ਆਰਟਿਸਟ ਫਿੱਟ ਮੰਨਦਾ, ਉਹ ਕਰਤਾਰ ਚੀਮਾ। ਤੇ ਫੀਮੇਲ 'ਚ? ਫੀਮੇਲ ਦੇ ਵਿੱਚ ਸੋਨਮ ਬਾਜਵਾ ਬਹੁਤ ਜਿਮ ਫਰੀਕ ਰਹਿੰਦੇ ਨੇ, ਬਹੁਤ ਜ਼ਿਆਦਾ ਫਿਟਨੈਸ ਦੇ ਲਈ। ਉਹਦੀ ਮੈਂ ਵੀਡੀਓ ਦੇਖਿਆ, ਉਹ ਤਾਂ ਲੱਗੀ ਰਹਿੰਦੀ ਹੈ 24 ਘੰਟੇ, ਮੈਨੂੰ ਲੱਗਦਾ ਮੈਨੂੰ ਖਾਂਦੀ ਵੀ ਨਹੀਂ ਹੋਣੀ ਮੈਨੂੰ ਜ਼ਿਆਦਾ। ਨਹੀਂ, ਕਈ ਵਾਰ ਹੁੰਦੇ ਨੇ, ਦੇਖੋ ਇਹ ਸਿਸਟਮ ਆ, ਮੈਕੈਨਿਜ਼ਮ ਆ, ਖਾਣ ਪੀਣ ਦਾ ਮੈਟਰ ਨਹੀਂ ਕਰਦਾ, ਤੁਹਾਡੇ ਡਿਪੈਂਡ ਕਰਦਾ ਤੁਹਾਡੇ। ਹੁਣ ਖਾਣ ਪੀਣ ਦਾ ਜੇ ਕੋਈ ਬੰਦਾ ਇੰਜੋਏ ਕਰਨੀ ਹੈ ਤਾਂ ਇੱਕ ਵਾਰ ਕਰਦਾ ਹੋਊ, 2 ਵਾਰੀ ਕਰਦਾ ਹੋਊ, 5 ਦਿਨ ਆਪਣਾ, ਮੈਂ ਤਾਂ ਇਹੀ ਫੰਡਾ ਕਹਿੰਦਾ, 5 ਦਿਨ ਆਪਣਾ ਕੰਸਿਸਟੈਂਟ ਡਾਈਟ ਤੇ ਰਹੋ, ਸ਼ਨੀਵਾਰ ਐਤਵਾਰ ਇੰਜੋਏ ਕਰੋ, ਪਰੌਂਠੇ ਵੀ ਖਾਓ, ਭਟੂਰੇ ਛੋਲੇ ਵੀ ਖਾਓ, ਜਿਹਨੂੰ ਜਿਹੜੀ ਚੀਜ਼ ਦਾ ਸ਼ੌਂਕ ਹੈ ਕਰੋ, ਬਟ 5 ਦਿਨ ਆਪਣਾ ਲਿਮਿਟ 'ਚ ਰਹਿ ਕੇ। ਤੇ ਬਾਲੀਵੁੱਡ 'ਚ ਕੌਣ ਫਿੱਟ ਹੈ? ਬਾਲੀਵੁੱਡ ਦੇ ਵਿੱਚ ਐਜ਼ ਵੀ ਆਲ ਨੋ, ਅਕਸ਼ੇ ਕੁਮਾਰ ਇੱਕ ਪਰਫੈਕਟ ਐਗਜ਼ਾਮਪਲ ਹੈ ਨੈਚੁਰਲ ਫਿਟਨੈਸ ਦਾ, ਜਿਹੜੀ ਕਿ ਅੱਜ ਦੀ ਡੇਟ ਦੇ ਵਿੱਚ 50 ਤੋਂ ਬਾਅਦ ਵੀ, ਜੇ 55 ਦੀ ਏਜ ਕ੍ਰੋਸ ਕਰਨ ਤੋਂ ਬਾਅਦ ਵੀ ਬੰਦਾ ਆਪਣੇ ਸਟੰਟ ਅੱਜ ਦੀ ਡੇਟ ਦੇ ਵਿੱਚ ਆਪ ਕਰ ਰਿਹਾ। ਮੈਂ ਉਹਨਾਂ ਨਾਲ ਐਜ਼ ਅ ਸਿੰਗ ਇਜ਼ ਬਲਿੰਗ ਮੂਵੀ ਆਈ ਸੀ, ਉਹਨਾਂ ਦੇ ਵਿੱਚ ਮੈਂ ਐਜ਼ ਅ ਜੂਨੀਅਰ ਆਰਟਿਸਟ ਕੰਮ ਕੀਤਾ ਸੀ, ਤੇ ਉਦੋਂ ਨੇ ਫਿਟਨੈਸ ਲੈਵਲ ਦੇਖੇ ਸੀ। ਬਾਲੀਵੁੱਡ ਦੇ ਵਿੱਚ ਅੱਜ ਨੋ ਡਾਊਟ ਅੱਜ ਦੀ ਡੇਟ ਵਿਦਿਊ ਜੰਪਵਾਲ ਹੋ ਗਿਆ, ਟਾਈਗਰ ਸ਼ਰੋਫ, ਇਹ ਤਾਂ ਫਿੱਟ ਨੇ, ਬਟ ਜੇ ਆਪਾਂ ਏਜ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਇੱਕ ਅੱਜ ਦੇ ਲਾਈਫ ਦੇ ਵਿੱਚ ਇੰਨਾ ਫਿੱਟ ਪਰਸਨ ਹੋਣਾ, ਦੈਟਸ ਅ ਬਿਗ। ਅਕਸ਼ੇ ਕੁਮਾਰ, ਜੌਨ ਅਬਰਾਹਮ ਵੀ ਆਈ ਥਿੰਕ। ਬਿਲਕੁਲ, ਬਟ ਏਜ ਦੇ ਹਿਸਾਬ ਨਾਲ, ਹਾਂ, ਏਜ ਦੇ ਹਿਸਾਬ ਨਾਲ ਵੀ ਵਨ ਆਫ ਦੀ ਫਿਟੈਸਟ ਗਾਏ ਐਟ ਦੈਟ ਏਜ। ਰਾਈਟ। ਜਿਹੜੀ ਹੁਣ ਉਹਨਾਂ ਦੀ ਚੱਲ ਰਹੀ ਆ ਉਹ ਅਕਸ਼ੇ ਕੁਮਾਰ ਤੋਂ ਐਂਡ ਨੈਚੁਰਲ। ਰਾਈਟ। ਤੇ ਫੀਮੇਲ? ਬਾਲੀਵੁੱਡ ਦੇ ਫੀਮੇਲ ਮੇਰੀ ਫੇਵਰੇਟ ਨੇ 2-3 ਐਕਟਰੈਸ ਨੇ ਜਿਹੜੇ ਮੈਨੂੰ, ਇੱਕ ਤਾਂ ਉਹਨਾਂ ਦੇ ਵਿੱਚੋਂ ਕ੍ਰਿਤੀ ਸੈਨਨ ਨੇ, ਇੱਕ ਉਹ ਵੀ ਫਿੱਟ ਹੈ ਪੂਰੀ, ਹੈ ਨਾ? ਹਾਂ, ਇੱਕ ਦੂਸਰਾ ਮੈਨੂੰ ਆਪਣਾ ਸੌਰੀ
ਜਾਨਵੀ ਕਪੂਰ ਜੀ ਬਹੁਤ ਅੱਛੀ ਜਾਨਵੀ, ਹਾਂ ਉਹ ਵੀ ਬਹੁਤ ਫਿਟਨੈਸ ਅੱਜ ਕੱਲ੍ਹ ਜਾਨਵੀ ਕਪੂਰ ਤੇ ਕ੍ਰਿਤੀ ਸੈਨਨ ਮੇਰੀ ਦੋਨੋਂ ਫੇਵਰੇਟ ਨੇ ਇਨ ਬਾਲੀਵੁੱਡ ਸਲੈਬਸ ਜੇ ਆਪਾਂ ਗੱਲ ਕਰੀਏ ਫੀਮੇਲ ਦੇ ਵਿੱਚ। ਸਟਾਕ ਕਰਦੇ ਉਹਨਾਂ ਨੂੰ? ਬਿਲਕੁਲ, ਮੈਂ ਫੋਲੋ ਕੀਤਾ ਹੋਇਆ। ਠੀਕ ਹੈ। ਮੈਂ ਫੋਲੋ ਜਿਹੜੀ ਚੀਜ਼ ਦੇਖੋ ਜਿਹੜੀ ਚੀਜ਼ ਵਧੀਆ ਲੱਗਦੀ ਆ ਉਹਨੂੰ ਤੁਸੀਂ ਓਪਨਲੀ ਕਰੋ। ਰਾਈਟ ਹੈ ਨਾ, ਆਪਾਂ ਕਈ ਚੀਜ਼ਾਂ ਲੁਕੋ ਕੇ ਲੋਕੀ ਕਰੀ ਜਾਂਦੇ ਨੇ। ਜਿਹੜੀ ਚੀਜ਼ ਮੈਂ ਤਾਂ ਕਰਦਾ ਸੋਸ਼ਲ ਮੀਡੀਆ ਤੇ ਓਪਨਲੀ ਦੱਸਦਾ। ਰਾਈਟ, ਮੈਂ ਉਹਨਾਂ ਨੂੰ ਫੋਲੋ ਕਰਦਾ ਤੇ ਉਹਨਾਂ ਦੀ ਹਰ ਪੋਸਟ ਮੈਂ ਲਾਈਕ ਵੀ ਕਰਦਾ। ਰਾਈਟ। ਤੇ ਗੌਰਵ, ਮੈਨੂੰ ਬਹੁਤ ਮਜ਼ਾ ਆਇਆ ਅੱਜ ਤੁਹਾਡੇ ਨਾਲ ਗੱਲ ਕਰਕੇ ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਥੈਂਕ ਯੂ ਸੋ ਮਚ ਕਿ ਫਿਟ ਰਹਿਣਾ ਕਿੰਨਾ ਜ਼ਰੂਰੀ ਹੈ ਔਰ ਬਾਡੀ ਤੁਹਾਡੀ ਜਿਹੜੀ ਆ ਉਹਨੂੰ ਫਿਟ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹੀ ਹੈ ਸਭ ਕੁਝ, ਹੈ ਨਾ। ਐਂਡ ਬ੍ਰਦਰ, ਮੇਰੇ ਲਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜੇ ਮੈਨੂੰ ਕੋਈ ਦਿਨ ਦੇ ਵਿੱਚ ਇੱਕ ਬੰਦਾ ਮੈਨੂੰ ਫੋਲੋ ਕਰ ਲਵੇ, ਮੇਰੀਆਂ ਚੰਗੀਆਂ ਚੀਜ਼ਾਂ ਨੂੰ, ਹੈਲਥ ਦੇ ਪ੍ਰਤੀ ਕੌਨਸ਼ੀਅਸ ਹੋ ਜਾਵੇ, ਤਾਂ ਮੈਨੂੰ ਲੱਗਦਾ ਕਿ ਮੈਂ ਕੁਝ ਅਚੀਵ ਕੀਤਾ। ਰਾਈਟ। ਮੈਂ ਕਦੇ ਵੀ ਉਹ ਚੀਜ਼ਾਂ ਨਹੀਂ ਪੈਂਦਾ ਕਿ ਮੇਰੀ ਵੀਡੀਓ ਤੇ ਵਿਊਜ਼ ਮੈਂ ਬਹੁਤ ਲੱਖ ਹੋਣ 2 ਲੱਖ ਮੈਨੂੰ ਨਹੀਂ ਮੈਟਰ ਕਰਦੇ। ਮੇਰੀ ਵੀਡੀਓ ਤੇ 10,000 ਵਿਊ ਹੋਣ, ਚਾਹੇ ਮੇਰੀ ਵੀਡੀਓ ਤੇ 1000 ਵੀ ਹੋਵੇ, 1000 ਦੇ ਵਿੱਚੋਂ ਵੀ ਜੇ ਮੈਨੂੰ 5 ਬੰਦੇ ਫੋਲੋ ਕਰ ਗਏ ਤਾਂ ਮੇਰੇ ਲਈ ਉਹ ਜਿੱਤ ਹੈ। ਬਿਲਕੁਲ, ਮੇਰੇ ਲਈ ਉਹ ਜਿੱਤ ਹੈ। ਬਿਲਕੁਲ। ਇਹ ਚੀਜ਼ ਤਾਂ ਥੈਂਕ ਯੂ ਗੌਰਵ, ਥੈਂਕ ਯੂ ਸੋ ਮਚ। ਥੈਂਕ ਯੂ। ਤੁਸੀਂ ਆਏ, ਤੁਸੀਂ ਟਾਈਮ ਕੱਢਿਆ, ਮੈਨੂੰ ਬਹੁਤ ਵਧੀਆ ਲੱਗਿਆ। ਤੇ ਮੈਂ ਹੋਪ ਕਰਦਾ ਕਿ ਤੁਸੀਂ ਬਹੁਤ ਜਲਦੀ ਆਪਣੀ ਬਹੁਤ ਸਾਰੀ ਕਲੀਨਿਕ ਖੋਲੋ ਥੈਂਕ ਯੂ ਸੋ ਮਚ ਤੇ ਜਗ੍ਹਾ ਜਗ੍ਹਾ ਤੇ ਤੁਹਾਡੇ ਸੈਂਟਰ ਹੋਣ ਤੇ ਤੁਸੀਂ ਹੋਰ ਜ਼ਿਆਦਾ ਬਿਜ਼ੀ ਹੋ ਜਾਓ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਾਰੇ ਸੈਲੀਬ੍ਰਿਟੀ ਤੁਹਾਡੇ ਤੋਂ ਡਾਈਟ ਪਲਾਨ ਲੈਣ ਤੇ ਆਪਾਂ ਹੀ ਦੁਆ ਕਰਦੇ ਹਾਂ। ਥੈਂਕ ਯੂ ਸੋ ਮਚ। ਥੈਂਕ ਯੂ ਬੱਲੇ ਬੋਲੀ ਮੈਗਜ਼ੀਨ ਦਾ, ਜਿਨ੍ਹਾਂ ਨੇ ਟਾਈਮ ਕੱਢਿਆ ਮੈਨੂੰ ਇੱਥੇ ਬੁਲਾਇਆ। ਐਂਡ ਆਈ ਐਮ ਰੀਲੀ ਗਲੈਡ ਟੂ ਬੀ ਅ ਪਾਰਟ। ਤੁਹਾਨੂੰ ਮਜ਼ਾ ਆਇਆ ਗੱਲ ਕਰਕੇ? ਬਹੁਤ ਮਜ਼ਾ ਆਇਆ। ਮੈਨੂੰ ਫੀਲ ਹੀ ਨਹੀਂ ਹੈ ਕਿ ਆਪਾਂ ਇੰਟਰਵਿਊ ਕਰ ਰਹੇ ਆਪਾਂ ਜਿਵੇਂ ਯਾਰ ਭਰਾ ਬੈਠੇ ਆ ਨਾ, 2 ਗੱਲਾਂ ਕਰਦੇ ਹੋ। ਕਿਉਂਕਿ ਮੈਨੂੰ ਇਹੀ ਹੁੰਦਾ ਕਿ ਯਾਰ ਮੈਂ ਨਾ ਫੀਡਬੈਕ ਲੈਣਾ ਕਿ ਠੀਕ ਲੱਗਿਆ ਨਾ। ਨਹੀਂ ਬਹੁਤ ਵਧੀਆ, ਬਹੁਤ ਪੱਕਾ ਕੋਈ ਚੀਜ਼ ਗਲਤ ਤਾਂ ਨਹੀਂ ਲੱਗੀ? ਨੋ, ਮੈਨੂੰ ਤਾਂ ਇੱਥੇ ਫੀਲ ਹੀ ਬੜੀ ਵਧੀਆ ਘਰ ਵਰਗੀ ਫੀਲ ਆਈ। ਠੀਕ ਹੈ। ਕੋਈ ਲੱਗੇ ਹੀ ਨਹੀਂ ਕੋਈ, ਕਿਉਂਕਿ ਓਬਵੀਅਸਲੀ ਕਈ ਵਾਰ ਬੰਦਾ ਕੈਮਰਾ ਦੇਖ ਕੇ ਕੌਨਸ਼ੀਅਸ ਫੀਲ ਕਰਦਾ, ਤੇ ਇੱਥੇ ਬੜਾ ਫਰੈਂਡਲੀ ਤੁਹਾਡੀ ਟੀਮ ਨਾਲ ਤੇ ਤੁਹਾਡੇ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ। ਥੈਂਕ ਯੂ ਭਾਜੀ, ਥੈਂਕ ਯੂ।